ਅੱਜ ਦਾ ਮਹਿਮਾਨ ਤੋਂ ਮੈਂ ਤੁਹਾਡੀ ਆਪਣੀ ਮੇਜ਼ਬਾਨ ਸੋਨੀਆ ਸ਼ੇਖ ਤੇ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਐਂਕਰ अली उस्मान बाजवा। प्रोग्राम ਵਿੱਚ ਆਪਣੇ ਮਹਿਮਾਨ ਦਾ ਤਾਰੂਫ ਕਰਾਂ ਤੋਂ ਪਹਿਲੇ ਮੈਂ ਸਾਂਝੀ ਕਰਦੀ ਚਲਾਂ ਅੱਜ ਦੀ ਚੰਗੀ ਗੱਲ। ਤੇ ਅੱਜ ਦੀ ਚੰਗੀ ਗੱਲ ਹੈ ਵੀ ਦੋਸਤੋ ਕਿ ਜ਼ਿੰਦਗੀ ਦੇ ਵਿੱਚ ਜੇ ਕਦੀ ਕੋਈ ਪਰੇਸ਼ਾਨੀ ਆ ਜਾਏ ਤੇ ਤੁਸੀਂ ਹਿੰਮਤ ਨਹੀਂ ਹਾਰਨੀ ਬਲਕਿ ਉਹਦਾ ਡਟ ਕੇ ਮੁਕਾਬਲਾ ਕਰਨਾ। ਇਹ ਪਰੇਸ਼ਾਨੀਆਂ ਹੀ ਸਾਨੂੰ ਨਾ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਹੌਸਲਾ ਦਿੰਦੀਆਂ ਤੇ ਜੇ ਕੋਈ ਜ਼ਿੰਦਗੀ 'ਚ ਪਰੇਸ਼ਾਨੀ ਨਾ ਆਏ ਤੇ ਅਸੀਂ ਸਬਕ ਕਿੱਥੋਂ ਸਿੱਖਾਂਗੇ ਕਿਉਂਕਿ ਅਸੀਂ ਹਰ ਵੇਲੇ ਜੇ ਖੁਸ਼ ਰਹੀਏ ਤਾਂ ਫਿਰ ਤੇ ਅਸੀਂ ਪਿਛਲੇ ਸਾਰੇ ਸਬਕ ਭੁਲਾ ਦੇਵਾਂਗੇ। ਤੇ ਇੱਕ ਗੱਲ ਮੇਰੀ ਯਾਦ ਰੱਖਣਾ, ਜਦੋਂ ਵੀ ਕੋਈ ਔਖਾ ਵੇਲਾ ਆਏ 1 ਮਿੰਟ ਵਾਸਤੇ ਇਕੱਲੇ ਬਹਿ ਕੇ ਸਿਰਫ ਇਹ ਸੋਚਣਾ ਕਿ ਅੱਲਾ ਤੁਹਾਡੇ ਨਾਲ ਹੈ। ਤੁਸੀਂ ਯਕੀਨ ਮੰਨੋ ਤੁਹਾਡੀ ਪਰੇਸ਼ਾਨੀ ਕਦੋਂ ਤੁਹਾਡੀ ਆਸਾਨੀ 'ਚ ਬਦਲ ਜਾਏਗੀ ਤੁਹਾਨੂੰ ਆਪ ਨਹੀਂ ਪਤਾ ਲੱਗੇਗਾ। ਤੇ ਹੁਣ ਵੇਲਾ ਹੋਇਆ ਹੈ ਸਾਡੇ ਪਹਿਲੇ ਪਰੌਣੇ ਦਾ ਤਾਰੂਫ ਕਰਾਂ ਦਾ। ਉਹਨਾਂ ਦਾ ਤਾਰੂਫ ਕਰਾਉਣ ਤੋਂ ਪਹਿਲੇ ਇੱਕ ਹੋਰ ਗੱਲ ਦੱਸਦੀ ਚਲਾਂ ਤੇ ਉਹ ਇਹ ਵੇ ਕਿ ਜਦੋਂ ਵੀ ਅਸੀਂ ਬਿਮਾਰ ਹੁੰਦੇ ਹਾਂ ਸਾਨੂੰ ਇੱਕ ਮਾਲਿਸ਼ ਦੀ ਜ਼ਰੂਰਤ ਹੁੰਦੀ ਹੈ। ਕੋਈ ਲੋਕ ਜਿਹੜੇ ਨੇ ਉਹ ਐਲੋਪੈਥਿਕ ਇਲਾਜ ਵੱਲ ਤਰਜੀਹ ਦਿੰਦੇ ਨੇ, ਕਈ ਜਾਂਦੇ ਨੇ ਜੀ ਦੇਸੀ ਦਵਾਈਆਂ ਵੱਲ ਤੇ ਕਈ ਹੋਮਿਓਪੈਥਿਕ ਇਲਾਜ ਨੂੰ ਅੱਜ ਵੀ ਤਰਜੀਹ ਦਿੰਦੇ ਨੇ। ਹੋਮਿਓਪੈਥਿਕ ਦਾ ਜਦੋਂ ਵੀ ਲਫ਼ਜ਼ ਆਉਂਦਾ ਹੈ ਜ਼ਿਹਨ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ, ਬਹੁਤ ਸਾਰੇ ਸਵਾਲ ਆਉਂਦੇ ਨੇ। ਅੱਜ ਐਸੇ ਸਾਰੀਆਂ ਗੱਲਾਂ ਨੂੰ ਕਲੀਅਰ ਕਰਨ ਵਾਸਤੇ ਇਹਦੇ ਬਾਰੇ 'ਚ ਮਜ਼ੀਦ ਜਾਣਨ ਵਾਸਤੇ ਅਸੀਂ ਪ੍ਰੋਗਰਾਮ ਵਿੱਚ ਦਾਵਤ ਦਿੱਤੀ ਹੈ ਮਾਰੂਫ ਡਾਕਟਰ ਅਮਾਨੁੱਲਾ ਬਿਸਮਲ ਨੂੰ ਜਿਹੜੇ ਕਿ ਬਹੁਤ ਮਾਰੂਫ ਨੇ ਹੋਮਿਓਪੈਥਿਕ ਦੇ। अस्सलाम वालेकुम ਤੇ ਪ੍ਰੋਗਰਾਮ ਵਿੱਚ ਤੁਹਾਨੂੰ ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਜੀ। ਵਾਲੇਕੁਮ अस्सलाम। ਡਾਕਟਰ ਸਾਹਿਬ ਇਹ ਦੱਸੋ ਕਿ ਹੋਮਿਓਪੈਥਿਕ ਕੀ ਟਰਮ ਹੈ ਤੇ ਇਹਦਾ ਕੀ ਅਸਰਾਤ ਨੇ ਇਹਦੇ? ਹੋਮਿਓਪੈਥਿਕ ਤਰੀਕਾ ਇਲਾਜ ਬੁਨਿਆਦੀ ਤੌਰ ਤੇ ਇੱਕ ਮੈਡੀਸਨ ਦੀ ਹੀ ਫੀਲਡ ਹੈ ਜੀ। ਇਹ ਕੋਈ ਅਨੋਖੀ ਜਾਂ ਐਸੀ ਕੋਈ ਚੀਜ਼ ਨਹੀਂ ਹੈ ਕਿ ਜਿਹੜੀ ਕਿ ਬਾਕੀਆਂ ਤੋਂ ਹਟ ਕੇ ਹੋਵੇ। ਸਹੀ। ਬੁਨਿਆਦੀ ਤੌਰ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਐਲੋਪੈਥਿਕ ਮੈਡੀਸਨ ਸਿਸਟਮ ਆਫ ਮੈਡੀਸਨ ਹੈ, ਇੱਕ ਨਿਊਟਰਾਸੂਟੀਕਲ ਸਿਸਟਮ ਆਫ ਮੈਡੀਸਨ ਹੈ ਜੀ, यूनानी सिस्टम ऑफ मेडिसन है, हर्बल सिस्टम ऑफ मेडिसन है और इस तरह होम्योपैथिक सिस्टम ऑफ मेडिसन। हर डिसिपलिन ਦੀ ਆਪਣੇ ਰੂਲਸ ਐਂਡ ਰੈਗੂਲੇਸ਼ਨ ਨੇ, ਉਹਦੇ ਮੁਤਾਬਕ ਇਹਦੇ ਇਲਾਜ ਦਾ ਪੂਰਾ ਮੈਕੈਨਿਜ਼ਮ ਹੈ ਜਿਹਦੇ ਤਹਿਤ ਲੋਕੀ ਜਿਹੜੇ ਉਹ ਮੁਸਤਫੀਜ਼ ਹੁੰਦੇ ਨੇ। ਬਿਲਕੁਲ ਠੀਕ। ਅੱਛਾ ਡਾਕਟਰ ਸਾਹਿਬ, ਡਾਕਟਰ ਹਾਇਮਨ ਦਾ ਜ਼ਿਕਰ ਅਗਰ ਅਸੀਂ ਕਰੀਏ ਉਹਨਾਂ ਦੀ ਵੀ ਕਾਫੀ ਇਹਦੇ 'ਚ ਰਿਸਰਚ ਔਰ ਫਿਰ ਅੱਜ ਕੱਲ੍ਹ ਜਿਹੜੀ ਦੁਨੀਆ ਵਿੱਚ ਸਵਿਟਜ਼ਰਲੈਂਡ ਔਰ ਜਰਮਨੀ ਵਿੱਚ ਕਾਫੀ ਇਹਦੇ 'ਤੇ ਕੰਮ ਹੋ ਰਿਹਾ। ਲੇਕਿਨ ਜਿਹੜੀ ਸਾਡੀ ਇੱਥੇ ਦੀ ਆਮ ਦੇਸੀ ਪੰਜਾਬੀ ਲੋਕਾਈ ਕਹਿ ਲਓ, ਆਮ ਲੋਕ ਜਿਹੜੇ ਨੇ ਉਹਨਾਂ ਨੂੰ ਪੁੱਛੀਏ ਤਾਂ ਕਹਿੰਦੇ ਨੇ ਇਹਦੀ ਤਾਂ ਨਾ ਕੋਈ ਅਸਰ ਹੁੰਦਾ, ਨਾ ਇਹਦਾ ਕੋਈ ਨੁਕਸਾਨ ਹੈ ਤੇ ਨਾ ਇਹਦਾ ਕੋਈ ਫਾਇਦਾ। ਤੇ ਇਹ ਤੁਹਾਡੇ ਥਰੂ ਦੱਸਣਾ ਚਾਹਾਂਗੇ ਕਿ ਕਿਆ ਵਾਕਈ ਇੱਕ ਇਸ ਤਰ੍ਹਾਂ ਦੀ ਕਹਾਣੀ ਹੈ? ਇਹ ਮਿਥ ਬਾਰੇ ਜ਼ਰਾ ਸਾਨੂੰ ਦੱਸੋ, ਇਹ ਮਿਥ ਤੋੜੋ। ਤੁਹਾਡਾ ਸਵਾਲ ਵੀ ਬਹੁਤ ਅੱਛਾ ਹੈ ਔਰ ਪਬਲਿਕ ਇੰਟਰਸਟ ਦਾ ਸਵਾਲ ਵੀ ਹੈ ਕਿ ਇਹ ਐਸੀ ਇੱਕ ਦਵਾਈ ਹੈ ਜਿਹਦਾ ਕੋਈ ਨੁਕਸਾਨ ਹੈ ਨਾ ਕੋਈ ਫਾਇਦਾ। ਤੇ ਮੈਂ ਤੇ ਸਮਝਦਾ ਕਿ ਜਿਹੜਾ ਪਾਣੀ ਦਾ ਗਲਾਸ ਤੁਸੀਂ ਪੀਂਦੇ ਹੋ ਉਹਦਾ ਫਾਇਦਾ ਵੀ ਉਹਦਾ ਨੁਕਸਾਨ ਵੀ ਹੈ। ਤਾਂ ਪਾਣੀ ਦਾ ਫਾਇਦਾ ਨੁਕਸਾਨ ਹੋ ਸਕਦਾ ਹੈ ਤੇ ਇੱਕ ਐਸੀ ਚੀਜ਼ ਜਿਹੜੀ ਕਿ ਮੈਡੀਸਨ ਨੂੰ ਡਿਰਾਈਵ ਕਰਕੇ ਬਣਾਈ ਗਈ ਹੈ, ਯਕੀਨਨ ਉਹਦਾ ਫਾਇਦਾ ਵੀ ਉਹਦਾ ਨੁਕਸਾਨ ਵੀ ਹੈ। ਉਹਦੇ ਕਲੀਨਿਕਲ ਟਰਾਇਲਸ ਵੀ ਨੇ, ਉਹਦੇ ਪਲਾਸੀਬੋ ਕੰਟਰੋਲ ਸਟੱਡੀਜ਼ ਵੀ ਨੇ ਔਰ ਇੰਟਰਨੈਸ਼ਨਲ ਸਟੱਡੀਜ਼ ਨੇ। ਅੱਛਾ। ਔਰ ਹਾਨੀਮਨ ਬੇਸਿਕਲੀ ਫਾਊਂਡਰ ਆਫ ਦਿਸ ਪ੍ਰੋਫੈਸ਼ਨ ਹੈ। about 250 years back studies ਨੇ। ਔਰ ਅਗਰ ਇਸ ਪ੍ਰੋਫੈਸ਼ਨ ਦੇ ਵਿੱਚ ਕੋਈ ਰਿਐਲਿਟੀ ਨਾ ਹੁੰਦੀ ਤੇ 250 ਸਾਲ ਦੇ ਬਾਅਦ ਵੀ ਇਹ ਪ੍ਰੋਫੈਸ਼ਨ ਦਾ ਜ਼ਿੰਦਾ ਰਹਿਣਾ ਔਰ ਦੁਨੀਆ ਦੇ ਮੋਰ ਦੈਨ 80 ਮਮਾਲਕ 80 ਮੁਲਕਾਂ ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਇਸ ਵਕਤ ਦੇ ਤਰੀਕੇ ਇਲਾਜ ਲੋਕ ਅਡਾਪਟ ਕਰ ਰਹੇ ਨੇ ਔਰ ਕਈ ਮੁਲਕਾਂ ਦੇ ਵਿੱਚ ਤੇ ਸਰਕਾਰੀ ਤੌਰ ਦੇ ਉੱਤੇ ਇਹ ਇਲਾਜ ਅਡਾਪਟ ਹੋਇਆ ਹੈ। ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇਹ ਸਰਕਾਰੀ ਤੌਰ ਦੇ ਉੱਤੇ ਅਡਾਪਟ ਹੈ, ਪੰਜਾਬ ਦੇ ਵਿੱਚ ਵੀ ਅਡਾਪਟ ਹੈ, ਦੂਸਰੇ ਸੂਬਿਆਂ ਦੇ ਵਿੱਚ ਵੀ ਅਡਾਪਟ ਹੈ। ਬਕਾਇਦਾ ਗਵਰਨਮੈਂਟ ਆਫ ਪੰਜਾਬ ਵੀ ਇਹਨੂੰ ਕੇਟਰ ਕਰਦੀ ਹੈ, ਗਵਰਨਮੈਂਟ ਆਫ ਪਾਕਿਸਤਾਨ ਵੀ ਇਹਨੂੰ ਕੇਟਰ ਕਰਦੀ ਹੈ। ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਕੁਝ ਲੋਕਾਂ ਦਾ ਜਿਹੜਾ ਮੰਨਣਾ ਹੈ ਉਹ ਇਹ ਵੇ ਕਿ ਜਿਹੜਾ ਹੋਮਿਓਪੈਥਿਕ ਦਾ ਇਲਾਜ ਹੈ ਇਹ ਬੜਾ ਸੁਸਤ ਹੈ ਤੇ ਐਮਰਜੈਂਸੀ ਦੇ ਵਿੱਚ ਇਹ ਛੇਤੀ ਕੰਮ ਨਹੀਂ ਕਰਦਾ, ਇਫੈਕਟ ਨਹੀਂ ਕਰਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੁਨਿਆਦੀ ਤੌਰ ਤੇ ਸਵਾਲ ਦੀ ਹੱਦ ਤੱਕ ਜਾਂ ਵੌਇਸ ਕੁਐਸਚਨ ਦੀ ਹੱਦ ਤੱਕ ਤੇ ਕਿਹਾ ਜਾ ਸਕਦਾ ਹੈ ਕਿ ਇਹਨੂੰ ਕਿ ਜੀ ਐਸੀ ਗੱਲ ਹਰਗਿਜ਼ ਨਹੀਂ ਹੈ। ਬੁਨਿਆਦ ਇਹ ਵੇ ਕਿ ਤੁਸੀਂ ਤੁਹਾਡਾ ਮੁਆਲਿਜ ਕੌਣ ਹੈ? ਕਿਆ ਉਹ ਸਮਝ ਰਿਹਾ ਹੈ ਕਿ ਮੈਂ ਜਿਸ ਮਰਜ਼ ਨੂੰ ਦੇਖ ਰਿਹਾ, ਮੈਂ ਜਿਸ ਮਰੀਜ਼ ਨੂੰ ਦੇਖ ਰਿਹਾ, ਮੈਂ ਜਿਨ ਅਲਾਮਾਤ ਨੂੰ ਸੁਣ ਰਿਹਾ, ਇਹ ਪ੍ਰੋਬਲਮ ਕੀ ਹੈ? ਅਗਰ ਤੇ ਉਹਦੀ ਐਗਜ਼ੈਕਟ ਤਸ਼ਖੀਸ ਦਰੁਸਤ ਹੈ ਤੇ ਉਹਦੀ ਦਵਾ ਦੀ ਤਜਵੀਜ਼ ਦਰੁਸਤ ਹੈ ਤੇ ਸਿਰਫ 1 ਡੋਜ਼ ਚਾਹੀਦੀ ਹੈ, ਜਿਸ ਤਰ੍ਹਾਂ ਇੱਕ ਇੰਜੈਕਸ਼ਨ ਦੀ ਡੋਜ਼ ਲੱਗਦੀ ਹੈ ਤੇ ਰਿਜ਼ਲਟ ਆ ਜਾਂਦਾ ਹੈ। ਔਰ ਅਗਰ ਤਸ਼ਖੀਸ ਵੀ ਗਲਤ ਹੈ, ਤਜਵੀਜ਼ ਵੀ ਗਲਤ ਹੈ, ਫਿਰ 2 ਮਹੀਨੇ ਲੱਗੇ ਔਰ ਫਿਰ ਆਰਾਮ ਤੇ ਨਹੀਂ ਆਏਗਾ। ਬਿਲਕੁਲ ਠੀਕ। ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਗਵਰਨਮੈਂਟ ਆਫ ਪੰਜਾਬ ਜਿਹੜੀ ਉਹ ਕਾਫੀ ਕੰਮ ਕਰ ਰਹੀ ਹੈ ਇਹਦੇ ਤੇ, ਗਵਰਨਮੈਂਟ ਆਫ ਪਾਕਿਸਤਾਨ ਵੀ ਉਹਦੇ 'ਚ ਇਨਵੋਲਵ ਹੈਗੀ ਹੈ। ਥੋੜ੍ਹੇ ਜਿਹੇ ਅਦਾਰਿਆਂ ਬਾਰੇ ਅਗਰ ਤੁਸੀਂ ਸਾਡੇ ਵੇਖਣ ਵਾਲਿਆਂ ਨੂੰ ਦੱਸ ਸਕੋ ਕਿ ਕਿਹੜਾ ਇੱਕ ਅਦਾਰਾ ਜਿਹਦੇ ਅੰਡਰ ਆਉਂਦਾ ਔਰ ਇਸ ਤੋਂ ਇਲਾਵਾ ਗਵਰਨਮੈਂਟ ਜਿਹੜਾ ਸੈਕਟਰ ਹੈ ਉਹ ਕਿਸ ਤਰ੍ਹਾਂ ਇਹਨੂੰ ਫੈਲਾਉਣ ਵਾਸਤੇ ਜਾਂ ਪੜ੍ਹਾਉਣ ਵਾਸਤੇ ਔਰ ਨਵੇਂ ਡਾਕਟਰ ਪੈਦਾ ਕਰਨ ਵਾਸਤੇ ਕੰਮ ਕਰ ਰਿਹਾ? ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਬੁਨਿਆਦੀ ਤੌਰ ਤੇ
UAH ਯੂਨਾਨੀ ਆਯੁਰਵੈਦਿਕ ਐਂਡ ਹੋਮਿਓਪੈਥਿਕ ਐਕਟ ਅੱਛਾ ਜਿਹੜਾ 1965 ਦੇ ਵਿੱਚ ਬਕਾਇਦਾ ਉਹ ਰਾਇਜ ਹੋਇਆ। ਹੂੰ ਉਹ ਰਾਇਜ ਹੋਣ ਦੇ ਬਾਅਦ ਉਸ ਐਕਟ ਦੇ ਤਹਿਤ ਹੋਮਿਓਪੈਥਿਕ ਮੈਡੀਕਲ ਕਾਲਜਸ ਪਾਕਿਸਤਾਨ ਚ ਗਵਰਨਮੈਂਟ ਆਫ ਪਾਕਿਸਤਾਨ ਨੇ ਰਿਕਗਨਾਈਜ਼ ਕੀਤੇ, ਹੂੰ ਜਿਹਨੂੰ ਫੈਡਰਲ ਗਵਰਨਮੈਂਟ ਰਿਕਗਨਾਈਜ਼ ਕਰ ਰਹੀ ਸੀ। ਠੀਕ ਹੈ। ਔਰ ਉਹ ਫੈਡਰਲ ਗਵਰਨਮੈਂਟ ਜਦੋਂ ਰਿਕਗਨਾਈਜ਼ ਕੀਤੀ ਤਾਂ ਉਸ ਜ਼ਮਾਨੇ ਦੇ ਵਿੱਚ ਇੱਕ ਬੋਰਡ ਤਸ਼ਕੀਲ ਦਿੱਤਾ ਗਿਆ ਹੂੰ ਜਿਹੜਾ ਇਹਨਾਂ ਕਾਲਜਸ ਨੂੰ ਰੈਗੂਲੇਟ ਕਰਦਾ ਸੀ। ਅੱਛਾ ਫਿਰ 80s ਦੇ ਵਿੱਚ ਆ ਕੇ ਇਹ ਜਿਹੜਾ ਬੋਰਡ ਸੀ ਇਹ ਨੈਸ਼ਨਲ ਕਾਉਂਸਲ ਫਾਰ ਹੋਮਿਓਪੈਥੀ ਚ ਕਨਵਰਟ ਹੋ ਗਿਆ। ਠੀਕ ਹੈ। ਫਿਰ ਨੈਸ਼ਨਲ ਕਾਉਂਸਲ ਫਾਰ ਹੋਮਿਓਪੈਥੀ ਜਿਹੜੀ ਹੈ ਉਹ ਗਵਰਨਮੈਂਟ ਦਾ ਇੱਕ ਬਾਖਤਿਆਰ ਇਦਾਰਾ ਹੈ ਜਿਹੜਾ ਕਿ ਹੋਮਿਓਪੈਥਿਕ ਤਾਲੀਮ و ਤਰਬੀਅਤ ਨੂੰ ਰੈਗੂਲੇਟ ਕਰਦਾ, ਅੱਛਾ ਹੋਮਿਓਪੈਥਿਕ ਮੈਡੀਕਲ ਕਾਲਜਸ ਨੂੰ ਰੈਗੂਲੇਟ ਕਰਦਾ। ਹੋਮਿਓਪੈਥਿਕ ਡਾਕਟਰ ਜਿਹੜੇ ਕਾਲਜਸ ਤੋਂ ਬਣ ਕੇ ਨਿਕਲਦੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ, ਉਹਨਾਂ ਦੀ ਪ੍ਰੈਕਟਿਸ ਨੂੰ ਰੈਗੂਲੇਟ ਕਰਦਾ। ਯਾਨੀ ਇਹਨੂੰ ਅਸੀਂ HEC ਦੀ ਤਰ੍ਹਾਂ ਹੀ ਵੇਖ ਸਕਨੇ ਹਾਂ, ਜਿਵੇਂ HEC ਹਾਇਰ ਐਜੂਕੇਸ਼ਨ ਕਮਿਸ਼ਨ ਕੰਮ ਕਰਦਾ ਹੈ ਔਰ ਉਹ ਰੈਗੂਲੇਟ ਕਰਦਾ ਚੀਜ਼ਾਂ ਨੂੰ ਔਰ ਵੇਖਦਾ ਕਿ ਸਿਲੇਬਸ ਕੀ ਬਣਦਾ ਪਿਆ ਔਰ ਬਾਕੀ ਨਿਜ਼ਾਮ ਤਾਲੀਮ ਕਿਸ ਤਰ੍ਹਾਂ ਚੱਲਦਾ ਪਿਆ। ਉਸੇ ਤਰ੍ਹਾਂ ਹੋਮਿਓਪੈਥੀ ਦਾ ਜਿਹੜਾ ਵੀ ਸਿਲੇਬਸ ਹੈ ਜਾਂ ਉਹਦੇ ਨਾਲ ਇਦਾਰੇ ਜਿਹੜੇ ਮੁਨਸਲਿਕ ਨੇ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਦੀ ਜਿਹੜੀ ਤਾਲੀਮ و ਤਰਬੀਅਤ ਹੈ ਉਹਦਾ ਜਿਹੜਾ ਮਜਾਜ਼ ਇਦਾਰਾ ਹੈ ਹਕੂਮਤ ਪਾਕਿਸਤਾਨ ਦੀ ਤਰਫੋਂ ਉਹ ਕੌਮੀ ਕੌਂਸਲ ਹੈ ਹੋਮਿਓਪੈਥੀ ਹੈ। ਐਲੋਪੈਥੀ ਜਿਹੜਾ ਹੈ ਉਹ ਕਾਫੀ ਜ਼ਿਆਦਾ ਤਰੀਕਾ ਇਲਾਜ ਇਸਤੇਮਾਲ ਹੁੰਦਾ ਦੁਨੀਆ ਸਾਰੀ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਵੀ ਉਹਦੇ ਤੇ ਕਾਫੀ ਕੰਮ ਹੋ ਰਿਹਾ। ਸਾਡੇ ਜਿਹੜੇ ਡਾਕਟਰ ਬਣਦੇ ਨੇ ਮੈਡੀਕਲ ਕਾਲਜ ਦੇ ਜ਼ਰੀਏ PMDC ਵਰਗਾ ਸਾਡੇ ਕੋਲ ਅਦਾਰਾ ਪਾਕਿਸਤਾਨ ਮੈਡੀਕਲ ਐਂਡ ਡੈਂਟਲ ਕਾਉਂਸਲ, ਉਹ ਬੜੇ ਅੱਛੇ ਤਰੀਕੇ ਨਾਲ ਚੀਜ਼ਾਂ ਨੂੰ ਵੇਖਦਾ ਔਰ ਇੰਟਰਨੈਸ਼ਨਲ ਸਟੈਂਡਰਡ ਦੇ ਡਾਕਟਰ ਅਸੀਂ ਪ੍ਰੋਡਿਊਸ ਕਰਨੇ ਔਰ ਫਿਰ ਉਹ ਦੁਨੀਆ ਸਾਰੀ 'ਚ ਜਾ ਕੇ ਪਾਕਿਸਤਾਨ ਦਾ ਨਾਂ ਰੋਸ਼ਨ ਕਰਦੇ ਨੇ। ਅਗਰ ਐਲੋਪੈਥੀ ਦੀ ਗੱਲ ਕਰੀਏ ਤੇ ਤੁਸੀਂ ਜ਼ਾਤੀ ਤੌਰ ਤੇ ਕੀ ਸਮਝਦੇ ਹੋ ਕਿ ਕਿਸ ਤਰ੍ਹਾਂ ਇਹਦਾ ਪਸਾਰ ਕਿਵੇਂ ਹੋ ਸਕਦਾ, ਖਿਲਾਰ ਕਿਵੇਂ ਹੋ ਸਕਦਾ ਮੁਲਕ ਸਾਰੇ ਵਿੱਚ ਔਰ ਸਾਡੇ ਜਿਹੜੇ ਡਾਕਟਰ ਨੇ ਉਹ ਬਾਹਰ ਵੀ ਜਾ ਕੇ ਸਰਵ ਕਰਨ, ਪਾਕਿਸਤਾਨ ਦੇ ਵਿੱਚ ਵੀ ਸਰਵ ਕਰਨ ਔਰ ਇਸ ਤਰੀਕਾ ਇਲਾਜ ਨੂੰ ਵੀ ਅਡਾਪਟ ਕੀਤਾ ਜਾਏ? ਬਹੁਤ ਅੱਛਾ ਕੁਐਸਚਨ ਹੈ ਜੀ ਔਰ ਮੈਂ ਦਾ ਪਰਸਨਲ ਵਿਟਨੈਸ ਵੀ ਹਾਂ। ਜਿਸ ਤਰ੍ਹਾਂ ਤੁਸੀਂ PMDC ਦੀ ਮਿਸਾਲ ਦਿੱਤੀ ਹੈ ਨਾ ਜੀ, ਇਸ ਤਰ੍ਹਾਂ NCH ਨੈਸ਼ਨਲ ਕਾਉਂਸਲ ਫਾਰ ਹੋਮਿਓਪੈਥੀ, ਇਹ ਦੋਨੋਂ ਪੈਰਲਲ ਇਦਾਰੇ ਨੇ। ਠੀਕ ਹੈ। ਉਹ ਹੋਮਿਓਪੈਥਿਕ ਰੈਗੂਲੇਟ ਕਰਦਾ ਹੈ, ਉਹ PMDC ਪਾਕਿਸਤਾਨ ਮੈਡੀਕਲ ਐਂਡ ਡੈਂਟਲ यानी कि एलोपैथिक सिस्टम और डेंटल ट्रीटमेंट को रेगुलेट करती है और मेडिकल कॉलेज रेगुलेट करती है, डेंटल कॉलेज रेगुलेट करती है। ਜਿਹੜੇ ਹੋਮਿਓਪੈਥਿਕ ਡਾਕਟਰ ਕੁਆਲੀਫਾਈ ਕਰਕੇ ਪਾਕਿਸਤਾਨ 'ਚ ਪ੍ਰੈਕਟਿਸ ਕਰਦੇ ਨੇ, ਮੈਂ ਪਰਸਨਲੀ ਬਹੁਤ ਸਾਰੇ ਡਾਕਟਰਸ ਨੂੰ ਜਾਣਦਾ ਜਿਹੜੇ ਪਾਕਿਸਤਾਨ ਤੋਂ ਕੁਆਲੀਫਾਈਡ ਨੇ, ਬਲਕਿ ਮੈਂ ਬਹੁਤ ਸਾਰੇ ਐਸੇ ਡਾਕਟਰਸ ਵੀ ਜਾਣਦਾ ਜਿਹੜੇ ਕਿ ਗੈਰ ਮੁਲਕੀ ਨੇ, ਸ੍ਰੀਲੰਕਨ, ਸਿੰਗਾਪੁਰੀਅਨ, ਮਲਾਈਸ਼ੀਅਨ, ਜਿਹੜੇ ਪਾਕਿਸਤਾਨ ਤੋਂ ਪੜ੍ਹ ਕੇ ਗਏ ਨੇ ਔਰ ਉੱਥੇ ਜਾ ਕੇ ਵਾਪਸ ਹੋਮਿਓਪੈਥੀ ਦੀ ਪ੍ਰੈਕਟਿਸ ਆਪਣੇ ਮੁਲਕ 'ਚ ਕਰ ਰਹੇ ਨੇ। ਅੱਛਾ, ਕਿਉਂਕਿ ਮੈਂ ਇੱਕ ਮੈਨੂਫੈਕਚਰਿੰਗ ਇੰਡਸਟਰੀ ਦੇ ਨਾਲ ਵਾਬਸਤਾ ਹਾਂ, ਕਿਉਂਕਿ ਮੈਂ ਐਕਸਪੋਰਟ ਵੀ ਕਰਦਾ। ਠੀਕ ਹੈ। ਔਰ ਮੈਨੂੰ ਉਹਦੇ ਹਵਾਲੇ ਦੇ ਨਾਲ ਬਹੁਤ ਸਾਰੇ ਕੰਟਰੀਜ਼ 'ਚ ਇਤਫਾਕ ਹੁੰਦਾ। ਮੈਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਉੱਥੇ ਪਾਕਿਸਤਾਨੀ ਕੁਆਲੀਫਾਈਡ ਪ੍ਰੈਕਟੀਸ਼ਨਰ ਹੋਮਿਓਪੈਥੀ ਦੀ ਪ੍ਰੈਕਟਿਸ ਕਰ ਰਿਹਾ ਔਰ ਉਹ ਗਵਰਨਮੈਂਟ ਉੱਥੇ ਦੀ ਉਹਨੂੰ ਐਕਸੈਪਟ ਵੀ ਕਰ ਰਹੀ ਹੈ। ਅੱਛਾ, ਇਹ ਸਾਡੇ ਵਾਸਤੇ ਇੱਕ ਜ਼ਿਆਦਾ ਖੁਸ਼ੀ, ਯਾਨੀ ਲਾਇਸੈਂਸ ਵਗੈਰਾ ਉਹ ਸਾਰਾ ਸਿਲਸਿਲਾ ਦੇ ਕੇ ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਜੀ। ਠੀਕ। ਵਧੀਆ। ਔਰ ਡਿਗਰੀ ਜਦੋਂ ਹੋ ਜਾਏਗੀ ਤੇ ਸਾਡੇ ਵਾਸਤੇ ਹੋਰ ਇੱਕ ਜ਼ਿਆਦਾ, ਤੁਸੀਂ ਕਹਿੰਦੇ ਨਾ ਕਿ ਇਹਦਾ ਕਿਸ ਤਰ੍ਹਾਂ ਫੈਲਾਅ ਹੋਏਗਾ, ਡਿਗਰੀ ਹੋਏਗੀ ਤੇ ਅਲਟੀਮੇਟਲੀ ਉਹਦੀ ਰਿਕਗਨੀਸ਼ਨ ਹੋਰ ਜ਼ਿਆਦਾ ਬਿਹਤਰ ਹੋ ਜਾਏਗੀ ਕਿਉਂਕਿ ਉਹ ਡਿਗਰੀ ਸਾਡੀ HEC ਰਿਕਗਨਾਈਜ਼ ਕਰੇਗੀ। ਜਦੋਂ HEC ਰਿਕਗਨਾਈਜ਼ ਕਰੇਗੀ ਤਾਂ ਉਹਦਾ ਫੈਲਾਅ ਆਟੋਮੈਟਿਕਲੀ ਇੰਟਰਨੈਸ਼ਨਲੀ ਹੋ ਜਾਏਗਾ, ਅਥੈਂਟਿਸਿਟੀ ਵੱਧ ਜਾਏਗੀ, ਆਥੈਂਟਿਸਿਟੀ ਵੱਧ ਜਾਏਗੀ। ਸਹੀ। ਅੱਛਾ, ਹੁਣ ਫਿਰ ਮੈਂ ਇੱਕ ਆਵਾਮ ਦੇ ਸਵਾਲ ਬਣਾ ਰਹੀ ਹਾਂ, ਕਿਉਂਕਿ ਤੁਸੀਂ ਆਪ ਡਾਕਟਰ ਹੋ ਤੇ ਮੇਰਾ ਇਹ ਸਵਾਲ ਹੈ ਕਿ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਜ਼ਿਆਦਾਤਰ ਮਰੀਜ਼ ਕਿਹੜੇ ਮਰਜ਼ ਦੇ ਨੇ? ਜ਼ਿਆਦਾਤਰ ਹੋਮਿਓਪੈਥਿਕ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਤਾਦਾਦ ਹੁੰਦੀ ਜਿਹੜੇ ਕਿ ਕ੍ਰੋਨਿਕ ਮਰੀਜ਼ ਹੁੰਦੇ ਨੇ, ਜਿਹੜੇ ਕਿ ਸਾਲ ਅਰਸਾਂ ਤੋਂ, ਜਿਸ ਤਰ੍ਹਾਂ ਐਗਜ਼ੀਮਾ ਦੇ ਮਰੀਜ਼ ਨੇ, ਸਕਿਨ ਡਿਸਆਰਡਰ ਦੇ, ਗੁਰਦੇ ਦੀ ਪੱਥਰੀ ਦੇ ਮਰੀਜ਼ ਨੇ, ਜੋੜਾਂ ਦੀਆਂ ਦਰਦਾਂ ਦੇ ਮਰੀਜ਼ ਨੇ, ਉਹਦੇ ਬਾਅਦ ਬੱਚਿਆਂ ਦੇ ਡਿਸਆਰਡਰਸ ਨੇ, ਜਿਸ ਤਰ੍ਹਾਂ ਬੱਚਿਆਂ ਦੀ ਬਿਮਾਰੀਆਂ ਦੇ ਬੇਸ਼ੁਮਾਰ ਕਿਸਮ ਦੀ ਬੱਚੇ ਦੀ ਐਸੀ ਡਿਜ਼ੀਜ਼ ਜਿਹੜੀਆਂ ਕਿ ਨਹੀਂ ਕਵਰ ਹੁੰਦੀਆਂ, ਲੇਕਿਨ ਹੋਮਿਓਪੈਥਿਕ ਸਿਸਟਮ ਦੇ ਅੰਦਰ ਆ ਕੇ ਬੱਚਿਆਂ ਦੀ ਡੈਂਟੀਸ਼ਨ ਕੰਪਲੇਨਸ ਨੇ, ਬੱਚੇ ਦੀ ਪੇਟ ਦੀ ਦਰਦ ਦੀ ਮਸਲਾ ਵੇ, ਬੱਚਾ ਜਿਹੜਾ ਉਹ ਬਾਰ-ਬਾਰ ਦੁੱਧ ਪੀਂਦਾ ਹੈ, ਬਾਰ-ਬਾਰ ਉਲਟੀ ਕਰ ਦਿੰਦਾ ਹੈ, ਜਿਹਦੀ ਇਨਫੈਂਟੈਂਸੀ ਹੁੰਦੀ ਬੱਚੇ ਦੀ, ਉਹਦੇ ਵਿੱਚ ਕਾਮਨ ਕੰਪਲੇਨ ਚੱਲ ਰਹੀ ਹੁੰਦੀ ਹੈ ਔਰ ਮਾਵਾਂ ਦਵਾਈਆਂ ਦੇ ਰਹੀਆਂ ਹੁੰਦੀਆਂ ਨੇ ਲੇਕਿਨ ਉਹ ਬੱਚਾ ਨਹੀਂ ਕੰਟਰੋਲ ਹੁੰਦਾ। ਲੇਕਿਨ ਹੋਮਿਓਪੈਥਿਕ ਸਿਸਟਮ ਵਿੱਚ ਜੋ ਹੀ ਆਉਂਦਾ ਉਹ 1-2 ਦਿਨ ਦੇ ਵਿੱਚ ਉਹਦਾ ਰਿਜ਼ਲਟ ਮਿਲ ਜਾਂਦਾ। ਬੱਚੇ ਤੇ ਕੋਈ ਸਾਈਕੋਲੋਜੀਕਲ ਇਫੈਕਟ ਹੋਣਾ ਨਹੀਂ। ਅੱਛਾ, ਯਾਨੀ ਕਿ ਹਰ ਮਰਜ਼ ਤੇ ਹਰ ਤਬਕਾ ਉਮਰ ਦੇ ਜਿਹੜੇ ਲੋਕ ਨੇ ਉਹ ਅੱਜ ਵੀ ਹੋਮਿਓਪੈਥਿਕ ਦਾ ਇਲਾਜ ਕਰਵਾਉਂਦੇ ਨੇ। ਬਿਲਕੁਲ ਕਰਾਉਂਦੇ। ਗੱਲਾਂ ਤੇ ਬਹੁਤ ਸਾਰੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਕਰਨੀਆਂ ਵੀ ਨੇ, ਤੁਹਾਡੇ ਕੋਲ ਬਹੁਤ ਕੁਝ ਸਿੱਖਣਾ ਵੀ ਹੈ, ਲੇਕਿਨ ਇੱਥੇ ਵੇਲੇ ਦੀ ਘਾਟ ਹੈ। ਤੁਸੀਂ ਟਾਈਮ ਕੱਢਿਆ, ਪ੍ਰੋਗਰਾਮ ਵਿੱਚ ਆਏ, ਸਾਨੂੰ ਇਹਨਾਂ ਕੁਝ ਸਿਖਾਇਆ, ਬਹੁਤ ਸ਼ੁਕਰੀਆ। ਇਨਸ਼ਾਅੱਲਾ ਫਿਰ ਕਿਸੇ ਪ੍ਰੋਗਰਾਮ ਵਿੱਚ ਤੁਹਾਨੂੰ ਬੁਲਾਵਾਂਗੇ ਤੇ ਤੁਹਾਡੇ ਕੋਲ ਬਹੁਤ ਕੁਝ ਸਿੱਖਾਂਗੇ ਵੀ ਤੇ ਤੁਹਾਡੇ ਵੇਖਣ ਵਾਲਿਆਂ ਨੂੰ ਵੀ ਦੱਸਾਂਗੇ। ਬਹੁਤ ਸ਼ੁਕਰੀਆ। ਤੇ ਤੁਸੀਂ ਸਾਡੇ ਨਾਲ ਰਹਿਣਾ। ਇੱਥੇ ਵੇਲਾ ਹੋਇਆ ਹੈ ਡਾਕਟਰ ਸਾਹਿਬ ਨੂੰ ਖੁਦਾ ਹਾਫਿਜ਼ ਕਹਿਣ ਦਾ ਤੇ ਨਵੇਂ ਪਰੋਨੇ ਮਿਲਵਾਉਣ ਦਾ। ਬ੍ਰੇਕ ਤੇ ਜਾਣੇ ਤੇ ਬ੍ਰੇਕ ਤੋਂ ਬਾਅਦ ਵਾਪਸ ਆਣੇ ਤੇ ਤੁਹਾਨੂੰ ਨਵੇਂ ਪਰੋਨੇ ਨਾਲ ਮਿਲਵਾਣੇ ਆ।
ਲਓ ਜੀ ਮੁੜ ਕੇ ਵਾਪਸ ਆ ਗਏ ਹਾਂ ਔਰ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ ਮੇਰਾ ਨਾਲ ਹੀ ਉਸਮਾਨ ਬਾਜਵਾ ਹੈ, ਸੋਨੀਆ ਸ਼ੇਖ ਮੇਰੇ ਨਾਲ ਮੌਜੂਦ ਨੇ ਔਰ ਹੋਮਿਓਪੈਥੀ ਦੀ ਗੱਲ ਹੋ ਰਹੀ ਸੀ, ਲੇਕਿਨ ਹੁਣ ਅਸੀਂ ਹੈਲਥ ਸੈਕਟਰ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਹੈਲਥ ਸੈਕਟਰ ਜਿਹੜਾ ਉਹਨੂੰ ਵੇਖਿਆ ਜਾ ਰਿਹਾ ਔਰ ਉਹਨਾਂ ਚੀਜ਼ਾਂ ਨੂੰ ਬਣਾਇਆ ਜਾ ਰਿਹਾ ਔਰ ਇੱਕ ਡਿਵੈਲਪਮੈਂਟ ਦਾ ਤਰੀਕਾਕਾਰ ਚੱਲਦਾ ਪਿਆ। ਸਾਡੇ ਜਿਹੜੇ ਹੁਣ ਮਹਿਮਾਨ ਸਟੂਡੀਓ ਵਿੱਚ ਪਰੌਣੇ ਬੈਠੇ ਹੋਏ ਨੇ, MBBS ਇਹਨਾਂ ਨੇ ਕੀਤਾ ਇੰਗਲੈਂਡ ਤੋਂ, ਸੋਸ਼ਲ ਪੋਲਿਸੀ ਐਂਡ ਪਲਾਨਿੰਗ ਇਨ ਡਿਵੈਲਪਮੈਂਟ ਡਿਵੈਲਪਿੰਗ ਕੰਟਰੀਜ਼, ਡਿਵੈਲਪਡ ਕੰਟਰੀ 'ਚ ਜਾ ਕੇ ਡਿਵੈਲਪਿੰਗ ਕੰਟਰੀਜ਼ ਦੇ ਬਾਰੇ ਪੜ੍ਹਿਆ ਔਰ ਜਾਣਿਆ ਕਿ ਕਿਸ ਤਰ੍ਹਾਂ ਡਿਵੈਲਪਿੰਗ ਕੰਟਰੀਜ਼ ਦੀ ਜਿਹੜੀ ਹੈਲਥ ਹੈ ਉਹਨੂੰ ਇੰਪਰੂਵ ਕੀਤਾ ਜਾ ਸਕਦਾ ਔਰ ਬਿਹਤਰ ਤਰੀਕੇ ਨਾਲ ਚਲਾਇਆ ਜਾ ਸਕਦਾ। ਇਸ ਤੋਂ ਇਲਾਵਾ ਇਹ ਸਿਵਲ ਸਰਵੈਂਟ ਦੇ ਤੌਰ ਤੇ ਸਰਵ ਕਰਦੇ ਰਹੇ ਔਰ ਆਲਾ ਸਤ੍ਹਾ ਤੇ ਇਹਨਾਂ ਦੀ ਬੜੀ ਪਜ਼ੀਰਾਈ ਵੀ ਹੋਈ ਔਰ ਇਸ ਵਕਤ ਮੌਜੂਦਾ ਜਿਹੜਾ ਹੁਣ ਵੇਲਾ ਚੱਲਦਾ ਪਿਆ ਔਰ ਅੱਜ ਦਾ ਸ਼ੋਅ ਚੱਲਦਾ ਪਿਆ, ਇਹਦੇ ਵਿੱਚ ਪੰਜਾਬ ਹੈਲਥ ਕੇਅਰ ਕਮਿਸ਼ਨ ਦੇ CEO ਡਾਕਟਰ ਮੁਹੰਮਦ ਸਾਕਿਬ ਅਜ਼ੀਜ਼ ਸਾਡੇ ਨਾਲ ਮੌਜੂਦ ਨੇ। अस्सलाम वालेकुम सर। हाँ जी, अस्सलाम वालेकुम जी। ਪ੍ਰੋਗਰਾਮ ਵਿੱਚ ਸਾਨੂੰ ਜੀ ਆਇਆਂ ਨੂੰ। बहुत शुक्रिया, मेहरबानी। ਅੱਛਾ ਸਰ, ਕਿਹਦਾ ਲੱਗ ਰਿਹਾ ਕਿ ਪੰਜਾਬ ਦੇ CEO ਤੁਸੀਂ ਹੈਲਥ ਕੇਅਰ ਦੇ ਔਰ ਇੱਕ ਪੰਜਾਬੀ ਸੈੱਟ ਬਣਾਇਆ ਸੀ ਔਰ ਇੱਕ ਪੰਜਾਬੀ ਸ਼ੋਅ ਡਿਜ਼ਾਈਨ ਕੀਤਾ ਜਿੱਥੇ ਅਸੀਂ ਪੰਜਾਬ ਦੀ ਹੈਲਥ ਦੀ ਗੱਲ ਕਰੀਏ, ਵਾਈਬ ਪੰਜਾਬ ਦੀ ਕਿਤੇ ਨਾ ਕਿਤੇ ਆ ਰਹੀ ਹੋਵੇਗੀ। ਨਹੀਂ, ਇਹ ਤੇ ਦੇਖੋ ਇਹ ਜਿਹੜਾ ਸੂਬਾ ਹੈ ਸਾਡਾ ਉਹ ਪੰਜਾਬ ਹੈ ਔਰ ਪੰਜਾਬੀ ਦੇ ਵਿੱਚ ਜਿਹੜਾ ਤੁਸੀਂ ਪ੍ਰੋਗਰਾਮ ਕਰੋਗੇ, ਜੋ ਮੈਸੇਜ ਜਾਏਗਾ ਉਹ ਮੇਰਾ ਖਿਆਲ ਹੈ ਕਿ ਮੈਕਸਿਮਮ ਜਿਹੜੇ ਲੋਕ ਨੇ ਉਹਨਾਂ ਤੱਕ ਪਹੁੰਚੇਗਾ ਔਰ ਆਪਣਾ ਜਿਹੜਾ ਜ਼ੁਬਾਨ ਹੈ, ਆਪਣੀ ਜਿਹੜੀ ਕਲਚਰ ਹੈ, ਉਹ ਤਾਂ ਇਨਸਾਨ ਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਜਿਹੜੀਆਂ ਰੂਟਸ ਨੇ ਉਹਦੀਆਂ ਉਹ ਹਮੇਸ਼ਾ ਆਪਣੇ ਉੱਥੇ ਹੀ ਇਨਸਾਨ ਨੂੰ ਖੜਾ ਹੋਣਾ ਚਾਹੀਦਾ, ਮੁੜ ਕੇ ਵਾਪਸ ਜਾਣਾ ਚਾਹੀਦਾ। ਔਰ ਜਦੋਂ ਇਹ ਪੈਂਡੈਮਿਕ ਅਨਫੋਰਚੂਨੇਟਲੀ ਸ਼ੁਰੂ ਹੋਇਆ ਸੀ ਤੇ ਉਦੋਂ ਗਵਰਨਮੈਂਟ ਆਫ ਪੰਜਾਬ ਨੇ ਪੰਜਾਬੀ ਜ਼ੁਬਾਨ ਔਰ ਪਾਕਿਸਤਾਨ ਦੀਆਂ ਦੀਗਰ ਜ਼ੁਬਾਨਾਂ ਦੇ ਵਿੱਚ ਵੀ ਕੈਂਪੇਨ ਚਲਾਉਣ ਵਾਸਤੇ ਕਾਫੀ ਕੰਮ ਕੀਤਾ ਸੀ। ਉਹਦੇ 'ਚ ਜ਼ਾਹਿਰ ਪੰਜਾਬੀ ਵੀ ਸ਼ਾਮਿਲ ਸੀ ਤਾਂ ਕਿ ਆਮ ਲੋਕਾਈ ਦੀ ਗੱਲ ਉਹਨਾਂ ਦੀ ਜ਼ੁਬਾਨ 'ਚ ਕਰਕੇ ਉਹਨਾਂ ਨੂੰ ਸਮਝਾਈਏ ਤਾਂ ਕਿ ਬਿਹਤਰ ਤਰੀਕੇ ਨਾਲ ਚੀਜ਼ਾਂ ਨੂੰ ਅਸੀਂ ਗ੍ਰੈਬ ਕਰ ਸਕੀਏ। ਜੀ, ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨੇ ਆ। ਸਰ ਮੈਨੂੰ ਇਹ ਦੱਸੋ ਕਿ ਬੇਸਿਕਲੀ ਸਾਡੇ ਵੇਖਣ ਵਾਲਿਆਂ ਨੂੰ ਵੀ ਦੱਸ ਦੇ ਚਲੋ ਜਿਹੜੇ ਬਿਲਕੁਲ ਇੱਕ ਨਈ ਚੀਜ਼ ਤੋਂ ਟਰਮ ਤੋਂ ਰਿਕਗਨਾਈਜ਼ਡ ਹੋ ਰਹੇ ਨੇ ਕਿ ਪੰਜਾਬ ਹੈਲਥ ਕੇਅਰ ਕਮਿਸ਼ਨ ਬੇਸਿਕਲੀ ਹੈ ਕੀ ਤੇ ਇਹਦੇ ਕੀ ਅਗਰਾਜ਼ੋ ਮੁਕਾਸਦ ਨੇ ਤੇ ਇਹ ਕੀ ਇਸ ਟਾਈਮ ਕੰਮ ਕਰ ਰਿਹਾ? ਇਹ ਜੀ ਇੱਕ ਸਟੈਚੂਟਰੀ ਬਾਡੀ ਹੈ, ਜਿਹਦਾ ਮਤਲਬ ਇਹ ਹੈ ਕਿ ਇੱਕ ਕਾਨੂੰਨ ਦੇ ਤਹਿਤ ਇਹ ਬਣਿਆ ਸੀ 2010 ਦੇ ਵਿੱਚ। ਠੀਕ ਹੈ। ਔਰ ਇਹਦਾ ਜਿਹੜਾ ਕੈਰੈਕਟਰ ਹੈ ਉਹ ਆਟੋਨੋਮਸ ਹੈ, ਯਾਨੀ ਇਹਨੂੰ ਕਾਨੂੰਨ ਦੇ ਲਿਹਾਜ਼ ਨਾਲ ਕਾਫੀ ਕੰਮ ਕਰਨ ਦੀ ਆਜ਼ਾਦੀ ਹੈ ਔਰ ਇਹਦਾ ਬੁਨਿਆਦੀ ਜਿਹੜਾ ਮਕਸਦ ਹੈ ਔਰ ਇਹਦਾ ਜਿਹੜਾ ਬੁਨਿਆਦੀ ਆਬਜੈਕਟਿਵ ਹੈ, ਇਹਦਾ ਮੈਂਡੇਟ ਹੈ, ਉਹ ਹੈ ਕਿ ਜੀ ਪੰਜਾਬ ਦੇ ਵਿੱਚ ਜਿਹੜਾ ਸਾਡਾ ਹੈਲਥ ਕੇਅਰ ਹੈ ਉਹਦੇ ਸਟੈਂਡਰਡ ਨੂੰ ਬਿਹਤਰ ਕਰਨਾ, ਹੈਲਥ ਕੇਅਰ ਸਿਸਟਮ ਨੂੰ ਬਿਹਤਰ ਕਰਨਾ ਔਰ ਇਹਦੇ ਇਲਾਵਾ ਜੋ ਸਾਡੇ ਅਤਾਈਅਤ ਹੈ, ਕੁਐਕਰੀ ਹੈ, ਉਹਨੂੰ ਕਾਬੂ ਪਾਣਾ, ਉਹਦੇ ਉੱਤੇ ਕੰਟਰੋਲ ਕਰਨਾ। ਤੇ ਇਹ ਜਿਹੜੇ ਸਾਡਾ ਹੈ ਹੈਲਥ ਜਿਹੜਾ ਸਿਸਟਮ ਹੈ ਉਹਨੂੰ ਬਿਹਤਰ ਕਰਨ ਵਾਸਤੇ ਇੱਕ ਮਿਨੀਮਮ ਸਟੈਂਡਰਡ ਜਿਹੜੇ ਨੇ ਹੈਲਥ ਦੇ ਸਿਹਤ ਦੇ ਬਾਰੇ 'ਚ ਉਹ ਸਟੈਂਡਰਡ ਜਿਹੜੇ ਨੇ ਉਹ ਬਣਾਏ ਗਏ ਨੇ ਔਰ ਉਹ ਸਾਰੇ ਜਿੰਨੇ ਵੀ ਹਸਪਤਾਲ ਨੇ ਸੂਬੇ ਦੇ ਵਿੱਚ, ਚਾਹੇ ਉਹ ਪ੍ਰਾਈਵੇਟ ਹੋਣ ਜਾਂ ਪਬਲਿਕ ਤੇ ਹੋਣ, ਚਾਹੇ ਉਹ ਕੋਈ ਵੱਡਾ ਹਸਪਤਾਲ ਹੈ, ਚਾਹੇ ਉਹ GP ਕਲੀਨਿਕ ਹੈ, ਚਾਹੇ ਉਹ ਹੋਮਿਓਪੈਥਿਕ ਕਲੀਨਿਕ ਹੈ, ਚਾਹੇ ਉਹ ਕਿਸੇ ਹਕੀਮ ਸਾਹਿਬ ਦਾ ਮਤਲਬ ਹੈ, ਜਿੰਨੇ ਵੀ ਹੈਲਥ ਕੇਅਰ ਐਸਟੈਬਲਿਸ਼ਮੈਂਟਸ ਨੇ ਪੰਜਾਬ ਦੇ ਵਿੱਚ, ਉਨ ਤਮਾਮ ਦੇ ਵਿੱਚ ਇਹ ਲਾਗੂ ਹੁੰਦੇ ਨੇ ਸਾਡੇ ਜਿਹੜੇ ਮਿਨੀਮਮ ਸਰਵਿਸ ਡਿਲੀਵਰੀ ਸਟੈਂਡਰਡਸ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਸਾਰਿਆਂ ਨੂੰ ਉਸ ਮਿਨੀਮਮ ਸਟੈਂਡਰਡ ਤੇ ਲੈ ਕੇ ਆਇਆ ਜਾਏ ਤਾਂ ਕਿ ਜਿਹੜੀਆਂ ਹੈਲਥ ਦੇ ਜਿਹੜੀਆਂ ਸਾਡਾ ਓਵਰਆਲ ਸਟੈਂਡਰਡ ਹੈ ਉਹ ਬੈਨ ਅਲ-ਅਕਵਾਮੀ ਤੌਰ ਤੇ ਵੀ ਅਸੀਂ ਉਹਨੂੰ ਅਚੀਵ ਕਰ ਸਕੀਏ। ਤੇ ਡਾਕਟਰ ਸਾਹਿਬ, ਡਿਵੈਲਪਮੈਂਟ ਨੇਸ਼ਨਸ ਜਿਹੜੀਆਂ ਨੇ, ਡਿਵੈਲਪਿੰਗ ਨੇਸ਼ਨਸ ਜਿਹੜੀਆਂ ਨੇ, ਉਹਨਾਂ ਦੇ ਹਵਾਲੇ ਨਾਲ ਤੁਹਾਡਾ ਮੇਜਰ ਸਬਜੈਕਟ ਰਿਹਾ ਔਰ ਉਹਨੂੰ ਤੁਸੀਂ ਜਾਣਿਆ ਔਰ ਸਮਝਿਆ ਕਿ ਇੱਥੋਂ ਦੇ ਮਸਾਇਲ ਹੋਰ ਨੇ, ਉਹਨਾਂ ਦਾ ਤਰੀਕਾ ਹੱਲ ਕਰਨ ਦਾ ਤਰੀਕਾ ਵੀ ਮੁਖਤਲਿਫ ਹੈ ਯਕੀਨੀ ਤੌਰ ਤੇ ਯੂਰਪ ਅਮਰੀਕਾ ਤੋਂ। ਤੇ ਅਗਰ ਪੰਜਾਬ ਦੀ ਹੀ ਗੱਲ ਕਰੀਏ, ਅਗਰ ਅਸੀਂ ਹੈਲਥ ਕੇਅਰ ਦੀ ਗੱਲ ਕਰਨੇ ਆ ਤਾਂ ਕਿਹਾ ਜਾਂਦਾ ਹੈ ਇੱਕ ਅੰਦਾਜ਼ੇ ਦੇ ਮੁਤਾਬਕ ਮੋਰ ਦੈਨ 70% ਆਬਾਦੀ ਜਿਹੜੀ ਸਾਡੀ ਉਹ ਪਿੰਡਾਂ 'ਚ ਰਹਿੰਦੀ ਹੈ, ਦਿਹਾਤਾਂ 'ਚ ਰਹਿੰਦੀ ਹੈ ਔਰ ਉਹਨਾਂ ਦਾ ਕਨੈਕਸ਼ਨ ਮੈਡੀਕਲ ਦੇ ਨਾਲ ਯਾਨੀ ਕਿ ਜਿਹੜੀਆਂ ਸਹੂਲੀਅਤ ਨੇ ਉਹਨਾਂ ਨਾਲ ਥੋੜਾ ਜਿਹਾ ਘੱਟ ਰਹਿੰਦਾ। ਗਵਰਨਮੈਂਟ ਨੇ ਕਿਤੇ ਨਾ ਕਿਤੇ ਸਰਕਾਰੀ ਡਿਸਪੈਂਸਰੀਆਂ ਬਣਾਈਆਂ ਹੁੰਦੀਆਂ ਨੇ ਪਿੰਡਾਂ ਥਾਵਾਂ ਤੇ, ਦੂਰ ਦਰਾਡੇ ਦੇ ਪਿੰਡਾਂ 'ਚ, ਲੇਕਿਨ ਉਹਨਾਂ ਦੀ ਹਾਲਤ ਜ਼ਾਰ ਕੋ ਬਹੁਤ ਜ਼ਿਆਦਾ ਵਧੀਆ ਨਹੀਂ। ਮੇਰੀ ਆਪਣੀ ਅਗਰ ਜ਼ਾਤੀ ਤੌਰ ਤੇ ਪੁੱਛੋ ਤੇ ਮੈਂ ਵਿਜ਼ਿਟ ਕੀਤਾ ਹੋਇਆ, ਵੇਖਿਆ ਹੋਇਆ, ਤੇ ਉੱਥੇ ਜਿਹੜੇ ਡਾਕਟਰ ਸਾਹਿਬ ਬੈਠੇ ਸਨ, ਇੱਕ ਤੇ ਮਾਸ਼ਾਅੱਲਾ ਬਿਜਲੀ ਗਈ ਹੋਈ ਸੀ, ਗਰਮੀ 'ਚ ਬੈਠੇ ਹੋਏ ਸਨ, ਤੇ ਦੂਜਾ ਉਹਨਾਂ ਕੋਲ 2 ਸ਼ਰਬਤ ਸਨ ਖੰਘ ਦੇ, ਇੱਕ ਲਾਲ ਰੰਗ ਦਾ ਸੀ, ਇੱਕ ਹਰੇ ਰੰਗ ਦਾ ਸੀ ਔਰ ਕੋਈ ਇੱਕ ਅੱਧਾ ਟੀਕਾ, 2-3 ਗੋਲੀਆਂ ਸਨ। ਤੇ ਜਿਹੜਾ ਵੀ ਕੋਈ ਮਰੀਜ਼ ਆ ਰਿਹਾ ਸੀ, ਬਸ ਸਭ ਦਾ ਤਰੀਕਾ ਇਲਾਜ ਉਹਨਾਂ ਕੋਲ ਉਹੀ ਸੀ ਕਿ ਬਸ ਇਹ ਦਵੋ, ਇਹ ਖੱਟਾ ਜਿਹਾ ਸ਼ਰਬਤ ਪੀ ਲਓ ਔਰ ਦੀ ਐਂਡ। ਔਰ ਫਿਰ ਕਿਤੇ ਨਾ ਕਿਤੇ ਚੈੱਕ ਐਂਡ ਬੈਲੈਂਸ ਥੋੜਾ ਜਿਹਾ ਘੱਟ ਸੀ ਉੱਥੇ ਐਜ਼ ਫਾਰ ਐਜ਼ ਦ ਡਾਕਟਰ ਐਂਡ ਕੰਪਾਊਂਡਰ ਇਜ਼ ਕੰਸਰਨ, ਕਿ ਕੰਪਾਊਂਡਰ ਬਹਿ ਕੇ ਕਹਿ ਰਿਹਾ ਕਿ ਡਾਕਟਰ ਸਾਹਿਬ ਆ ਜਾਣਗੇ, ਤੁਸੀਂ ਇਹ ਦਵਾਈ ਲੈ ਲਓ।
ਸੋ ਇਹ ਸਾਰੀਆਂ ਚੀਜ਼ਾਂ ਨੂੰ ਰੈਗੂਲੇਟ ਕਰਨ ਵਾਸਤੇ ਜਿਹੜੀ ਇਹ ਕਮਿਸ਼ਨ ਤੁਹਾਡੀ ਕੀ ਕਰਦੀ ਹੈ ਪਈ ਔਰ ਕਿਸ ਤਰ੍ਹਾਂ ਇਹਨਾਂ ਨੂੰ ਬਿਹਤਰ ਤਰੀਕੇ ਨਾਲ ਚਲਾਇਆ ਜਾ ਸਕਦਾ? ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਹਾਲਾਤ ਜਿਹੜੇ ਸੀ ਉਹ ਤਕਰੀਬਨ ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਦੱਸਦੇ ਪਏ ਹੋ। ਤੇ 2010 ਦੇ ਵਿੱਚ ਇਹ ਜ਼ਰੂਰਤ ਮਹਿਸੂਸ ਹੋਈ ਕਿ ਕੋਈ ਐਸਾ ਰੈਗੂਲੇਟਰੀ ਮਹਿਕਮਾ ਜਾਂ ਬਾਡੀ ਹੋਣੀ ਚਾਹੀਦੀ ਹੈ ਜੋ ਹਸਪੀਟਲਸ ਦੇ ਉੱਥੇ ਜਿਹੜੇ ਕੰਮ ਕਰਦੇ ਪਏ ਨੇ ਉਹਨਾਂ ਨੂੰ ਰੈਗੂਲੇਟ ਕਰੇ। ਵੈਸੇ ਤੇ ਸਾਡਾ ਜਿਹੜਾ ਮਹਿਕਮਾ ਸਿਹਤ ਹੈ ਉਹ ਸਰਵਿਸ ਡਿਲੀਵਰੀ ਜਿਹੜਾ ਹੈ ਉਹ ਮਹਿਕਮਾ ਸਿਹਤ ਕਰਦਾ ਹੈ। ਅੱਛਾ। ਲੇਕਿਨ ਜਿਹੜੇ ਹਸਪਤਾਲ ਨੇ, ਪ੍ਰਾਈਵੇਟ ਹਸਪਤਾਲ ਜਿਹੜੇ ਨੇ, ਉਹ ਇਹ ਤੋਂ ਪਹਿਲੇ ਕਿਸੇ ਦੇ ਵੀ ਕੰਟਰੋਲ ਵਿੱਚ ਨਹੀਂ ਸੀ। ਯਾਨੀ 2010 ਤੋਂ ਪਹਿਲੇ ਕੋਈ ਐਸੀ ਬਾਡੀ ਨਹੀਂ ਸੀ ਪੰਜਾਬ ਦੇ ਵਿੱਚ ਅੱਛਾ ਜੋ ਪ੍ਰਾਈਵੇਟ ਹਸਪੀਟਲਸ ਨੂੰ ਰੈਗੂਲੇਟ ਕਰੇ ਜੀ। ਠੀਕ ਹੈ। ਤਾਂ ਇੱਕ ਕੇਸ ਹੋਇਆ ਸੀ ਇਤਫਾਕ ਦੇ ਨਾਲ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ 2010 ਦੇ ਵਿੱਚ, ਜਿਹਦੀ ਸੂ ਮੋਟੋ ਨੋਟਿਸ ਲਿਆ ਸੁਪਰੀਮ ਕੋਰਟ ਨੇ ਉਸ ਵੇਲੇ, ਔਰ ਉਸ ਵੇਲੇ ਪਤਾ ਚੱਲਿਆ ਕਿ ਜੀ ਐਸੀ ਤਾਂ ਰੈਗੂਲੇਟਰੀ ਬਾਡੀ ਕੋਈ ਨਹੀਂ ਹੈਗੀ ਪੂਰੇ ਪਾਕਿਸਤਾਨ ਦੇ ਵਿੱਚ। ਅੱਛਾ। तो वो फिर उन्होंने हदायत दे विच फिर उस वे दी गवर्नमेंट ने कानून पास किया और रेगूलेटरी बनया, कमीशन बनया। और इस वे पंजाब का जोड़ा कमीशन है वो बनया सब तो पहले। उसके बाद फिर सिंध का और KP का और बलोचिस्तान का भी जोड़ा है एक्ट पास हो गया है, और इस्लामाबाद का भी। लेकिन सब तो ज़्यादा जोड़ा काम किया है और जो लीड लै रहा है इस वे वो पंजाब हेल्थ केयर कमीशन है जी इस वे। और तकरीबन 80,000 असी जो सेंसस करवाया 2015-16 विच, तो पता चला जी कि पंजाब दे विच तकरीबन 80,000 हैं हेल्थ केयर एस्टैबलिशमेंट्स। अच्छा। तो उन्होंने पहले तो सब तो बड़ा जोड़ा काम सी और जो टास्क सी वो तो ये सी कि इन्हां दी सब दी रजिस्ट्रेशन करवाई जाए। अच्छा। तो यानी वो डेटाबेस ही कोई नहीं सी बनया? कोई डेटाबेस नहीं सी उधर पहले जी। तो पहली बारी जो सेंसस करके तो डेटाबेस जो सी उन्होंने बनाया गया। ठीक है। और इस वेले मैं ये कह सकदा बड़े यकीन दे नाल कि वो ਜਿਹੜੀ 80,000 ਜਿਹੜੇ ਅਸੀਂ ਸੈਂਸਸ ਕੀਤਾ ਸੀ ਉਹਦੇ ਚ ਮੋਰ ਦੈਨ 80% ਯਾਨੀ 85% ਦਾ ਅਸੀਂ ਰਜਿਸਟ੍ਰੇਸ਼ਨ ਜਿਹੜੇ ਉਹ ਕਰ ਚੁੱਕੇ ਹਾਂ ਜੀ ਇਸ ਵੇਲੇ। ਜੋ ਮੈਂ ਸਮਝਦਾ ਕਿ ਪਿਛਲੇ ਯਾਨੀ 5-6 ਸਾਲਾਂ ਦੇ ਵਿੱਚ ਜਿਹੜੀ ਇਹ ਇੰਨੀ ਵੱਡੀ ਕਾਰਕਰਦਗੀ ਜਿਹੜੀ ਹੈ ਉਹ ਸ਼ਾਇਦ ਕਿਸੇ ਹੋਰ ਹੈਲਥ ਕੇਅਰ ਕਮਿਸ਼ਨ ਨੇ ਨਹੀਂ ਕੀਤੀ ਹੈ। ਅੱਛਾ। ਔਰ ਫਿਰ ਰਜਿਸਟ੍ਰੇਸ਼ਨ ਜਿਹੜਾ ਹੈ ਉਹ ਪਹਿਲਾ ਸਟੈਪ ਹੈ। ਉਹਦੇ ਬਾਅਦ ਫਿਰ ਅਸੀਂ ਇਹਨਾਂ ਦੋ ਲਾਇਸੈਂਸ ਦਿੰਦੇ ਹਾਂ ਆਪਣੇ ਜਿਹੜੇ ਸਾਡੇ ਸਰਵਿਸ ਡਿਲੀਵਰੀ ਸਟੈਂਡਰਡਸ ਨੇ ਉਹ ਅਸੀਂ ਇਹਨਾਂ ਨਾਲ ਸ਼ੇਅਰ ਕਰਦੇ ਹਾਂ। ਸਾਡੀ ਟੀਮਾਂ ਜਾ ਕੇ ਇਹਨਾਂ ਨੂੰ ਵਿਜ਼ਿਟ ਕਰਦੀਆਂ ਨੇ ਔਰ ਉਹਦੇ ਬਾਅਦ ਫਿਰ ਇਹ ਅਸੀਂ ਇਹਨਾਂ ਨੂੰ ਲਾਇਸੈਂਸ ਦਿੰਦੇ ਹਾਂ ਜੀ। ਤੇ ਇਸ ਵੇਲੇ ਤਕਰੀਬਨ 45,000 ਅਸੀਂ ਲਾਇਸੈਂਸ ਜਿਹੜੇ ਨੇ ਜਿਹਨੂੰ ਅਸੀਂ ਕਹਿੰਦੇ ਪ੍ਰੋਵੀਜ਼ਨਲ ਲਾਇਸੈਂਸ ਉਹ ਅਸੀਂ ਇਸ਼ੂ ਕਰ ਚੁੱਕੇ ਹਾਂ। ਔਰ ਤਕਰੀਬਨ 9,500 ਦੇ ਕਰੀਬ ਜਿਹੜੇ ਨੇ ਰੈਗੂਲਰ ਲਾਇਸੈਂਸ ਅਸੀਂ ਇਸ਼ੂ ਕੀਤੇ ਨੇ ਜੀ। ਸਹੀ। ਦੈਟਸ ਅ ਬਿਗ ਅਚੀਵਮੈਂਟ। ਤੇ ਇਹ ਬਹੁਤ ਵੱਡੀ ਅਚੀਵਮੈਂਟ ਹੈ। ਬਿਲਕੁਲ ਸਹੀ। ਲੇਕਿਨ ਇਹਦੇ ਨਾਲ ਇੱਕ ਹੋਰ ਚੀਜ਼ ਵੀ ਹੈ ਜੋ ਆਮ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਕਿ ਜੋ ਅਸੀਂ ਕੰਮ ਕਰਦੇ ਹਾਂ ਜੀ। अच्छा। वो ये है कि किसी भी हॉस्पिटल के खिलाफ अगर कोई कंप्लेंट है हाँ जी, या किसी डॉक्टर के खिलाफ या किसी हकीम के खिलाफ जी किसी भी किस्म की कोई कंप्लेंट है वो कंप्लेंट जी है वो साढ़े कोल दायर होंदी है। यानी होर ये जड़ा कानून है ये कहता है कि जी बाकी किसी भी जगह पे कोई अदारा या कोई अदालत या कोई महकमा ਉਹਦਾ ਕੋਗਨੀਜੈਂਸ ਨਹੀਂ ਲਏਗਾ ਸਿਵਾਏ ਹੈਲਥ ਕੇਅਰ ਕਮਿਸ਼ਨ ਦੇ। ਤੇ ਜੇ ਤੁਸੀਂ ਕਿਤੇ ਜਾਓ ਤੁਹਾਨੂੰ ਲੱਗਦਾ ਹੈ ਕਿ ਜੀ ਤੁਹਾਨੂੰ ਕੋਈ ਨੈਗਲੀਜੈਂਸ ਹੈ ਕਿਤੇ ਜਾਂ ਮੈਲ ਐਡਮਿਨਿਸਟ੍ਰੇਸ਼ਨ ਹੋਈ ਹੈ ਕਿਤੇ ਹਸਪੀਟਲ ਦੇ ਵਿੱਚ, ਤੁਹਾਡੇ ਮਰੀਜ਼ ਦੇ ਨਾਲ ਉਹਨਾਂ ਨੇ ਲਾਪਰਵਾਹੀ ਕੀਤੀ ਹੈ, अच्छा ਤੇ ਤੁਸੀਂ ਉਹਦੀ ਸ਼ਿਕਾਇਤ ਜਿਹੜੀ ਹੈ ਉਹ ਸਾਡੇ ਕੋਲ ਕਰ ਸਕਦੇ ਹੋ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਇਨਸ਼ਾਅੱਲਾ ਫਿਰ ਕਿਸੇ ਪ੍ਰੋਗਰਾਮ ਵਿੱਚ ਤੁਹਾਨੂੰ ਦਾਵਤ ਦੇਵਾਂਗੇ ਤੇ ਤੁਸੀਂ ਜ਼ਰੂਰ ਆਣਾ, ਤੁਹਾਨੂੰ ਜ਼ਹਿਮਤ ਦਿੰਦੇ ਰਹਾਂਗੇ ਅਸੀਂ। ਬਹੁਤ ਸ਼ੁਕਰੀਆ। ਤੇ ਹੁਣ ਜਾਣੇ ਆ ਆਪਣੀ ਬ੍ਰੇਕ ਵੱਲ ਤੇ ਬ੍ਰੇਕ ਤੋਂ ਵਾਪਸ ਆਨੇ ਆ ਤੇ ਮਿਲਵਾਨੇ ਆ ਤੁਹਾਨੂੰ ਨਵੇਂ ਪਰੌਣੇ ਦੇ ਨਾਲ। जी सत बिस्मिल्ला ते जी आयां नूं एक दफ़ा फेर कवांगे पाकिस्तान टेलीविजन लाहौर सेंटर तो। और डॉक्टर साहब साडे नाल मौजूद सन, डॉक्टर मोहम्मद साकिब अजीज साहब। अच्छा हुण साडा अगला सैगमेंट जिहड़ा तुहाडा फेवरेट सैगमेंट है और साडा भी किते ना किते फेवरेट सैगमेंट है सूफी सैगमेंट ਅਸੀਂ ਉਹਨੂੰ ਕਹਿ ਦਿੰਦੇ ਹਾਂ, ਬਲਕਿ ਸੋਨੀਆ ਕੋਲ ਮੈਂ ਸਿੱਖਿਆ ਕਿ ਇਹਨੂੰ ਸੂਫੀ ਸੈਗਮੈਂਟ ਆਖਣਾ ਕਿਉਂਕਿ ਇਹਦੇ ਵਿੱਚ ਅਸੀਂ ਗੱਲਬਾਤ ਸੂਫੀਜ਼ਮ ਦੇ ਹਵਾਲੇ ਨਾਲ ਕਰਦੇ ਹਾਂ ਨਾ। ਤੇ ਇਹ ਸੂਫੀ ਸੈਗਮੈਂਟ ਜਿਹੜਾ ਉਹਨੂੰ ਅਸੀਂ ਸਟਾਰਟ ਕਰਨੇ ਆ ਔਰ ਹਮੇਸ਼ਾ ਦੀ ਤਰ੍ਹਾਂ ਡਾਕਟਰ ਸੁਗਰਾ ਸਦਫ ਸਾਡੇ ਨਾਲ ਆ ਜੁੜੀਆਂ ਨੇ। ਡਾਕਟਰ ਸਾਹਿਬ अस्सलाम वालेकुम। जी बहुत शुक्रिया, वालेकुम सलाम। और सोनिया ने जो सूफी सैगमेंट किया ना बड़ा अच्छा लगा मैंने, इसलिए कि नवी नस्ल जी है तुहाडे वर्गी वो जिद्दतां लैके आंदी है और वो फिर चंगा भी लगता है, क्योंकि वरना असीं कोई राह ते टुरदे रहने आ ते नवे नवे लफ्ज़ नवियां नवियां तो जिहात चंगियां लगदियां ने। बहरहाल
ਤੇ ਹੁਣ ਅਸੀਂ ਆਪਣੀ ਗੱਲ ਕਰਨੇ ਆ ਕਿ ਸਾਡੇ ਜਿਹੜੇ ਮਜ਼ਹਬੀ ਤਿਉਹਾਰ ਨੇ ਉਹ ਕਲਚਰਲ ਤਿਉਹਾਰ ਵੀ ਨੇ, ਸਾਡੇ ਸਕਾਫਤੀ ਤਿਉਹਾਰ ਵੀ ਨੇ। ਇਸ ਲਈ ਕਿ ਤੁਸੀਂ ਵੱਡੀਆਂ ਈਦਾਂ ਤੇ ਸਿਰਫ ਕੁਰਬਾਨੀ ਨਹੀਂ ਕਰਦੇ ਕਿ ਕੁਰਬਾਨੀ ਕੀਤੀ ਗੋਸ਼ਤ ਬਣ ਦਿੱਤਾ, ਤੁਸੀਂ ਉਹਦੇ ਲਈ ਬੜਾ ਇਤਮਾਮ ਕਰਦੇ ਹੋ, ਘਰ ਨੂੰ ਸਜਾਉਂਦੇ ਹੋ, ਔਰ ਅਗਰ ਵਕਤ ਹੋਵੇ ਤੇ ਵਾਈਟ ਵਾਸ਼ ਕਰਦੇ ਹੋ, ਉੱਥੇ ਕੋਈ ਸਜਾਵਟ ਕਰਦੇ ਹੋ, ਕੱਪੜੇ ਸੋਹਣੇ ਲੈਂਦੇ ਹੋ, ਇੱਕ ਖਾਸ ਸਲੀਕੇ ਨਾਲ ਸਾਰਾ ਇੱਕ ਜਿਹੜਾ ਰੂਪ ਅਸੀਂ ਬਦਲਨੇ ਆ ਆਪਣੇ ਘਰਾਂ ਦਾ। ਫਿਰ ਦੋਸਤਾਂ ਨੂੰ ਇਨਵਾਈਟ ਕਰਨਾ, ਰਿਸ਼ਤੇਦਾਰਾਂ ਨੂੰ, ਸਾਰੇ ਭੈਣਾਂ ਭਰਾਵਾਂ ਦਾ ਇਕੱਠਾ ਹੋਣਾ, ਆਪਣੇ ਮਾਪਿਓ ਦੇ ਘਰ ਇੱਕ ਮੇਲਾ ਲੱਗ ਜਾਣਾ, ਮਾਸੀਆਂ ਫੁੱਫੀਆਂ ਸਾਰੇ ਚਾਚੇ ਤਾਏ ਕਜ਼ਨਸ ਦਾ ਮਿਲਣਾ, ਇੱਕ ਮੇਲਾ ਲੱਗ ਜਾਣਾ। ਇਹ ਤੇ ਜ਼ਾਹਿਰ ਹੈ ਸਾਨੂੰ ਇੱਕ ਕਲਚਰਲ ਲੈ ਕੇ ਜਾਂਦਾ ਹੈ ਨਾ। ਫਿਰ ਉੱਥੇ ਫਿਰ ਨੌਜਵਾਨ ਨਸਲ ਦਾ ਇੱਕ ਆਪਣਾ ਗਾਣੇ ਸਾਰਾ ਕੁਝ ਕਰਨਾ, ਔਰ ਮਹਿੰਦੀਆਂ ਲਾਣਾ ਕੁੜੀਆਂ ਦਾ। ਹਾਂ, ਮਹਿੰਦੀ ਲਾਣਾ ਕੁੜੀਆਂ ਦੀ, ਤੁਸੀਂ ਦੇਖੋ ਨਾ ਖਸੂਸੀ ਤੌਰ ਤੇ ਮਹਿੰਦੀ ਔਰ ਸਾਰੇ ਜਿਹੜੀ ਰਸਮਾਂ ਨੇ, ਬੰਗਾ ਸ਼ੰਗਾ ਪਾਣੀਆਂ ਪਾਣੀਆਂ, ਔਰ ਇਹ ਸਾਰੀਆਂ ਚੀਜ਼ਾਂ ਨੇ ਇਸ ਸਕਾਫਤ ਨਾਲ ਜੁੜੀਆਂ ਹੋਈਆਂ ਨੇ। ਛੋਟੀ ਤੇ ਔਰ ਵੱਡੀ ਤੇ ਵੀ ਪੀਂਘਾਂ ਪਾਣੀਆਂ ਪਿੰਡਾਂ ਵਿੱਚ, ਔਰ ਝੂਲੇ ਲੈਣੇ। ਅੱਛਾ, ਮੈਂ ਜਦੋਂ ਆਪਣੇ ਬਚਪਨ ਦੀ ਈਦ ਯਾਦ ਕਰਨੀ ਆ ਤੇ ਜ਼ਾਹਿਰ ਸਾਡੀ ਨਸਲ ਦੇ ਸਾਰੇ ਲੋਕਾਂ ਨੂੰ ਈਦਾਂ ਯਾਦ ਨੇ ਕਿ ਉਸ ਮੇਲੇ ਲੱਗਦੇ ਹੁੰਦੇ ਸਨ ਈਦ ਤੇ, ਨਿੱਕੀ ਤੇ ਵੀ ਵੱਡੀ ਤੇ ਵੀ। ਸਾਨੂੰ ਬੜਾ ਇੰਤਜ਼ਾਰ ਹੁੰਦਾ ਸੀ ਉਸ ਮੇਲੇ ਦਾ, ਕਿਉਂਕਿ ਉਸ ਮੇਲੇ ਵਿੱਚ ਖੇਡਾਂ ਵੀ ਹੁੰਦੀਆਂ ਸਨ ਔਰ ਖਾਣ ਦੀਆਂ ਚੀਜ਼ਾਂ ਵੀ, ਜਲੇਬੀਆਂ ਨਿਕਲ ਰਹੀਆਂ ਨੇ, ਸਰਕਸ ਹੋ ਰਿਹਾ ਹੈ, ਔਰਤਾਂ ਵੀ ਨੇ, ਬੱਚੇ ਵੀ ਨੇ, ਵੱਡੇ ਵੀ ਨੇ, ਕੋਈ ਕਿਸੇ ਦੇ ਰੋਕ ਟੋਕ ਨਹੀਂ ਹੈ। ਜਿਹੜਾ ਕਿ ਨਾ ਸਾਡੇ ਪਿੰਡ ਵਾਲੀ ਸਾਈਡ ਤੇ ਪਿੰਡੀ ਮੇਰਾ ਲੱਗਦਾ ਸੀ, ਯਾਨੀ ਕਿ ਆਚ ਗੋਚ ਦੇ ਨੇੜੇ, ਜਿੱਥੇ ਦੇ ਆਰਫ ਲੁਹਾਰ ਸਾਹਿਬ ਨੇ, ਆਲਮ ਲੁਹਾਰ ਸਾਹਿਬ ਦੇ ਨੇੜੇ ਇੱਕ ਬੜਾ ਵੱਡਾ ਮੇਲਾ ਲੱਗਦਾ ਸੀ। ਤੇ ਸਾਨੂੰ ਸਾਰਾ ਉਸ ਮੇਲੇ ਦਾ ਇੰਤਜ਼ਾਰ ਰਹਿੰਦਾ ਸੀ ਕਿ ਅਸੀਂ ਆਪਣੇ ਵਾਲਿਦ ਨਾਲ, ਆਪਣੀ ਵਾਲਦਾ ਨਾਲ ਉਸ ਮੇਲੇ ਤੇ ਪੈਦਲ ਟੁਰ ਕੇ ਜਾਵਾਂਗੇ, ਔਰ ਫਿਰ ਉਹ ਸਾਰਾ ਸਾਲ ਉਹਨੂੰ ਯਾਦ ਕਰਦੇ ਰਹਿੰਦੇ ਸਾਂ। ਸੂਫੀਆਂ ਦੇ ਕਲਾਮ ਵਿੱਚ ਤਿਉਹਾਰਾਂ ਦਾ ਤਜ਼ਕਰਾ ਕੀ ਹੈ? ਹਾਂ, ਉਹਨਾਂ ਦੇ ਕਲਾਮ ਤੁਸੀਂ ਦੇਖੋ, ਸਾਰੇ ਜਿਤਨੇ ਵੀ ਬਾਬੇ ਸਾਡੇ ਹੈ ਨੇ, ਉਹਨਾਂ ਨੇ ਆਪਣੇ ਕਲਾਮ 'ਚ ਨਾ ਸਿਰਫ ਤਜ਼ਕਰਾ ਕੀਤਾ, ਬਲਕਿ ਉਹਨਾਂ ਦੇ ਦਰਬਾਰਾਂ ਨਾਲ ਤਿਉਹਾਰ ਜੁੜੇ ਹੋਏ ਨੇ। ਉਰਸ ਸਭ ਤੋਂ ਵੱਡਾ ਤਿਉਹਾਰ, ਇਸ ਤੋਂ ਵੱਡਾ ਕਿਹੜਾ ਤਿਉਹਾਰ ਹੋ ਸਕਦਾ ਹੈ ਕਿ ਉਰਸ ਇੱਕ ਐਸਾ ਤਿਉਹਾਰ ਹੈ, ਇੱਕ ਐਸਾ ਮੇਲਾ ਹੈ ਕਿ ਜਿਹਦੇ 'ਚ ਪੂਰੀ ਦੁਨੀਆ ਦੇ ਲੋਕ, ਇਹ ਵੀ ਨਹੀਂ ਕਿ ਬਾਬਾ ਬੁੱਲੇ ਸ਼ਾਹ ਦਾ ਜਦੋਂ ਉਰਸ ਹੁੰਦਾ ਤੇ ਸਿਰਫ ਪੰਜਾਬ ਦੇ ਲੋਕ ਨਹੀਂ ਹੁੰਦੇ, ਪਾਕਿਸਤਾਨ ਦੇ ਲੋਕ ਨਹੀਂ ਹੁੰਦੇ, ਬਲਕਿ ਦੂਜੇ ਮਜ਼ਾਹਬ ਦੇ ਲੋਕ, ਕੈਨੇਡਾ ਤੱਕ ਲੋਕ ਆਉਂਦੇ ਨੇ ਔਰ ਉਹਨਾਂ ਉੱਥੇ ਆਣ ਕੇ ਸਲਾਮ ਕਰਦੇ ਨੇ, ਉਹਨਾਂ ਐਕਟੀਵਿਟੀਜ਼ ਸ਼ਾਮਲ ਹੁੰਦੇ ਨੇ, ਦਮਾਲਾਂ 'ਚ, ਉਹਨਾਂ ਸਾਰੀਆਂ 'ਚ। ਤੇ ਇਸ ਲਈ ਉੱਥੇ ਮਹਿਫਲੇ ਸਮਾ ਵੀ ਹੋ ਰਹੀ ਹੈ, ਖਾਣ ਪੀਣ ਦੀ, ਕਿਉਂਕਿ ਬੰਦੇ ਦੇ ਨਾਲ ਢਿੱਡ ਲੱਗਾ ਹੋਇਆ ਤੇ ਖਾਣ ਪੀਣ ਵੀ ਨਾਲ ਹੁੰਦਾ ਹੈ। ਰੂਹਾਨੀ ਗ਼ਜ਼ਾ ਦਾ ਵੀ ਹੈ ਕਿ ਮਹਿਫਲੇ ਸਮਾ ਹੈ, ਦਮਾਲ ਹੈ, ਔਰ ਨਾਲ ਜਿਹੜੀ ਤੁਸੀਂ ਖਾਣਾ ਪੀਣਾ ਹੈ ਤੇ ਮੁxtਲਿਫ ਕਿਸਮ ਦੇ ਜਲੇਬੀਆਂ ਔਰ ਬਾਕੀ ਜਿਹੜੀਆਂ ਮਸ਼ਹੂਰ ਗ਼ਜ਼ਾਵਾਂ ਨੇ ਸਾੜੀਆਂ, ਭਟੂਰੇ ਸ਼ੂਰੇ ਦੀਆਂ ਚੀਜ਼ਾਂ, ਉਹ ਵੀ ਕਤਲਮੇ, ਉਹ ਵੀ ਨੇ। ਫਿਰ ਉਹ ਤਮਾਸ਼ਾ ਕਰਨ ਵਾਲੇ ਲੋਕ ਨੇ, ਉਹ ਵੀ ਇੱਕ ਬੜੀ ਐਂਟਰਟੇਨਮੈਂਟ ਹੈ ਜਿਹੜੀ ਇੱਕ ਸਾਹਮਣੇ ਤੁਹਾਡੇ ਕੁਝ ਕਰ ਰਹੇ ਹੁੰਦੇ ਨੇ ਐਂਟਰਟੇਨਮੈਂਟ ਲਈ ਲੋਕ। ਐਸੇ ਤਰ੍ਹਾਂ ਬਾਕੀ ਸੂਫੀਆਂ ਦੇ ਹਰ ਸੂਫੀ ਦੇ ਦਰਬਾਰ ਤੇ ਮੇਲਾ ਜ਼ਰੂਰ ਲੱਗਦਾ ਹੈ ਸਾਲ 'ਚ 1-2 ਵਾਰੀ, ਔਰ ਉਹ ਤਿਉਹਾਰ ਸਭ ਤੋਂ ਵੱਡਾ ਤਿਉਹਾਰ ਹੁੰਦਾ ਔਰ ਮੇਲਾ ਹੁੰਦਾ। ਇੱਥੋਂ ਹੀ ਸਾਨੂੰ ਇਹ ਸਬਕ ਮਿਲਿਆ ਕਿ ਈਦ ਵੀ ਸਾਡਾ ਜਿਹੜਾ ਇੱਕ ਮੇਲਾ ਬਣਨਾ ਚਾਹੀਦਾ ਹੈ, ਔਰ ਬਣਦਾ ਰਿਹਾ। ਮੇਰੇ ਹਾਲੇ ਹੁਣ ਵੀ ਸਾਨੂੰ ਚਾਹੀਦਾ ਕਿ ਅਸੀਂ ਹਰ ਵੇਲੇ ਇੱਥੇ ਮੋਬਾਈਲ ਦੇਖਣ ਦੇ ਨਾਲ ਜਿਹੜੇ ਆਪਣੇ ਸਾਹਮਣੇ ਆਲੇ ਦੁਆਲੇ ਬੰਦੇ ਨੇ ਉਹਨਾਂ ਦੇ ਨਾਲ ਮੁਕਾਲਮਾ ਕਰੀਏ, ਉਹਨਾਂ ਦੇ ਨਾਲ ਗੱਲ ਕਰੀਏ, ਹੱਸੀਏ, ਖੇਡੀਏ, ਕਥਾਰਸਿਸ ਕਰੀਏ, ਵਰਨਾ ਸਾਡੇ ਅੰਦਰ ਉਹ ਚੀਜ਼ਾਂ ਜਮ੍ਹਾਂ ਹੋ ਰਹੀਆਂ ਨੇ। ਅਸੀਂ ਮਾਲੂਮਾਤ ਤੇ ਬੜੀ ਹਾਸਲ ਕਰ ਰਹੇ ਹਾਂ ਮੋਬਾਈਲ ਤੋਂ, ਕੰਪਿਊਟਰ ਤੋਂ, ਲੇਕਿਨ ਸਾਡਾ ਇਜ਼ਹਾਰ ਨਹੀਂ ਹੋ ਪਾ ਰਿਹਾ ਨਾ। ਇਜ਼ਹਾਰ ਤੇ ਤਾਂ ਹੀ ਤੁਸੀਂ ਕਰਨਾ ਜਦੋਂ ਕਿਸੇ ਬੰਦੇ ਨਾਲ ਗੱਲਬਾਤ ਕਰਨੀ ਹੈ, ਬਹਿਸ ਕਰਨੀ ਹੈ, ਲੜਨਾ ਵੀ ਹੈ, ਰੁਸਣਾ ਵੀ ਹੈ, ਮੰਨ ਵੀ ਜਾਣਾ, ਯਾਨੀ ਜੋ ਇਨਸਾਨ ਨੂੰ ਕਰਨਾ ਚਾਹੀਦਾ। ਪੰਜਾਬ ਦੀ ਅਗਰ ਗੱਲ ਕਰੀਏ, ਪੰਜਾਬ ਦੇ ਵਸੇਬ ਦੀ ਗੱਲ ਕਰੀਏ, ਇਹਦੇ ਜਿਹੜੇ ਵਸੇਬੀ ਤਿਉਹਾਰ ਹੈਗੇ ਨੇ, ਜਿਵੇਂ ਲੋਹੜੀ ਹੋ ਗਿਆ, ਵਿਸਾਖੀ ਹੋ ਗਈ, ਉਹ ਕਿਹੜੇ ਇਸ ਤੋਂ ਇਲਾਵਾ ਹੋਰ ਕਿਹੜੇ ਨੇ? ਉਹਨਾਂ ਦੀ ਕੀ ਸਿਗਨੀਫੀਕੈਂਸ ਹੈ? ਉਹ ਕਿਉਂ ਹੁੰਦੇ ਨੇ ਔਰ ਕਿਉਂ ਮਨਾਉਣੇ ਚਾਹੀਦੇ ਨੇ? ਹਾਂ, ਮੇਰੇ ਹਾਲੇ ਕਿ ਸਾਡੇ ਸਾਰੇ ਵਿੱਚ ਅਸੀਂ ਨਾ ਬੜੀ ਇੱਕ ਰੱਜੀ ਹੋਈ ਧਰਤੀ ਦੇ ਵਾਰਿਸ ਹਾਂ। ਪੰਜਾਬ ਜਿਹੜੀ ਨਾ ਪੂਰੇ ਬਰਸਗੀਰ 'ਚ, ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਕਿ ਪੂਰੇ ਬਰਸਗੀਰ 'ਚ ਸਭ ਤੋਂ ਜਿਹੜਾ ਚੰਗਾ ਜ਼ਮੀਨ ਦਾ ਟੁਕੜਾ ਹੈ ਨਾ ਉਹ ਪੰਜਾਬ ਹੈ। ਅੱਜ ਵੀ ਫੂਡ ਬਾਸਕਟ ਕਹਿੰਦੇ ਨੇ, ਅੱਜ ਵੀ। ਤੇ ਇਹ ਹਰ ਹਵਾਲੇ ਨਾਲ ਸਰਸਬਜ਼ ਦਰਿਆਵਾਂ ਦੀ ਸਰਜ਼ਮੀਨ ਔਰ ਸੋਨਾ ਉਗਲਣ ਵਾਲੀ ਸਰਜ਼ਮੀਨ ਤੇ ਇਲਮ, ਫਨ, ਅਦਬ, ਤਸਵੁਫ ਹਰ ਹਵਾਲੇ ਨਾਲ ਇੱਕ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਹੈ। ਕਿਉਂਕਿ ਤੁਸੀਂ ਦੇਖੋ ਨਾ ਕਿ ਦੁਨੀਆ ਜਦੋਂ ਹਨੇਰਿਆਂ 'ਚ ਸੀ ਤੇ ਇੱਥੇ ਟੈਕਸਲਾ ਦੀ ਯੂਨੀਵਰਸਿਟੀ, ਰਿਆਜ਼ੀ ਦੇ ਅਸੂਲ ਬਾਂਡੇ ਨੇ, ਹੁਣ ਤੀਕਰ ਉਹ ਹੀ ਅਸੂਲ ਚੱਲ ਰਹੇ ਨੇ। ਹੜੱਪਾ ਮੰਜੋ ਦੜੋ ਕਿੱਡਾ ਡਿਵੈਲਪ, ਅੱਜ ਵੀ ਪਾਣੀ ਖਲੋ ਜਾਂਦਾ ਸੜਕ ਦੇ ਉੱਤੇ, ਲੇਕਿਨ ਉਸ ਜ਼ਮਾਨੇ 'ਚ ਉਹਨਾਂ ਅੰਡਰਗਰਾਉਂਡ ਬਣਾਇਆ। ਤੇ ਇਸ ਲਈ ਮੈਂ ਸਮਝਦੀ ਹਾਂ ਕਿ ਪੰਜਾਬ ਇੱਕ ਐਸੀ ਸਰਸਬਜ਼ ਧਰਤੀ ਹੈ ਕਿ ਰੱਜੀ ਹੋਈ ਧਰਤੀ ਹੈ ਨਾ। ਜਿਹੜੀ ਰੱਜੀ ਹੋਈ ਧਰਤੀ ਹੁੰਦੀ ਹੈ ਉਹਦੇ ਨਾਲ ਜਿਹੜੇ ਉਹਦੇ ਮੇਲੇ ਠੇਲੇ ਹੁੰਦੇ ਨੇ ਉਹ ਉਹਦੀਆਂ ਫਸਲਾਂ ਨਾਲ ਜੁੜੇ ਹੁੰਦੇ ਨੇ। ਤੇ ਸਾਡੇ ਬਹੁਤ ਸਾਰੇ ਮੇਲੇ ਜਿਹੜੇ ਨੇ ਉਹ ਸਾਡੀਆਂ ਫਸਲਾਂ ਦੀ ਕਿਸੇ ਕਟਾਈ, ਬਿਜਾਈ ਔਰ ਜਾਂ ਕਟਾਈ ਤੋਂ ਬਾਅਦ ਜਿਹੜੀ ਖੁਸ਼ਹਾਲੀ ਕਿਸਾਨ ਦੇਖਦਾ ਉਸ ਵੇਲੇ ਦੀ ਹੈ। ਤੇ ਫਿਰ ਮੌਸਮਾਂ ਦੇ ਨਾਲ ਜੁੜੀ ਹੋਈ, ਜਿਸ ਤਰ੍ਹਾਂ ਸਾਵਨ ਹੈ ਤੇ
ਤੇ ਸਾਵਨ ਵੀ ਹੈ, ਸਾਵਨ ਦਾ ਆਉਣਾ ਵੀ ਖੁਸ਼ੀ ਦੀ ਅਲਾਮਤ ਪਰ ਹੈ। ਥੋੜਾ ਹਿਸਟੋਰੀਕਲ ਪਰਸਪੈਕਟਿਵ ਅਗਰ ਵੇਖੀਏ ਡਾਕਟਰ ਸਾਹਿਬ ਤੇ ਉਹ ਵੀ ਵਿੱਚ ਕਿਤੇ ਨਾ ਕਿਤੇ ਕਨੈਕਟ ਹੁੰਦਾ ਹੈ। ਜਿਵੇਂ ਅਗਰ ਸਰਦੀਆਂ ਦਾ ਤਿਉਹਾਰ ਸਾਡਾ ਲੋਹੜੀ, ਉਹਦੇ ਵਿੱਚ ਅਸੀਂ ਦੁੱਲੇ ਭੱਟੀ ਨੂੰ ਯਾਦ ਕਰਨੇ ਆ। ਉਹ ਬਿਲਕੁਲ ਮੈਂ ਵੀ ਗੱਲ ਕਰ ਰਹੀ ਸੀ ਕਿ ਨਾਲ ਤਿਉਹਾਰਾਂ ਦੇ ਨਾਲ ਅਸੀਂ ਸਾਡੇ ਜਿਹੜੇ ਫਰੀडम ਫਾਈਟਰਸ ਨੇ, ਸਾਡੇ ਜਿਹੜੇ ਵੱਡੇ ਮਤਲਬ ਹੈ ਕਿ ਅਹਿਮਦ ਖਾਨ ਖਰਲ ਔਰ ਸਾਰੇ ਜਿਤਨੇ ਵੀ ਸਾਡੇ ਹੈ ਨੇ, ਬੇਸ਼ੁਮਾਰ ਸਾਡੇ ਕੋਲ ਐਸੇ ਵੱਡੇ ਨਾਂ ਨੇ ਕਿ ਜਿਨ੍ਹਾਂ ਨੇ ਆਪਣੀ ਜਿੱਦੋਜਹਿਦ ਨਾਲ ਮੁਰਾਦ ਫਤਿਆਣਾ, ਜਸਰਤ ਜੀ ਖੋਖਰ, ਬਿਲਕੁਲ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਤੇ ਨਾ ਸਿਰਫ ਆਪਣੇ ਲੋਕਾਂ ਨੂੰ ਬਚਾਇਆ ਬਲਕਿ ਇੱਕ ਮਿਸਾਲ ਕਾਇਮ ਕੀਤੀ। ਅਬਦੁੱਲਾ ਭੱਟੀ ਤੁਸੀਂ ਨਾਂ ਲਿਆ ਤੇ ਤੁਸੀਂ ਦੇਖੋ ਉਹਨਾਂ ਨੇ ਹਿੰਦੂ ਕੁੜੀਆਂ ਦੀ ਜਾਨ ਬਚਾਈ ਸੀ ਔਰ ਇੱਕ ਮਿਸਾਲ ਕਾਇਮ ਕੀਤੀ ਕਿ ਇਨਸਾਨੀਅਤ ਨੂੰ ਅਸੀਂ ਕਿਤਨਾ ਮੰਨਦੇ ਹਾਂ। ਔਰ ਇੱਥੋਂ ਹੀ ਸਾਨੂੰ ਉਸ ਦੌਰ ਦੇ ਪੰਜਾਬ ਦਾ ਪਤਾ ਲੱਗਦਾ। ਇਸੇ ਤਰ੍ਹਾਂ ਵਾਰਿਸ ਸ਼ਾਹ ਨੂੰ ਪੜ੍ਹੋ, ਤੁਹਾਨੂੰ ਪਤਾ ਲੱਗੇਗਾ ਉੱਥੇ ਕੋਈ ਤਖਸੀਸ ਨਹੀਂ, ਤਕਸੀਮ ਨਹੀਂ, ਉਹ ਸਾਰੀ ਦੁਨੀਆ ਨਾਲ ਇੱਕੋ ਜਿਹਾ ਸਲੂਕ ਹੈ, ਇੱਕੋ ਜਿਹਾ। ਤੇ ਮੈਂ ਇਹ ਸਮਝਦੀ ਹਾਂ ਕਿ ਜਿਹੜੇ ਸਾਡੇ ਤਿਉਹਾਰ ਨੇ ਉਹ ਖੁਸ਼ੀ ਦੇ ਤਿਉਹਾਰ ਨੇ, ਮੁਹੱਬਤ ਦੇ ਤਿਉਹਾਰ ਨੇ, ਅਮਨ ਦੇ ਤਿਉਹਾਰ ਨੇ। ਅਤੇ ਬੜੇ ਘੱਟ ਐਸੇ ਵਾਕਿਆਤ ਨੇ ਜਿਸ ਤਰ੍ਹਾਂ ਜਲਿਆਂਵਾਲਾ ਬਾਗ ਹੈ, ਉਹਦੇ ਅਸੀਂ ਦੁੱਖ ਮਨਾਉਂਦੇ ਹਾਂ ਜਾਂ ਹੋਰ ਕੁਝ। ਲੇਕਿਨ ਤਿਉਹਾਰ ਸਾਡੇ ਸਾਰੇ ਜਿਹੜੇ ਨੇ, ਉਹ ਵਿਸਾਖੀ ਤੁਸੀਂ ਦੇਖੋ ਨਾ ਕਿੱਡਾ ਵੱਡਾ ਤਿਉਹਾਰ ਹੈ ਔਰ ਇਹ ਸਾਡਾ ਤਿਉਹਾਰ ਹੈ। ਇਹਨੂੰ ਤੁਸੀਂ ਇਹ ਨਾ ਕਹੋਗੇ ਸਿੱਖਾਂ ਦਾ ਜਾਂ ਹਿੰਦੂਆਂ ਦਾ ਤਿਉਹਾਰ ਹੈ, ਇਹ ਧਰਤੀ ਦਾ ਤਿਉਹਾਰ ਹੈ, ਧਰਤੀ ਦਾ ਤਿਉਹਾਰ ਔਰ ਸਦੀਆਂ ਤੋਂ ਮਨਾਇਆ ਜਾ ਰਿਹਾ ਸੀ। ਪੰਜਾਬ ਦਾ ਜ਼ਿਆਦਾ ਹਿੱਸਾ ਸਾਡੇ ਕੋਲ ਹੈ, ਇਸ ਲਈ ਅਸੀਂ ਖੁਦ ਹੀ ਇੱਕ ਜਿਹੜਾ ਨਾ ਛੱਡੀ ਜਾਂਦੇ ਹਾਂ ਜੀ ਇਹ ਤਾਂ ਫਲਾਣੇ ਦਾ ਤਿਉਹਾਰ ਹੈ, ਬਸੰਤ ਫਲਾਣੇ ਦਾ ਤਿਉਹਾਰ ਹੈ। ਸਾਰੇ ਸਾਡੇ ਤਿਉਹਾਰ ਨੇ ਕਿਉਂਕਿ ਧਰਤੀ ਨਾਲ ਜੁੜੇ ਹੋਏ ਤਿਉਹਾਰ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਅਰਬ ਦੇ ਤਿਉਹਾਰ ਇੱਥੇ ਦੇ ਤਿਉਹਾਰ ਨਹੀਂ ਹੋ ਸਕਦੇ, ਨਾ ਇੱਥੇ ਦੇ ਤਿਉਹਾਰ ਜਿਹੜੇ ਨੇ ਉਹ ਅਰਬ ਦੇ ਹੋ ਸਕਦੇ ਨੇ ਕਿਉਂਕਿ ਸਾਡੇ ਮੌਸਮ 'ਚ ਫਰਕ ਹੈ। ਤਿਉਹਾਰਾਂ ਲਈ ਖਾਸ ਮੌਸਮ, ਸਾਰੀਆਂ ਚੀਜ਼ਾਂ, ਜ਼ਬਾਨ ਉਹ ਜ਼ਰੂਰੀ ਹੁੰਦੀਆਂ ਨੇ ਔਰ ਅਸੀਂ ਇਹ ਨਹੀਂ ਕਰ ਸਕਦੇ ਕਿ ਸਾਰੀ ਮੁਸਲਮਾਨ ਦੁਨੀਆ ਦੇ ਇੱਕ ਜਿਹੇ ਹੋ ਜਾਣ। ਇਸ ਲਈ ਇੱਕ ਖੂਬਸੂਰਤੀ ਜਿਹੜੀ ਰੱਬ ਨੇ ਸਾਨੂੰ ਦਿੱਤੀ ਹੈ, ਇੱਕ ਨਿਵੇਕਲਤਾ, ਉਹਨੂੰ ਵਧਾਉਣਾ ਚਾਹੀਦਾ ਹੈ। ਰੱਬ ਦੀ ਉਸ ਤਕਸੀਮ ਨੂੰ ਸਾਨੂੰ ਖਤਮ ਨਹੀਂ ਕਰਨਾ ਚਾਹੀਦਾ। ਉਹ ਚਾਹੁੰਦਾ ਤੇ ਸਾਰੀ ਦੁਨੀਆ ਦੇ ਲੋਕ ਇੱਕੋ ਮਜ਼ਹਬ ਦੇ ਮੰਨਣ ਵਾਲੇ ਹੁੰਦੇ, ਸਭ ਦੀਆਂ ਸ਼ਕਲਾਂ ਇੱਕੋ ਜਿਹੀਆਂ ਹੁੰਦੀਆਂ। ਤੁਸੀਂ ਦੇਖੋ ਨਾ ਇਸ ਵੇਲੇ ਅਰਬਾਂ ਬੰਦੇ ਨੇ ਤੇ ਕਿਧਰੇ ਦੋ ਬੰਦੇ ਬਿਲਕੁਲ ਇੱਕ ਜੋ ਨਹੀਂ ਹੈ, ਠੀਕ ਹੈ ਨਾ। ਤੇ ਇਹ ਇੱਕ ਰੰਗਾ ਰੰਗੀ ਹੈ ਨਾ, ਦੁਨੀਆ ਦੀ ਰੰਗਾ ਰੰਗੀ ਨੂੰ ਕਾਇਮ ਰਹਿਣਾ ਚਾਹੀਦਾ ਹੈ। ਜਿਹੜੇ ਟਵਿਨਸ ਵੀ ਹੁੰਦੇ ਨੇ ਉਹਦੇ ਵਿੱਚ ਵੀ ਕੁਦਰਤ ਵੱਲੋਂ ਨਾ ਕੋਈ ਐਸੀ ਔਰ ਇਹ ਖੁਦਾ ਦੀ ਹਿਕਮਤ ਹੈ ਬਾਜਵਾ ਸਾਹਿਬ ਕਿ ਰੰਗਾ ਰੰਗੀ ਕਾਇਮ ਰਹਿਣੀ ਚਾਹੀਦੀ ਹੈ। ਇਹ ਖੂਬਸੂਰਤੀ ਹੈ। ਇੱਕ ਰੰਗ ਦੇ ਫੁੱਲ ਵੀ ਸੋਹਣੇ ਲੱਗਦੇ ਨੇ ਲੇਕਿਨ ਬਹੁਤੇ ਰੰਗਾਂ ਦੇ ਫੁੱਲ ਲੱਗੇ ਹੋਣ ਤੇ ਉਹਨਾਂ ਦਾ ਇੱਕ ਆਪਣਾ ਹੁਸਨ ਹੈ। ਅੱਛਾ, ਜੇ ਤਿਉਹਾਰਾਂ ਨਾਲ ਦੇ ਹਵਾਲੇ ਨਾਲ ਗੱਲ ਕਰੀਏ ਤੇ ਡਾਕਟਰ ਸਾਹਿਬ ਇੱਥੇ ਇਹ ਦੱਸੋ ਕਿ ਸੂਫੀਆਂ ਦੀ ਹਯਾਤੀ ਦੇ ਵਿੱਚ ਤਿਉਹਾਰਾਂ ਦੀ ਝਲਕ ਦੇ ਹਵਾਲੇ ਨਾਲ ਦੇਖੋ ਉਹਨਾਂ ਨੇ ਆਪਣੀ ਹਯਾਤੀ ਵਿੱਚ ਇਹ ਸਾਰੇ ਕੰਮ ਸ਼ੁਰੂ ਕੀਤੇ ਸੀ। ਯਾਨੀ ਇਹ ਬਾਜ਼ ਕਾਤੇ ਹੁੰਦਾ ਨਾ ਕਿ ਕੋਈ ਬੰਦਾ ਫੌਤ ਹੋ ਜਾਂਦਾ ਜਦੋਂ ਉਹਦਾ ਉਰਸ ਮਨਾਇਆ ਜਾਂਦਾ ਜਾਂ ਉਹਦਾ ਸਾਲਾਨਾ ਮਨਾਇਆ ਜਾਂਦਾ ਤਾਂ ਕੀਤਾ ਜਾਂਦਾ, ਲੇਕਿਨ ਇਹ ਸਾਰੀਆਂ ਚੀਜ਼ਾਂ ਉਹ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਗਏ ਸਨ। ਔਰ ਬਹੁਤ ਸਾਰੇ ਸੂਫੀਆਂ ਦੇ ਹਵਾਲੇ ਨਾਲ ਸਾਡੇ ਕੋਲ ਮਿਸਾਲਾਂ ਮੌਜੂਦ ਨੇ। ਹੱਤਾ ਕਿ ਅਲਾਮਾ ਇਕਬਾਲ ਦੇ ਹਵਾਲੇ ਨਾਲ ਹੈ ਕਿ ਜਦੋਂ ਲਾਹੌਰ ਉਹ ਮੀਆਂ ਮੁਹੰਮਦ ਬਖਸ਼ ਨੇ ਗੱਲ ਕੀਤੀ ਹੈ ਕਿ ਉਹ ਉਹਨਾਂ ਨੂੰ ਮਿਲੇ ਵੀ ਔਰ ਬਾਕੀ ਉਹਨਾਂ ਦੇ ਜਿਹੜੇ ਦੋਸਤ ਨੂੰ ਜ਼ਿਕਰ ਕਰਦੇ ਨੇ ਕਿ ਜਦੋਂ ਵੀ ਇਕਬਾਲ ਕੋਲ ਟਾਈਮ ਹੁੰਦਾ ਸੀ ਤੇ ਉਹ ਸੈਫਲ ਮਲੂਕ ਸੁਣਦੇ ਸਨ ਔਰ ਰੋਂਦੇ ਸਨ, ਠੀਕ ਹੈ। ਔਰ ਆਪਣੀ ਜ਼ਿੰਦਗੀ 'ਚ ਸਾਰੇ ਬਾਬੇ ਜਿਹੜੇ ਨੇ ਸ਼ੁਰੂ ਕਰਕੇ ਗਏ ਨੇ, ਲੰਗਰ ਸ਼ੁਰੂ ਕੀਤੇ ਇਹਨਾਂ ਨੇ ਆਪਣੀ ਜ਼ਿੰਦਗੀ 'ਚ, ਬੈਠਕਾਂ ਸ਼ੁਰੂ ਕੀਤੀਆਂ ਔਰ ਫਿਰ ਮਹਿਫਲੇ ਸਮਾਜ ਸ਼ੁਰੂ ਕੀਤੀ। ਔਰ ਇਹ ਸਾਰੀਆਂ ਜਦੋਂ ਮਿਲਣ ਆਉਂਦੇ ਸੀ ਲੋਕ, ਫਿਰ ਇੱਕ ਸਾਲ 'ਚ ਕੋਈ ਐਸਾ ਇੱਕ ਐਸਾ ਦਿਨ ਰੱਖਿਆ ਜਾਂਦਾ ਜਦੋਂ ਸਾਰੇ ਲੋਕ ਆਣ ਔਰ ਆਣ ਕੇ ਉਸ ਸਾਰੀ ਮਾਹੌਲ ਨੂੰ ਇੰਜੋਏ ਵੀ ਕਰਨ। ਬਹੁਤ ਸ਼ੁਕਰੀਆ। ਤੇ ਹੁਣ ਜਾਣੇ ਆ ਆਪਣੀ ਬ੍ਰੇਕ ਵੱਲ ਤੇ ਬ੍ਰੇਕ ਤੋਂ ਵਾਪਸ ਆਨੇ ਆ ਤੇ ਮਿਲਵਾਨੇ ਆ ਤੁਹਾਨੂੰ ਨਵੇਂ ਪਰੌਣੇ ਦੇ ਨਾਲ। जी आया ਨੂੰ ਕਹਾਂਗੇ ਇੱਕ ਦਫਾ ਫੇਰ। ਪ੍ਰੋਗਰਾਮ ਦਾ ਨਾਮ ਹੈ ਅੱਜ ਦਾ ਮਹਿਮਾਨ। ਮੇਰਾ ਨਾਮ ਹੈ ਅਲੀ ਉਸਮਾਨ ਬਾਜਵਾ। ਸੋਨੀਆ ਸ਼ੇਖ ਮੇਰੇ ਨਾਲ ਮੌਜੂਦ ਨੇ ਔਰ ਪਹਿਲੇ ਡਾਕਟਰ ਸੁਗਰਾ ਸਦਫ ਸਾਡੇ ਨਾਲ ਮੌਜੂਦ ਸਨ ਔਰ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕੀਤਾ, ਉਹ ਚਲੀਆਂ ਗਈਆਂ ਨੇ। ਲੇਕਿਨ ਹੁਣ ਜਿਹੜਾ ਇੱਕ ਹੋਰ ਮਹਿਮਾਨ ਸਾਡੇ ਸਟੂਡੀਓ ਵਿੱਚ ਮੌਜੂਦ ਹੈਗੇ ਨੇ। ਈਦ ਦੀ ਆਮਦ ਲੇਕਿਨ ਜਿੱਥੇ ਈਦ ਦੇ ਅਸੀਂ ਤਿਉਹਾਰ ਨੂੰ ਮਨਾਉਣਾ ਹੈ ਔਰ ਸੁਨਨਤ ਇਬਰਾਹੀਮੀ ਜਿਹੜੀ ਉਹ ਅਦਾ ਕਰਨੀ ਹੈ ਔਰ ਖੁਸ਼ੀ ਮਨਾਉਣੀ ਹੈ, ਉੱਥੇ ਸਾਨੂੰ ਇਹ ਵੀ ਦੱਸਿਆ ਜਾਂਦਾ ਕਿ ਸਫਾਈ ਨਿਸਫ ਈਮਾਨ ਹੈ। ਤੇ ਜਿਹੜੇ ਤੁਸੀਂ ਆਪਣਾ ਅੱਧਾ ਈਮਾਨ ਹੀ ਛੱਡ ਦਿਓਗੇ, ਅੰਦਰ ਕੁਰਬਾਨੀ ਹੋ ਰਹੀ ਹੈ, ਖਾਬੇ ਚੱਲ ਰਹੇ ਨੇ, ਅੱਛੀ ਸਿਹਤ ਵਾਲੇ ਖਾਬੇ ਵੀ ਚੱਲ ਰਹੇ ਨੇ, ਖੁਸ਼ੀਆਂ ਵੀ, ਔਰ ਬਾਹਰ ਕਿਤੇ ਆਂਦਰਾਂ ਪਈਆਂ ਨੇ, ਉਜੜੀ ਪਈ ਹੈ ਔਰ ਬਦਬੂ ਆ ਰਹੀ ਹੈ, ਕੋਈ ਬਹੁਤ ਜ਼ਿਆਦਾ ਚੰਗੀ ਚੀਜ਼ ਨੇ। ਇਹ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਔਰ ਵੇਖਣ ਵਾਸਤੇ ਲਾਹੌਰ ਦੇ ਵਿੱਚ ਘੱਟੋ ਘੱਟ ਇੱਕ ਸਾਡੇ ਕੋਲ ਕੰਪਨੀ ਮੌਜੂਦ ਹੈ ਜਿਹਨੂੰ ਤੁਸੀਂ ਲਾਹੌਰ ਵੇਸਟ ਮੈਨੇਜਮੈਂਟ ਕੰਪਨੀ ਦੇ ਨਾਂ ਤੋਂ ਜਾਣਦੇ ਹੋ, ਯਾਨੀ ਕਿ LWMC। ਉਹਦੇ ਤਰਜਮਾਨ ਜਮੀਲ ਖਾਵਰ ਸਾਹਿਬ ਸਟੂਡੀਓ 'ਚ ਅਸੀਂ ਬੁਲਾਏ ਨੇ ਤਾਂ ਕਿ ਉਹਨਾਂ ਨਾਲ ਅਸੀਂ ਗੱਲ ਕਰ ਸਕੀਏ। अस्सलाम वालेकुम जी। कैसी तबीयत है ਤੁਹਾਡੀ? ਅੱਲਾਹ ਦਾ ਸ਼ੁਕਰ ਹੈ। ਤੁਹਾਨੂੰ ਪੇਸ਼ਗੀ ਈਦ ਮੁਬਾਰਕ ਅਸੀਂ ਕਹਾਂਗੇ। ਖੈਰ ਮੁਬਾਰਕ ਤੇ ਈਦ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਇਹ ਵੀ ਇਹਨਾਂ ਕੋਲ ਪੁੱਛ ਲੈਂਦੇ ਆ ਪਹਿਲੇ। ਨਹੀਂ ਈਦ ਦੀਆਂ ਤਿਆਰੀਆਂ ਬਿਲਕੁਲ ਅਸੀਂ, ਚੂੰਕਿ ਸਾਡਾ ਸਾਲ ਦਾ ਸਭ ਤੋਂ
ਜਿਹੜਾ ਕਹਿ ਲਓ ਕਿ ਮੈਗਾ ਇਵੈਂਟ ਹੁੰਦਾ ਹੈ, ਇਹਦੇ ਤੇ ਅਸੀਂ ਕੋਈ ਮਹੀਨਾ ਡੇਢ ਪਹਿਲੇ ਜਿਹੜਾ ਹੈ ਤੇ ਤਿਆਰੀ ਸ਼ੁਰੂ ਕਰ ਦਿੰਦੇ ਹਾਂ ਔਰ ਇਹਨੂੰ 3 ਹਿੱਸਿਆਂ 'ਚ ਅਸੀਂ ਜਿਹੜਾ ਹੈ ਤੇ ਡਿਵਾਈਡ ਕਰਨੇ ਆ। ਇੱਕ ਹੁੰਦਾ ਪ੍ਰੀ ਈਦ ਆਪਰੇਸ਼ਨ, ਇੱਕ ਡਿਊਰਿੰਗ ਈਦ ਆਪਰੇਸ਼ਨ ਤੇ ਇੱਕ ਆਫਟਰ ਈਦ ਆਪਰੇਸ਼ਨ। ਪ੍ਰੀ ਈਦ ਆਪਰੇਸ਼ਨ ਵਿੱਚ ਅਸੀਂ ਜਿਹੜਾ ਹੈ ਜੋ ਚੀਜ਼ਾਂ ਸਾਨੂੰ ਰਿਕੁਆਇਰਡ ਨੇ, ਜਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ, ਉਹ ਅਸੀਂ ਜਿਹੜਾ ਹੈ ਤੇ ਉਹ ਇਜ਼ਾਫੀ ਮਸ਼ੀਨਰੀ, ਯਾਨੀ ਹੁਣ ਅਸੀਂ 3500 ਜਿਹੜਾ ਤੇ ਕਰੀਬ ਇਜ਼ਾਫੀ ਪਿਕਅਪਸ ਲਾਵਾਂਗੇ ਈਦ ਦੇ 3 ਦਿਨਾਂ ਵਿੱਚ। ਉਸ ਤੋਂ ਇਲਾਵਾ ਐਕਸਕੇਵੇਟਰਸ, ਲੋਡਰਸ, ਡੰਪਰ, ਟਰੈਕਟਰ, ਟਰਾਲੀਜ਼, ਠੀਕ ਹੈ। ਔਰ ਇਹਦੇ ਨਾਲ ਅਸੀਂ ਜਿਹੜਾ ਚੂँਕਿ ਪ੍ਰੋਕਿਉਰਮੈਂਟ ਦਾ ਇੱਕ ਪ੍ਰੋਸੈਸ ਹੈ ਜਿਹੜਾ ਸਾਰਾ ਪੈਪਰਾ ਦੇ ਕਾਨੂੰਨ ਦੇ ਮੁਤਾਬਿਕ ਅਸੀਂ ਕਰਨਾ ਹੁੰਦਾ, ਜੋ ਸਾਡੀ ਡਿਮਾਂਡ ਹੈ ਇਸ ਆਪਰੇਸ਼ਨ ਲਈ, ਕਿਉਂਕਿ ਇਹ ਮੈਗਾ ਆਪਰੇਸ਼ਨ ਹੁੰਦਾ। ਨਾਰਮਲ ਰੂਟੀਨ ਦੇ ਦਿਨਾਂ 'ਚ ਅਸੀਂ 5,500 ਹਜ਼ਾਰ ਟਨ ਜਿਹੜਾ ਵੇਸਟ ਕਲੈਕਟ ਕਰਦੇ ਹਾਂ, ਲੇਕਿਨ ਈਦ ਦੇ 3 ਦਿਨਾਂ 'ਚ ਅਸੀਂ ਤਕਰੀਬਨ 50 ਤੋਂ 55 ਹਜ਼ਾਰ ਟਨ ਦਾ ਜਿਹੜਾ ਸਾਡਾ ਉਹ ਹੁੰਦਾ, ਔਰ ਉਹਦੇ ਲਈ ਫਿਰ ਰਿਸੋਰਸਿਸ ਵੀ ਜ਼ਿਆਦਾ ਚਾਹੀਦੇ ਹੁੰਦੇ ਨੇ। ਔਰ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਸ਼ਹਿਰ ਨੂੰ ਅਲਾਇਸ਼ਾਂ ਤੋਂ ਜਿਹੜਾ ਪਾਕ ਕਰ ਦਈਏ ਤਾਂ ਕਿ ਤਫਨ ਔਰ ਬਦਬੂ ਨਾ ਫੈਲੇ। ਬਿਲਕੁਲ। ਔਰ ਇਹ ਜਿਹੜੇ ਯੈਲੋ ਬੈਗ ਹੈਗੇ ਨੇ ਸਾਡੇ ਕੋਲ ਪਲਾਸਟਿਕ ਦੇ, ਇਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਕਿ ਇਹ ਤੁਸੀਂ ਕਿਸ ਤਰ੍ਹਾਂ ਡਿਸਟ੍ਰੀਬਿਊਟ ਕਰਦੇ ਹੋ, ਕਿਸ ਤਰ੍ਹਾਂ ਲੋਕਾਂ ਨੂੰ ਵਰਤਣੇ ਚਾਹੀਦੇ ਨੇ। ਹਰ ਈਦ ਤੇ ਅਸੀਂ ਵੇਖਨੇ ਹੀ ਆ, ਲੇਕਿਨ ਫਿਰ ਵੀ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਪਿੰਡਾਂ 'ਚ ਲੋਕ ਬੈਠੇ ਨੇ ਉਹ ਜਾਣ ਸਕਣ। ਇਹ ਜੀ ਅਸੀਂ ਤਕਰੀਬਨ ਲੋਰੀਆਂ ਲਈ 15 ਲੱਖ ਜਿਹੜਾ ਇਹ ਬੈਗ ਜਿਹੜਾ ਹੈ ਅਸੀਂ ਡਿਸਟ੍ਰੀਬਿਊਟ ਕਰਾਂਗੇ ਔਰ ਇਹ ਫ੍ਰੀ ਜਿਹੜਾ ਲੋਕਾਂ ਨੂੰ ਦਿੱਤਾ ਜਾਏਗਾ। ਅੱਛਾ। ਇਹ ਘਰ ਜਾ ਕੇ ਘਰ ਸਾਡੇ ਤਕਰੀਬਨ ਨਾ 290 ਜਿਹੜਾ ਹੈ ਨਾ ਜੀ ਯੂਨੀਅਨ ਕੌਂਸਲਾਂ 'ਚ ਕੈਂਪ ਲੱਗੇ ਹੋਣਗੇ, ਹਰ ਯੂਨੀਅਨ ਕੌਂਸਲ ਵਿੱਚ, ਠੀਕ ਹੈ। ਉੱਥੋਂ ਲਿਜਾ ਕੇ ਆਪਣਾ ਲੋਕ ਆਪਣਾ ਸ਼ਨਾਖਤੀ ਕਾਰਡ ਲਿਜਾ ਕੇ ਉੱਥੋਂ ਜਿਹੜਾ ਤੇ ਇਹ ਕਲੈਕਟ ਕਰ ਸਕਦੇ ਨੇ। ਇਸ ਤੋਂ ਇਲਾਵਾ ਅਸੀਂ ਇਸ ਟਾਈਮ ਜਿਹੜੇ ਮਵੇਸ਼ੀ ਮੰਡੀਆਂ ਨੇ, ਅਸੀਂ ਪਹਿਲੀ ਵਾਰੀ ਮਵੇਸ਼ੀਆਂ ਮੰਡੀਆਂ ਵਿੱਚ ਵੀ ਜੋ ਲੋਕ ਜਾਨਵਰ ਲੈ ਕੇ ਜਾਂਦੇ ਨੇ ਉਹਨਾਂ ਨੂੰ ਉੱਥੇ ਸਾਡਾ ਕੈਂਪ ਲੱਗਿਆ ਹੋਇਆ ਜਿਹੜਾ ਕਿ ਉਹਨਾਂ ਨੂੰ ਦੇ ਰਿਹਾ ਜੀ ਕਿ ਇਹ ਤੁਸੀਂ ਜਿਹੜਾ ਤੇ ਆਪਣਾ ਇਹਦੀ ਜਿਹੜੀਆਂ ਲਾਇਸ਼ਾਂ ਨੇ ਔਰ ਇਹਦੇ ਜਿੱਤੇ ਵੀ ਬਾਕੀ ਜਿਹੜੇ ਫਜ਼ਲਾਤ ਨੇ ਉਹ ਤੁਸੀਂ ਇਸ ਸ਼ਾਪਰ ਵਿੱਚ ਪਾ ਕੇ ਜਾਂ ਤੇ ਸਾਡੇ ਅਮਲੇ ਦੇ ਹਵਾਲੇ ਕਰਨੇ ਨੇ, ਜਾਂ ਤੇ ਜਿਹੜਾ ਤੇ ਤੁਸੀਂ ਆਪਣਾ ਸਾਡਾ ਜਿਹੜਾ ਕਰੀਬੀ ਕੂੜੇਦਾਨ ਹੈ ਉਹਦੇ ਜਿਹੜਾ ਇਹਨੂੰ ਸੁੱਟਣਾ ਹੈ। ਔਰ ਹੈਲਪਲਾਈਨ ਵੀ ਨਾਲ ਹੀ ਦੱਸ ਦਿਓ। ਜੀ ਬਿਲਕੁਲ, ਸਾਡੀ ਹੈਲਪਲਾਈਨ ਹੈ ਜੀ 1139। ਅਗਰ ਕਿਸੇ ਨੂੰ ਸ਼ਿਕਾਇਤ ਹੈ ਸਫਾਈ ਦੇ ਹਵਾਲੇ ਨਾਲ ਕਿਸੇ ਵੀ ਕਿਸਮ ਦੀ ਤੇ ਉਹ ਸਾਡੀ ਜਿਹੜੀ ਹੈਲਪਲਾਈਨ ਹੈ 1139 ਉਹਦੇ ਤੇ ਕਾਲ ਕਰੇ ਔਰ ਇਨਸ਼ਾਅੱਲਾ ਉਹਦੀ ਜਿਹੜੀ 1139 ਥੋੜਾ ਹੌਲੀ ਦੱਸ ਦਿਓ ਨਾ, ਤੁਸੀਂ ਇਹਨੂੰ 1139 ਵੀ ਕਹਿ ਸਕਦੇ ਹੋ। 1139 ਤੇ ਕਾਲ ਕਰਨੀ ਹੈ ਜੀ। ਅੱਛਾ, ਕੋਈ ਵੀ ਜਿਹਨੂੰ ਕੰਪਲੇਨ ਹੈ ਉਹ ਰਜਿਸਟਰਡ ਕਰਵਾ ਸਕਦਾ ਹੈ। ਜੀ ਬਿਲਕੁਲ, ਜਿਹੜਾ 1139 ਤੇ ਔਰ ਉਹ ਉਦੋਂ ਤੱਕ ਬਲਿੰਕ ਰੈਡ ਹੁੰਦੀ ਰਹਿੰਦੀ ਜਦੋਂ ਤੱਕ ਉਹ ਦੁਬਾਰਾ ਉਸ ਬੰਦੇ ਨੂੰ ਫੋਨ ਕਰਕੇ ਪੁੱਛਿਆ ਨਹੀਂ ਜਾਂਦਾ ਕਿ ਤੁਹਾਡੀ ਕੰਪਲੇਨ ਰਿਜ਼ੋਲਵ ਹੋ ਗਈ, ਔਰ ਉਹਦੀ ਰਿਕਾਰਡਿੰਗ ਮੌਜੂਦ ਹੁੰਦੀ ਹੈ ਔਨ ਰਿਕਾਰਡ, ਸਾਰਾ ਕੰਪਿਊਟਰਾਈਜ਼ ਸਿਸਟਮ ਹੁੰਦਾ ਹੈ। ਉਹ ਜਦੋਂ ਕਹਿ ਦਿੰਦਾ ਜੀ ਕਿ ਬਿਲਕੁਲ ਮੇਰੀ ਸ਼ਿਕਾਇਤ ਜਿਹੜਾ ਤੇ ਉਹਦਾ ਜ਼ਾਲਾ ਹੋ ਗਿਆ ਤੇ ਫਿਰ ਉਹ ਜਿਹੜਾ ਰੈਡ ਤੋਂ ਗ੍ਰੀਨ ਹੋ ਜਾਂਦਾ, ਗ੍ਰੀਨ ਹੁੰਦਾ। ਅੱਛਾ, ਇਹ ਇੱਕ ਬੜੀ ਚੰਗੀ ਚੀਜ਼ ਹੈ, ਲੇਕਿਨ ਇਹਦੇ ਹਵਾਲੇ ਨਾਲ ਮੇਰਾ ਇੱਕ ਸਵਾਲ ਹੈ, ਜਦੋਂ ਇਹ ਤੁਹਾਡੇ ਡਿਸਟ੍ਰੀਬਿਊਟਰ ਸ਼ੋਪਰ ਤਕਸੀਮ ਕਰਦੇ ਨੇ ਤੇ ਉਹ ਇਹਦੇ ਇਸਤੇਮਾਲ ਦੇ ਬਾਰੇ ਦੱਸਦੇ ਨੇ? ਇਹ ਤੇ ਨਹੀਂ ਕਿ ਜਿਹੜੇ ਸਾਦਾ ਸਾਡੇ ਲੋਕ ਨੇ ਉਹ ਇਹਦੇ 'ਚ ਸ਼ੋਪਰ 'ਚ ਗੋਸ਼ਤ ਪਾ ਕੇ ਤੇ ਉਹ ਵੰਡਣਾ ਸ਼ੁਰੂ ਕਰ ਦੇਣਗੇ, ਵਾਹ ਵੱਡਾ ਸਾਈਜ਼ ਦਾ ਸ਼ੋਪਰ ਹੈ। ਬਿਲਕੁਲ ਇਸ ਤਰ੍ਹਾਂ ਨਾਲ ਇਹਦੇ 'ਚ ਗੋਸ਼ਤ ਪਾਣ, ਕਿਉਂਕਿ ਇਹਦੇ ਅੰਦਰ ਹੁੰਦਾ ਕੈਮੀਕਲ, ਇਹ ਬਾਇਓਡੀਗ੍ਰੇਡੇਬਲ ਬੈਗ ਹੈ ਜਿਹਦੇ ਅੰਦਰ ਜਿਹੜਾ ਹੈ ਤੇ ਕੈਮੀਕਲ ਲੱਗਾ ਹੁੰਦਾ ਜਿਹੜਾ ਉਹ ਇਸ ਲਈ ਲਾਉਂਦੇ ਕਿ ਇਹਨੂੰ ਮਾਹੌਲ ਦੋਸਤ ਤਰੀਕੇ ਨਾਲ ਜ਼ਮੀਨ ਦੇ, ਕਿਉਂਕਿ ਸ਼ਾਪਰ ਜਿਹੜਾ ਹੈ ਉਹ ਜ਼ਮੀਨ ਦੇ ਅੰਦਰ ਉਹ ਡਿਸੋਲਵ ਨਹੀਂ ਹੁੰਦਾ। ਯਾਨੀ ਇਹਨੂੰ ਅਸੀਂ ਪਲਾਸਟਿਕ ਨਹੀਂ ਕਹਿ ਸਕਦੇ, ਬਾਇਓਡੀਗ੍ਰੇਡੇਬਲ ਬੈਗ ਹੈ ਔਰ ਇਹਨੂੰ ਜਿਹੜਾ ਹੈ ਤੇ ਸਿਰਫ ਜਿਹੜਾ ਹੈ ਆਪਣਾ ਅਲਾਇਸ਼ਾਂ ਲਈ ਇਸਤੇਮਾਲ ਕਰੋ। ਇਹਦੇ 'ਚ ਅਗਰ ਕੋਈ ਗੋਸ਼ਤ ਵਗੈਰਾ ਪਾਇਆ ਤੇ ਉਹਦੇ ਨਾਲ ਵੀ ਕੈਮੀਕਲ ਆ ਜਾਏਗਾ, ਔਰ ਕੋਈ ਕੱਪੜੇ ਛਪੜੇ ਜਾਂ ਕੋਈ ਕੰਬਲ ਸ਼ੰਬਲ ਜਾਂ ਕੋਈ ਵੀ ਚੀਜ਼ ਰੱਖੀ ਇਹਦੇ ਤੇ ਉਹ ਵੀ ਜਿਹੜਾ ਹੈ ਉਹਨੂੰ ਵੀ ਨੁਕਸਾਨ ਪਹੁੰਚਣ ਦਾ ਅੰਦੇਸ਼ਾ ਹੈ। ਲਿਹਾਜ਼ਾ ਇਹ ਸਿਰਫ ਵੇਸਟ ਲਈ ਹੈ ਬੈਗ, ਔਰ ਸਪੈਸ਼ਲੀ ਜਿਹੜਾ ਤੇ ਲੋਕਾਂ ਨੂੰ ਦਿੱਤਾ ਗਿਆ ਕਿ ਅਲਾਇਸ਼ਾਂ ਜਿਹੜੀਆਂ ਨੇ ਉਹ ਇਹਦੇ 'ਚ ਪਾ ਕੇ ਤੇ ਇਹਨੂੰ ਬੰਨ੍ਹ ਕੇ ਤੇ ਸਾਡੇ ਅਮਲੇ ਦੇ ਹਵਾਲੇ ਕਰਨ ਜਾਂ ਕਰੀਬੀ ਕੂੜੇਦਾਨ ਜਿਹੜਾ ਹੈ ਤੇ ਸੁੱਟ ਦੇਣ, ਤਾਂ ਕਿ ਜਿੰਨੀ ਜਲਦੀ ਹੋਏ ਉੱਥੋਂ ਤਾਫੁਨ ਜਿਹੜਾ ਹੈ ਤੇ ਅਸੀਂ ਇਹਨਾਂ ਨੂੰ ਪਿਕ ਕਰੀਏ। ਇਹਨਾਂ ਨੂੰ ਜਿੰਨਾ ਚੁੱਕਣਾ ਆਸਾਨ ਹੋਏਗਾ, ਔਰ ਵੈਸੇ ਵੀ ਅਸੀਂ ਤੇ ਬਾਰਿਸ਼ ਆ ਰਹੀ, ਜਿੰਨਾ ਸਾਡੇ ਵਰਕਰ ਦਾ ਕੰਮ ਆਸਾਨ ਹੋਏਗਾ, ਸਾਡਾ ਵਰਕਰ ਸਾਡਾ ਹੀਰੋ ਹੈ, ਬਲਕਿ ਪੂਰੇ ਮਾਸ਼ਰੇ ਦਾ ਹੀਰੋ ਹੈ, ਪੂਰੀ ਕੌਮ ਦਾ ਹੀਰੋ ਹੈ, ਜਿਹੜਾ ਸਭ ਤੋਂ ਮੁਸ਼ਕਲ ਕੰਮ ਕਰਦਾ, ਦੂਜਿਆਂ ਦਾ ਗੰਦ ਜਿਹੜਾ ਹੈ ਤੇ ਉਹ ਚੁੱਕ ਰਿਹਾ ਹੁੰਦਾ। ਤੇ ਇਹਦਾ ਜਿੰਨਾ ਕੰਮ ਆਸਾਨ ਕਰੋਗੇ ਉਹ ਉਨਾ ਜਲਦੀ ਜਿਹੜਾ ਹੈ ਤੁਹਾਨੂੰ ਜਿਹੜਾ ਸਾਫ ਸੁਥਰਾ ਮਾਹੌਲ ਦੇਗਾ, ਕਿਉਂਕਿ ਗੰਦ ਤੇ ਅਸੀਂ ਪਾਉਂਦੇ ਆ, ਗੰਦੇ ਅਸੀਂ ਆ। ਇਹ ਸਫਾਈ ਵਾਲਾ ਇਹ ਸਾਫ ਕਰਦਾ ਹੈ ਤੇ ਇਹਦੀ ਸਫਾਈ ਦੇ ਅਮਲ ਵਿੱਚ ਜਿੰਨਾ ਅਸੀਂ ਜਿਹੜਾ ਹੈ ਤੇ ਆਪਣਾ ਇਹਦੀ ਹੈਲਪ ਕਰਾਂਗੇ, ਇਹਦੀ ਮਦਦ ਕਰਾਂਗੇ, ਜਿੰਨਾ ਇਹਦਾ ਕੰਮ ਆਸਾਨ ਕਰਾਂਗੇ ਉਨੀ ਜਲਦੀ ਇਹ ਚੁੱਕ ਲੇਗਾ, ਔਰ ਸਾਡੇ ਲਈ, ਸਾਡੇ ਬੱਚਿਆਂ ਲਈ ਸਾਫ ਸੁਥਰਾ ਮਾਹੌਲ ਜਿਹੜਾ ਆਸਾਨੀ ਪੈਦਾ ਹੋ ਜਾਏਗੀ। ਅੱਛਾ, ਵਰਕਰਸ ਦੀ ਤੁਸੀਂ ਗੱਲ ਕੀਤੀ ਹੈ ਔਰ ਅਲਟੀਮੇਟਲੀ ਉਹੀ ਸਾਰਾ ਕੰਮ ਕਰ ਰਹੇ ਹੁੰਦੇ ਨੇ, ਅਸੀਂ ਗੰਦ ਪਾਉਣ ਵਾਲਿਆਂ ਚੋਂ ਉਹ ਸਾਫ ਕਰਨ ਵਾਲਿਆਂ ਚੋਂ। ਉਹਨਾਂ ਦੀਆਂ ਵੀ ਕੁਝ ਰਿਕੁਆਇਰਮੈਂਟਸ ਹੁੰਦੀਆਂ ਨੇ ਔਰ ਉਹਨਾਂ ਦੇ ਵੀ ਕੁਝ ਮੁਤਾਲਬਾਤ ਨੇ। ਵਰਕਰ ਤੁਹਾਡੇ ਬਿਲਕੁਲ ਹੈਪੀ ਨੇ, ਈਦ ਉਹਨਾਂ ਦੀ ਵੀ ਥੋੜੀ ਮੁਸ਼ਕਿਲ ਗੁਜ਼ਰਦੀ ਹੈ ਔਰ ਸਿਸਟਮ ਤੁਹਾਡਾ ਕੰਪਨੀ ਦਾ ਠੀਕ ਚੱਲਦਾ ਪਿਆ? ਜੀ ਬਿਲਕੁਲ, ਵਰਕਰ ਅਲਹਮਦੁਲਿਲਾ ਉਹਨਾਂ ਨੂੰ ਜਿਹੜਾ ਹੈ ਤੇ ਹਕੂਮਤ ਨੇ ਜਿਹੜਾ ਐਲਾਨ ਕੀਤਾ ਸੀ ਕਿ ਭਾਈ ਈਦ ਤੋਂ ਪਹਿਲੇ ਸਾਰਿਆਂ ਨੂੰ ਤਨਖਾਹਾਂ ਦੇ ਦੇਣੀਆਂ ਨੇ, ਉਹ ਦਿੱਤੀਆਂ ਨੇ। ਉਹਨਾਂ ਦੇ ਹੈਲਥ ਐਂਡ ਸੇਫਟੀ ਦੇ ਜਿਹੜੇ ਬਾਕੀ
ਜਿਹੜੇ ਹੈ ਨੇ ਅਸੂਲ ਉਹਨਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ। ਅੱਛਾ। ਉਹਨਾਂ ਦੀ ਬਾਕੀ ਹਰ ਚੀਜ਼ ਦਾ, ਉਹਨਾਂ ਦੇ ਇਲਾਜ ਮੁਆਲਜੇ ਦਾ, ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਬੜਾ ਖਿਆਲ ਰੱਖਿਆ ਜਾਂਦਾ, ਕਿਉਂਕਿ ਇਹੀ ਸਾਡੇ ਅਸਲ ਹੀਰੋਜ਼ ਨੇ, ਇਹੀ ਸਾਡੇ ਵਰਕਰ ਜਿਹੜਾ ਹੈ ਸਾਡਾ ਕੀਮਤੀ ਸਾਥ ਨੇ, ਬਲਕਿ ਮੈਂ ਤਾਂ ਕਹਾਂਗਾ ਸਾਡੇ ਮਾਥੇ ਦਾ ਝੂਮਰ ਨੇ। ਸਹੀ। ਅੱਛਾ, ਤੁਸੀਂ ਵੇਸਟ ਮੈਨੇਜਮੈਂਟ ਕੰਪਨੀ ਦੇ ਤਰਜਮਾਨ ਹੋ, ਮੈਨੂੰ ਇਹ ਦੱਸੋ ਕਿ ਇਸ ਈਦ ਤੇ ਤਿਆਰੀਆਂ ਦੇ ਹਵਾਲੇ ਨਾਲ ਤੁਸੀਂ ਕਿੰਨੇ ਮੁਤਮਈਨ ਹੋ? ਮੈਂ ਜੀ 100% ਮੁਤਮਈਨ ਹਾਂ। ਸਿਰਫ ਇੱਕ ਚੀਜ਼ ਜਿਹੜੀ ਥੋੜੀ ਜੀ ਹੈ ਉਹ ਇਸ ਦਫਾ ਕਿ ਬਈ ਬਾਰਿਸ਼ ਜਿਹੜਾ ਉਹ ਥੋੜੀ ਤੇਜ਼ ਹੋਏਗੀ, ਉਹਦੇ ਨਾਲ ਕੰਮ ਵਿੱਚ ਥੋੜੀ ਜਿਹਾ ਡਿਲੇ ਆਏਗਾ, ਲੇਕਿਨ ਜਿਹੜਾ ਹੈ ਤੇ ਅਸੀਂ ਇਨਸ਼ਾਅੱਲਾ ਤਾਲਾ, ਪਿਛਲੀ ਵਾਰੀ ਵੀ ਇਹ ਸਾਡਾ ਇਹ ਆਪਰੇਸ਼ਨ ਹੁੰਦਾ 72 ਘੰਟੇ ਦਾ, 3 ਦਿਨ ਦਾ, ਈਦ ਦਾ ਪਹਿਲਾ ਦਿਨ, ਦੂਜਾ ਦਿਨ, ਤੀਜਾ ਦਿਨ, ਤੇ ਮਜਮੂਈ ਤੌਰ ਤੇ ਇਹ ਸਾਡਾ ਆਪਰੇਸ਼ਨ ਹੈ 72 ਘੰਟੇ ਦਾ। ਪਿਛਲੀ ਵਾਰੀ ਵੀ ਅਸੀਂ ਕੋਈ ਕਬਲ ਅਜ਼ ਵਕਤ ਆਪਰੇਸ਼ਨ ਮੁਕੰਮਲ ਕਰ ਲਿਆ ਸੀ। ਅੱਛਾ। ਔਰ ਇਨਸ਼ਾਅੱਲਾ ਇਸ ਦਫਾ ਵੀ ਸਾਡੀਆਂ ਪੂਰੀ ਤਿਆਰੀਆਂ ਨੇ ਕਿ ਅਸੀਂ ਇਹਨੂੰ ਜਿਹੜਾ ਹੈ ਤੇ 72 ਘੰਟੇ ਤੋਂ ਪਹਿਲੇ ਜਿਹੜਾ ਹੈ ਤੇ ਆਪਣਾ ਇਹਨੂੰ ਜਿਹੜਾ ਅਸੀਂ ਮੁਕੰਮਲ ਕਰਕੇ ਤੇ ਜਿਹੜਾ ਹੈ ਤੇ ਲਿਆਣੇ ਲਾਹੌਰ ਨੂੰ ਤੇ ਆਪਣੇ ਲਾਹੌਰੀ ਭਾਈਆਂ ਨੂੰ ਸਾਫ਼ ਸੁਥਰਾ ਜਿਹੜਾ ਹੈ ਤੇ ਇੱਕ ਮਾਹੌਲ ਤਾਫਨ ਤੋਂ ਬਾਅਦ ਦਿੱਤਾ ਜਾਵੇ। ਸਹੀ। ਅੱਛਾ ਜਮੀਲ ਸਾਹਿਬ, ਲਾਹੌਰ ਵੇਸਟ ਮੈਨੇਜਮੈਂਟ ਜਿਹੜੀ ਹੈ ਉਹ 2 ਜਿਹੜੇ ਮੌਕੇ ਹੁੰਦੇ ਨੇ ਸਾਲ ਦੇ ਵਿੱਚ, ਉਹ ਬਹੁਤ ਜ਼ਿਆਦਾ ਐਕਟਿਵ ਹੁੰਦੀ, ਉਹਨਾਂ ਦਾ ਕੰਮ ਵੱਧ ਜਾਂਦਾ। ਇੱਕ ਹੁੰਦੀ ਹੈ ਬਰਸਾਤ ਔਰ ਇੱਕ ਹੁੰਦੀ ਹੈ ਵੱਡੀ ਈਦ। ਇਸ ਦਫਾ 2 ਵੀ ਇਕੱਠੀਆਂ ਨੇ। ਇੱਕ ਪਾਸੇ ਤੇ ਆਂਦਰਾ ਸ਼ਾਂਦਰਾ ਵੱਡੀ ਈਦ ਤੇ ਵੱਡਾ ਚੈਲੰਜ, ਉਹ ਸਾਰਾ ਕੁਝ ਪਿਆ ਹੋਏਗਾ, ਉੱਤੋਂ ਵਸ ਰਿਹਾ ਹੋਏਗਾ ਛਮ ਬੱਦਲ, ਔਰ ਵੇਖਿਆ ਜਾਂਦਾ ਕਿ ਜਿਹੜੇ ਸਾਡੇ ਨਾਲੇ ਨੇ, ਗਟਰ ਨੇ ਔਰ ਬਾਕੀ ਚੀਜ਼ਾਂ ਨੇ, ਉਹ ਪਲਾਸਟਿਕ ਦੇ ਪਾਈਪਸ ਔਰ ਸ਼ਾਪਿੰਗ ਬੈਗ ਨਾਲ ਜ਼ਿਆਦਾ ਭਰੇ ਜਾਂਦੇ ਨੇ, ਫਿਰ ਰੁਕ ਜਾਂਦਾ ਕੰਮ। ਇਸ ਦਫਾ ਦੇ ਵਿੱਚ ਅਸੀਂ ਕੁਝ ਦਿਨ ਪਹਿਲੇ ਗੱਲ ਕਰ ਰਹੇ ਸੀ ਕਿ ਇੱਕ ਚੀਜ਼ ਦਾ ਇਜ਼ਾਫਾ ਹੋ ਗਿਆ ਵੇ ਮਾਸਕ, ਕਿਉਂਕਿ ਬਹੁਤ ਜ਼ਿਆਦਾ ਮਾਸਕ ਅਸੀਂ ਵਰਤਨੇ ਆ, ਫਿਰ ਉਹ ਵੇਸਟ ਜਾਂਦੇ ਨੇ ਔਰ ਉਹ ਸ਼ਾਇਦ ਕਿਤੇ ਨਾ ਕਿਤੇ ਬਾਹਰ ਨਹੀਂ ਜਾ ਰਹੇ, ਸ਼ਹਿਰ ਦੇ ਵਿੱਚ ਹੀ ਪਏ ਨੇ, ਉਹ ਵੀ ਜਾ ਸਕਦੇ ਨੇ। ਸੋ ਇਹ ਸਾਰੀ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ, ਕਿਉਂਕਿ ਤੁਸੀਂ ਤੇ 100% ਰੈਡੀ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਸਾਰਾ ਸਿਸਟਮ ਹੋ ਜਾਏਗਾ, ਲੇਕਿਨ ਬੜੇ ਥਾਂ ਐਸੇ ਹੋਣਗੇ ਜਿਹੜੇ ਚੋਕ ਹੋ ਜਾਣਗੇ, ਪਾਣੀ ਰੁਕ ਜਾਏਗਾ ਔਰ ਵਿੱਚ ਕਿਤੇ ਨਾ ਕਿਤੇ ਅਸੀਂ ਵੇਖਾਂਗੇ ਕਿ ਕੁਝ ਲਾਸ਼ਾਂ ਜਿਹੜੀਆਂ ਤੈਰ ਵੀ ਰਹੀਆਂ ਨੇ, ਫਿਰ ਉਹ ਸੋਸ਼ਲ ਮੀਡੀਆ ਤੋਂ ਦੀ ਵੀਡੀਓ ਵੀ ਵੇਖਾਂਗੇ, ਫਿਰ ਤੁਹਾਡੀ ਕੰਪਨੀ ਦਾ ਨਾਮ ਹੀ ਆਏਗਾ, ਤੁਹਾਨੂੰ ਟੈਗ ਵੀ ਕੀਤਾ ਜਾਏਗਾ, ਤੁਹਾਡੇ ਹੈਸ਼ਟੈਗ ਵੀ ਚੱਲਣਗੇ, ਕਹਾਂ ਹੈ ਹਕੂਮਤ, ਇਹ ਵੀ ਗੱਲ ਹੋਏਗੀ। ਉਹਨਾਂ ਨੂੰ ਥੋੜਾ ਜਿਹਾ ਦੱਸੋ ਆਮ ਆਵਾਮ ਨੂੰ ਕਿ ਇਹ ਦੋਵਾਂ ਪਾਸਿਓਂ ਕਰਨ ਵਾਲਾ ਕੰਮ ਹੁੰਦਾ। ਇੱਕ ਤੇ ਕੰਪਨੀ ਕਰੇਗੀ, ਤੁਸੀਂ ਕਿਸ ਤਰ੍ਹਾਂ ਉਹਨਾਂ ਦਾ ਸਾਥ ਦੇਣਾ। ਇਹ ਤੇ ਸ਼ਾਪਿੰਗ ਬੈਗ ਕਹਿ ਰਹੇ ਆ, ਇਹ ਵੇਸਟ ਵਾਲਾ ਜਿਹੜਾ ਬੈਗ ਉਹਦਾ ਤੁਸੀਂ ਦੱਸ ਦਿੱਤਾ। ਇਸ ਤੋਂ ਇਲਾਵਾ ਕੀ ਕਰਨ ਕਿ ਇਹ ਜਿਹੜਾ ਮੁਸ਼ਕਿਲ ਜਿਹੜਾ ਮੌਸਮ ਹੈ ਇਹ ਲੰਘ ਜਾਏ? ਵੇਖੋ ਜੀ, ਜਿਸ ਤਰ੍ਹਾਂ ਕਹਿ ਦਿੰਦੇ ਨਾ ਕਿ ਤਾਲੀ 2 ਹੱਥਾਂ ਨਾਲ ਵੱਜਦੀ ਜੀ, ਤੇ ਇਹ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇਣਾ। ਅਗਰ ਤੁਸੀਂ ਘਰ 'ਚ ਵੀ 5 ਅਫਰਾਦ ਹੋ ਨਾ ਜੀ, ਔਰ 4 ਬੜੇ ਸਾਫ਼ ਸੁਥਰੇ ਨੇ, ਇੱਕ ਅਗਰ ਗੰਦ ਪਾ ਦੇਵੇ ਤੇ ਉਹ ਘਰ ਵੀ ਸਾਫ਼ ਨਹੀਂ ਰਹਿੰਦਾ, ਚਾਹੇ ਉਹ ਛੋਟਾ ਜਿਹਾ ਵੀ ਘਰ ਹੋਏ, ਉਹ ਸਾਫ਼ ਨਹੀਂ ਰਹਿੰਦਾ ਇੱਕ ਬੰਦੇ ਦੀ ਗੰਦਗੀ ਪਾਉਣ ਨਾਲ। ਤੇ ਇਹ ਤਕਰੀਬਨ ਅਸੀਂ ਇਸ ਟਾਈਮ 1.25 ਕਰੋੜ ਦੀ ਜਿਹੜਾ ਹੈ ਤੇ ਆਲਮੋਸਟ ਆਬਾਦੀ ਹੈ, ਔਰ ਜਦੋਂ ਤੱਕ ਆਵਾਮ ਸਾਡਾ ਸਾਥ ਨਹੀਂ ਦੇਗੀ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ। ਉਹਦੇ ਲਈ ਜ਼ਰੂਰੀ ਹੈ ਕਿ ਬਈ ਥੋੜਾ ਜਿਹਾ ਜਿਹੜਾ ਹੈ ਤੇ ਆਪਣਾ ਇਹ ਸਾਡੀ ਕਹਿ ਲਓ ਕਿ ਮਜ਼ਹਬੀ, ਸਮਾਜੀ ਤੇ ਅਖਲਾਕੀ ਫਰੀਜ਼ਾ ਹੈ ਕਿ ਅਸੀਂ ਆਪਣਾ ਗੰਦ ਜਿਹੜਾ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਡਿਸਪੋਜ਼ ਆਫ ਕਰੀਏ, ਉਹਨੂੰ ਇੱਧਰ ਉੱਧਰ ਸੁੱਟਣ ਦੇ ਬਜਾਏ ਜਾਂ ਸੜਕਾਂ ਤੇ ਜਾਂ ਨਾਲੀਆਂ 'ਚ ਜਾਂ ਕਿਸੇ ਹੋਰ ਜਗ੍ਹਾ ਤੇ। ਉਹ ਬਿਹਤਰ ਹੈ ਕਿ ਬਈ ਕੰਟੇਨਰ ਹੀ ਛੁੱਟੀਏ, ਜਾਂ ਜਿਹੜਾ LWMC ਜਾਂ ਸਫਾਈ ਦਾ ਅਮਲਾ ਜਿਹੜਾ ਸਾਡਾ ਵਰਕਰ ਆਂਦਾ ਉਹਦੇ ਹਵਾਲੇ ਕਰੀਏ, ਉਹ ਉਹਨਾਂ ਲਈ ਬਿਹਤਰ ਹੈ। ਉਹ ਕੱਲ ਨੂੰ ਨਾਲ ਹੀ ਚੌਕ ਹੋ ਜਾਣੀ ਹੈ ਅਗਰ ਮਾਸਕ ਜਾਂ ਸ਼ਾਪਰ ਜਾਂ ਕੋਈ ਵੀ ਚੀਜ਼ ਸੁੱਟਣਗੇ ਆਪਣੇ, ਜ਼ਾਹਿਰੀ ਗੱਲ ਹੈ ਆਪਣੇ ਘਰ ਦੇ ਬਾਹਰ ਜਾਂ ਕਿਸੇ ਦੇ ਘਰ ਦੇ ਬਾਹਰ ਅਗਰ ਉਹ ਕਰਨਗੇ, ਉਹ ਅਲਟੀਮੇਟਲੀ ਨੁਕਸਾਨ ਸਾਰਿਆਂ ਨੂੰ ਪਹੁੰਚੇਗਾ। ਜੇ ਅਗਰ ਉੱਥੇ ਪਾਣੀ ਖਲੋਤਾ ਤੇ ਉਹ ਬਹੁਤ ਬਦਬੂ ਸਾਰਿਆਂ ਨੂੰ ਆਏਗੀ, ਮੱਖੀ ਮੱਛਰ ਜਿਹੜਾ ਹੈ ਉੱਥੇ ਜਿਹੜਾ ਹੈ ਸਾਰਾ ਉਹਨੇ ਨਹੀਂ, ਮੱਛਰ ਜਾਂ ਮੱਖੀ ਨੇ ਨਹੀਂ ਵੇਖਣਾ ਕਿ ਬਈ ਮੈਂ ਜਿਹੜਾ ਹੈ ਤੇ ਆਪਣਾ ਤੁਹਾਡੇ ਘਰ ਜਾ ਰਹੀ ਜਾਂ ਮੇਰੇ ਘਰ ਆ ਰਹੀ, ਉਹਨੇ ਹਰ ਘਰ ਮਿਲੇ ਉਹਨੇ ਘਰ ਜਾਣਾ। ਔਰ ਉੱਥੇ ਉਹ ਫਿਰ ਸਾਡੇ ਹੀ ਬੱਚੇ ਨੇ, ਸਪੈਸ਼ਲੀ ਬੱਚੇ, ਤੁਹਾਨੂੰ ਪਤਾ ਕਿ ਬਾਈ ਬਾਹਰ ਖੇਡਦੇ ਕੂਦਦੇ ਨੇ, ਉਹਨਾਂ ਦੀ ਉਮਰ ਹੀ ਐਸੀ ਹੁੰਦੀ, ਤੇ ਉਹ ਫਿਰ ਉਹਨਾਂ ਦੇ ਲਈ ਜਿਹੜਾ ਹੈ ਤੇ ਆਪਣੇ ਬੱਚਿਆਂ ਨੂੰ ਅਗਰ ਤੁਸੀਂ ਸਾਫ਼ ਸੁਥਰਾ ਮਾਹੌਲ ਦੇਣਾ ਚਾਹੁੰਦੇ ਹੋ, ਥੋੜੇ ਜਿਹੇ ਜਿਹੜਾ ਹੈ ਤੇ ਸਫਾਈ ਦੇ ਜਿਹੜਾ ਵੇਸਟ ਹੈ ਉਹਨੂੰ ਪ੍ਰੋਪਰ ਫਿਰ ਵੀ ਹੱਥ ਹੌਲਾ ਰੱਖਦੇ ਹੋ ਕਿ ਤੁਸੀਂ ਕਹਿ ਰਹੇ ਹੋ ਥੋੜਾ ਜਿਹਾ, ਮੈਂ ਕਹਾਂਗਾ ਬਹੁਤਾ ਸਫਾਈ ਬਹੁਤੀ ਹੋਣੀ ਚਾਹੀਦੀ ਹੈ, ਕਦੇ ਵੀ ਥੋੜੀ ਨਹੀਂ ਹੋਣੀ ਚਾਹੀਦੀ। ਅੱਛਾ, ਇੱਥੋਂ ਹੀ ਮੈਨੂੰ ਇੱਕ ਗੱਲ ਤੁਸੀਂ ਦੱਸੋ ਕਿ ਜਿਵੇਂ ਬਾਬਡਾ ਹਵਾਲੇ ਨਾਲ ਵੇਖੀਏ ਜਾਂ ਤੁਸੀਂ ਦੇਖ ਲਓ ਕਿ ਟ੍ਰੈਫਿਕ ਪੁਲਿਸ ਉਸੇ ਟਾਈਮ ਚਲਾਨ ਕਰ ਦਿੰਦੀ, ਕੀ ਇਹ ਤੁਹਾਡੇ ਇਦਾਰੇ ਨੇ ਕੋਈ ਜਿਵੇਂ ਸਾਡੇ ਸਾਥੀ ਸੰਗੀ ਜਾਂ ਕੋਈ ਵੀ ਬਾਹਰ ਵੇਖਦੇ ਨੇ ਜਾ ਕੇ ਕੋਈ ਨਹੀਂ ਹੈਗਾ ਤੇ ਉੱਥੇ ਜਿਹੜਾ ਫਜ਼ਾ ਜਾਂ ਸੁੱਟਦਾ ਹੈ, ਕੋਈ ਐਸਾ ਹੈ ਸਿਸਟਮ ਕਿ ਉਹਨੂੰ ਉਸੇ ਟਾਈਮ ਜੁਰਮਾਨਾ ਕੀਤਾ ਜਾਏ? ਜੀ ਬਿਲਕੁਲ, ਇਨਫੋਰਸਮੈਂਟ ਵਿੰਗ ਹੈ ਸਾਡਾ, ਲੇਕਿਨ ਉਹ ਇੰਨਾ ਮੁਤਹਰਕ ਨਹੀਂ ਹੈ। ਲੇਕਿਨ ਹੁਣ ਜਿਹੜੀ ਹਾਲੀਆ ਸਾਡੀ ਬੋਰਡ ਦੀ ਇਜਲਾਸ ਦੀ ਮੀਟਿੰਗ ਹੋਈ, ਉਹਦੇ 'ਚ ਇਹ ਫੈਸਲਾ ਕੀਤਾ ਗਿਆ ਕਿ ਇਨਫੋਰਸਮੈਂਟ ਨੂੰ ਥੋੜਾ ਮਜ਼ੀਦ ਜਿਹੜਾ ਹੈ ਮਜ਼ਬੂਤ ਕੀਤਾ ਜਾਏ ਔਰ ਇਹਨੂੰ ਜਿਹੜਾ ਹੈ ਤੇ ਆਪਣਾ ਜਿਹੜਾ ਸਟਰੈਂਥਨ ਕੀਤਾ ਜਾਏ। ਔਰ ਲੋਕਾਂ ਨੂੰ, ਕਿਉਂਕਿ ਤੁਹਾਨੂੰ ਪਤਾ ਕਿ ਅਸੀਂ ਸਾਡੀ ਜਿਹੜੀ ਕੌਮ ਹੈ ਉਹ ਲਾਹੌਰ ਸ਼ਹਿਰ ਦੇ ਅੰਦਰ ਤੇ ਜਿਸ ਤਰ੍ਹਾਂ ਮਰਜ਼ੀ ਗੱਡੀ ਚਲਾਏ, ਲੇਕਿਨ ਜਿਸ ਤਰ੍ਹਾਂ ਮੋਟਰਵੇ ਤੇ ਚੜ੍ਹ ਜਾਂਦੀ ਹੈ ਤੇ ਉਸ ਨਾਲੋਂ ਸੀਟ ਬੈਲਟ ਵੀ ਬੰਨ ਲੈਂਦੀ, ਉਹ ਸਪੀਡ ਲਿਮਿਟ ਦਾ ਵੀ ਖਿਆਲ ਰੱਖਦੀ। ਇਹ ਹੋਣਾ ਚਾਹੀਦਾ ਸਟਿਕ ਐਂਡ ਕੈਰਟ ਜਿਹੜਾ ਹੈ ਕਿ ਬਈ ਜਿਹੜਾ ਅਗਰ ਕੋਈ, ਔਰ ਮੈਂ ਦੂਸਰੇ ਪਾਸੇ ਅਗਰ ਜਿਹੜਾ ਕੋਈ ਅੱਛਾ ਕਰਦਾ, ਸਫਾਈ ਦਾ ਖਿਆਲ ਰੱਖਦਾ, ਉਹਨੂੰ
ਕੋਈ Appreciate ਵੀ ਸਰਟੀਫਿਕੇਟ, ਕਰਨਾ। ਕੋਈ ਜਿਹੜਾ ਸ਼ੀਲਡ, ਕੋਈ ਸਨਅਤ, ਕੋਈ ਇਸ ਤਰ੍ਹਾਂ ਦੀ ਚੀਜ਼ਾਂ ਉਹ ਕੀਤੀਆਂ ਜਾਣ ਜਿਹਦੇ ਨਾਲ ਉਹਦੀ ਹੌਸਲਾ ਅਫਜ਼ਾਈ ਹੋਏ ਔਰ ਬਾਕੀ ਲੋਕ ਵੀ ਜਿਹੜਾ ਹੈ ਤੇ ਆਪਣਾ ਫਿਰ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ। ਜੀ। ਇਨਸ਼ਾਅੱਲਾ ਇਹਦੇ ਤੇ ਵੀ ਕੰਮ ਚੱਲ ਰਿਹਾ। ਕੰਮ ਅੱਛਾ, ਹੋਣਾ ਇਹਦੇ ਤੇ ਚਾਹੀਦਾ ਕੰਮ ਚੱਲ ਬਿਲਕੁਲ। ਰਿਹਾ, ਔਰ 1139 ਮੈਂ ਦੁਬਾਰਾ ਨੰਬਰ ਦੁਹਰਾ ਦਿਆਂਗਾ, ਜੇ ਤੁਹਾਨੂੰ ਕੋਈ ਮਸਲਾ ਹੋਵੇ ਵੱਡੀ ਦੇ ਉੱਤੇ ਬਹੁਤ ਜ਼ਿਆਦਾ ਹੀ ਬਦਬੂ ਫੈਲ ਗਈ ਹੈ ਔਰ ਜਾਂ ਲਾਸ਼ਾਂ- ਗਲੀ ਮੁਹੱਲੇ ਜ਼ਿਆਦਾ ਕੋਈ ਗੰਦ ਪੈ ਗਿਆ ਮਸਲਾ ਤਾਂ ਹੋ ਗਿਆ, ਤੁਸੀਂ ਪਾਣੀ ਹਾਂ ਰੁਕ ਗਿਆ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਨੇ, ਤੇ 1139 ਔਰ ਆਪਣੇ ਪ੍ਰੋਡਿਊਸਰ ਸਜਾਦ ਬੁਖਾਰੀ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗੇ ਕਿ ਕੋਈ ਅਗਰ ਸਕਰੀਨ ਦੇ ਉੱਤੇ 1139 ਹੈਲਪਲਾਈਨ ਆ ਜਾਏ ਤੇ ਉਹ ਵੀ ਵਧੀਆ ਹੋ ਜਾਏਗਾ, ਜਾਂ 113 ਦੇ ਉੱਤੇ ਤੁਸੀਂ ਰਾਬਤਾ ਕਰਕੇ ਤੇ ਲਾਹੌਰ ਦੇ ਵਿੱਚ ਜਿਹੜੇ ਲਾਹੌਰ ਦੇ ਵਸਨੀਕ ਨੇ ਉਹ ਜਿਹੜਾ ਆਪਣਾ ਕੰਮ ਉਹ ਜ਼ਰੂਰ ਕਰਵਾ ਸਕਦੇ ਨੇ। ਅੱਛਾ, ਇਹ ਦੁਨੀਆ ਸਾਰੀ ਦੇ ਵਿੱਚ ਵੇਖਿਆ ਗਿਆ ਕਿ ਜਿਹੜਾ ਵੇਸਟ ਹੈ ਉਹਨੂੰ ਇੱਕ ਕਮੋਡਿਟੀ ਦੇ ਤੌਰ ਤੇ ਵੀ ਵੇਖਿਆ ਜਾਂਦਾ ਔਰ ਉਹਨੂੰ ਵਰਤਿਆ ਜਾਂਦਾ। ਇੱਕ ਤੇ ਵੇਸਟ ਉਹ ਹੁੰਦਾ ਜਿਹੜਾ ਕਿਸੇ ਕੰਮ ਨਹੀਂ ਆਉਂਦਾ, ਇੱਕ ਵੇਸਟ ਹੁੰਦਾ ਜਿਹੜਾ ਕਿ ਰੀਨਿਊਬਲ ਹੁੰਦਾ ਹਾਂ। ਔਰ ਉਹਦੇ ਨਾਲ એનર્ਜੀ ਵੀ ਬਾਜ਼ ਥਾਵਾਂ ਤੇ ਬਣਾਈ ਜਾਂਦੀ ਹੈ ਔਰ ਬਾਜ਼ ਥਾਵਾਂ ਦੇ ਉੱਤੇ ਉਹਨੂੰ ਦੁਬਾਰਾ ਤੋਂ ਰੀਸਾਈਕਲ ਵੀ ਕੀਤਾ ਜਾਂਦਾ ਹੈ। ਤੁਹਾਡੀ ਕੰਪਨੀ ਕਿਸ ਤਰ੍ਹਾਂ ਵੇਖਦੀ ਹੈ ਕਿ ਲਾਹੌਰ ਦਾ ਜਿਹੜਾ ਸਾਰਾ ਕੂੜਾ ਵਗੈਰਾ ਔਰ ਵੇਸਟ ਹੈਗਾ ਉਹਨੂੰ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ ਔਰ ਉਹਦੇ ਨਾਲ ਰੀਨਿਊਬਲ એનર્ਜੀ ਬਣਦੀ ਹੈ ਜਾਂ ਨਹੀਂ? ਬਿਲਕੁਲ ਜੀ, ਇਹਦੇ 'ਚ ਦੋ ਕਿਸਮ ਦਾ, ਇੱਕ ਤੇ ਰੀਸਾਈਕਲੇਬਲਸ ਨੇ, ਠੀਕ ਹੈ ਜੀ, ਉਹਦੇ ਤੇ ਜਿਹੜਾ ਹੈ ਉਹ ਤੁਹਾਨੂੰ ਪਤਾ ਜ਼ਿਆਦਾਤਰ ਤੇ ਸਾਡੇ ਜਿਹੜੇ ਸਕਵੈਂਜਰਸ ਨੇ ਉਹ ਹੀ ਇਹਦੇ 'ਚੋਂ ਕੱਢ ਲੈਂਦੇ ਨੇ, ਲੇਕਿਨ ਚਲੋ ਇੱਕ ਇਹ ਹੈ ਕਿ ਬਈ ਉਹ ਸਾਡੀ ਲੈਂਡਫਿਲ ਤੇ ਨਹੀਂ ਜਾਂਦਾ, ਉਹ ਦੁਬਾਰਾ ਕਿਸੇ ਨਾ ਕਿਸੇ ਸਰਕਲ ਵਿੱਚ, ਹਾਲਾਂਕਿ ਉਹ ਨਹੀਂ ਹੈ ਜਾਂਦੀ ਅਥੈਂਟਿਕ ਉਹ ਨਹੀਂ ਹੈ, ਲੇਕਿਨ ਚਲੋ ਕਿਸੇ ਬਹਾਨੇ ਜਿਹੜਾ ਹੈ ਤੇ ਆਪਣਾ ਉਹ ਰੀਸਾਈਕਲੇਬਲ ਤੇ ਐਟਲੀਸਟ ਉਹ ਕੱਢ ਕੇ ਜਿਹੜਾ ਉਹਨੂੰ ਕਬਾੜੀਆਂ ਦਾ ਸਿਸਟਮ ਹਾਂ ਉਹ ਬਿਲਕੁਲ ਉਸੇ ਤਰ੍ਹਾਂ ਉਹ ਚੱਲ ਰਿਹਾ ਹੁੰਦਾ ਹੈ। ਦੂਸਰਾ ਆਰਗੈਨਿਕ ਵੇਸਟ ਹੈ ਜਿਹੜਾ ਸਬਜ਼ੀਆਂ ਦਾ, ਫਲਾਂ ਦਾ, ਮੰਡੀਆਂ ਤੋਂ ਇਹ ਸਾਰਾ ਜਿਹੜਾ ਇਕੱਠਾ ਹੋ ਰਿਹਾ, ਉਹਦੇ ਲਈ ਅਸੀਂ ਹੁਣ ਰੀਸੈਂਟਲੀ ਜਿਹੜਾ ਹੈ ਤੇ ਆਪਣਾ ਕੰਪੋਸਟ ਪਲਾਂਟ ਨੂੰ ਦੁਬਾਰਾ ਜਿਹੜਾ ਹੈ ਤੇ ਬਹਾਲ ਕੀਤਾ ਤੇ ਅਸੀਂ ਉਹਦੇ ਤੋਂ ਨਾ ਜ਼ਮੀਨ ਲਈ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇੱਕ ਖਾਦ ਕੰਪੋਸਟ ਜਿਹੜਾ ਹੈ ਤੇ ਉਹ ਤਿਆਰ ਹੋਣਾ 500 ਤਕਰੀਬਨ ਟਨ ਦੇ ਨਾਲ ਉਹਦੇ ਤੇ ਕੰਮ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਸਾਡਾ ਜਿਹੜਾ RDF ਰਿਫਿਊਜ਼ ਡਰਾਈਵਡ ਫਿਊਲ ਹੈ ਉਹਨੂੰ ਵੀ ਅਸੀਂ ਦੁਬਾਰਾ ਤੋਂ ਇਨਸ਼ਾਅੱਲਾ ਅਗਲੇ ਮਹੀਨੇ ਜਾਂ ਮਹੀਨੇ ਡੇਢ ਤੱਕ ਉਹਨੂੰ ਵੀ ਅਸੀਂ ਜਿਹੜਾ ਦੁਬਾਰਾ ਤੋਂ ਫਾਲ ਕਰ ਦਿਆਂਗੇ। ਔਰ ਬਾਕੀ ਪ੍ਰੋਜੈਕਟ ਸਾਰੇ ਚੱਲ ਰਹੇ ਨੇ એનર્ਜੀ ਡਿਪਾਰਟਮੈਂਟ ਦੇ ਨਾਲ, ਅਸੀਂ ਜਿਹੜਾ ਹੈ ਤੇ ਆਪਣਾ ਰਾਬਤੇ 'ਚ ਔਰ ਅਸੀਂ ਜਿਹੜਾ ਉਹਨਾਂ ਨੂੰ ਵੇਸਟ ਦੇਣਾ ਤੇ ਬਾਕੀ ਸਾਰਾ ਉਹਨਾਂ ਨੇ ਫਿਰ ਇੱਥੇ ਕੰਮ ਕਰਨਾ ਹੈ ਜੀ। ਬਿਲਕੁਲ ਸਹੀ ਤੇ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਲਕਿ ਤੁਸੀਂ ਬੜੀ ਅੱਛੀ ਇਨਫੋਰਮੇਸ਼ਨ ਜਿਹੜੀ ਜਮੀਲ ਖਾਵਰ ਸਾਹਿਬ ਸਾਡੇ ਨਾਲ ਸ਼ੇਅਰ ਕੀਤੀ ਹੈ ਤੇ ਇਹ ਜ਼ਰੂਰੀ ਹੈ ਕਿ ਇਸ ਈਦ ਤੇ ਕਿਉਂਕਿ ਕਰੋਨਾ ਵਬਾ ਵੀ ਹੈ ਤੇ ਔਰ ਵੀ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਤੇ ਤੁਸੀਂ ਉਹਨਾਂ ਕੋਲੋਂ ਕਿਵੇਂ ਬਚਣਾ ਹੈ, ਸਫਾਈ ਕਿਸ ਤਰ੍ਹਾਂ ਰੱਖਣੀ ਹੈ ਤੇ ਸਿਰਫ ਇਹ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ, ਜਿਵੇਂ ਖਾਵਰ ਸਾਹਿਬ ਨੇ ਕਿਹਾ 2 ਹੱਥਾਂ ਨਾਲ ਵੱਜਦੀ ਹੈ। ਗਵਰਨਮੈਂਟ ਤੇ ਆਪਣਾ ਕੰਮ ਕਰ ਰਹੀ ਹੈ ਲੇਕਿਨ ਅਸੀਂ ਵੀ ਆਪਣੇ ਹਿੱਸੇ ਦਾ ਕਿਰਦਾਰ ਅਦਾ ਕਰਨਾ ਹੈ। ਤੇ ਇੱਥੇ ਵੇਲਾ ਹੋਇਆ ਇੱਕ ਨਿੱਕੀ ਜਿਹੀ ਬ੍ਰੇਕ ਦਾ ਤੇ ਖਾਸ ਕਰਕੇ ਨਿਊਜ਼ ਬ੍ਰੇਕ ਦਾ, ਤੇ ਖਬਰਾਂ ਨਾਲ ਜਿਹੜਾ ਨਾ ਜਾਣ ਪਹਿਚਾਣ ਰੱਖਣਾ ਵੀ ਜ਼ਰੂਰੀ ਹੈ। ਇੱਥੇ ਜਮੀਲ ਸਾਹਿਬ ਨੂੰ ਕਹਾਂਗੇ ਖੁਦਾ ਹਾਫਿਜ਼, ਵੇਲੇ ਦੀ ਘਾਟ ਹੈ, ਤੁਹਾਨੂੰ ਫਿਰ ਕਿਸੇ ਪ੍ਰੋਗਰਾਮ ਵਿੱਚ ਸਹਿਮਤ ਆਂਗੇ ਤੇ ਤੁਸੀਂ ਆਣਾ ਹੈ ਤੇ ਸਾਨੂੰ ਮਜ਼ੀਦ ਜਿਹੜੀ ਸਾਡੀ ਆਵਾਮ ਨੂੰ ਇਹਦੇ ਬਾਰੇ ਦੱਸਣਾ ਹੈ। ਤੇ ਅਸੀਂ ਹੁਣੇ ਗਏ ਤੇ ਹੁਣੇ ਆਏ। ਜੀ ਦੋਸਤੋ, ਇੱਕ ਵਾਰ ਫਿਰ ਤੁਹਾਨੂੰ ਤੁਹਾਡੇ ਪਸੰਦੀਦਾ ਪ੍ਰੋਗਰਾਮ ਅੱਜ ਦਾ ਮਹਿਮਾਨ ਵਿੱਚ ਜੀ ਆਇਆਂ ਨੂੰ ਕਹਿੰਦੀ ਹਾਂ। ਮੈਂ ਸੋਨੀਆ ਸ਼ੇਖ ਹਾਂ, ਅਲੀ ਉਸਮਾਨ ਬਾਜਵਾ ਮੌਜੂਦ ਨੇ ਸਾਡੇ ਨਾਲ ਤੇ ਇਹਦੇ ਨਾਲ ਹੁਣ ਸਾਨੂੰ ਜੁਆਇਨ ਕੀਤਾ ਇੱਕ ਮਹਿਮਾਨ ਹਸਤੀ ਨੇ। ਇਹਨਾਂ ਦਾ ਤਾਰੁਫ ਕਰਾਉਣ ਤੋਂ ਪਹਿਲੇ ਮੈਂ ਆਪਣੇ ਵੇਖਣ ਵਾਲਿਆਂ ਨਾਲ ਇੱਕ ਗੱਲ ਵੰਡਦੀ ਚਲਾਂ ਕਿ ਜਦੋਂ ਵੀ ਅਸੀਂ ਟੀਵੀ ਤੇ ਕਿਸੇ ਅਦਾਕਾਰ ਨੂੰ ਅਦਾਕਾਰੀ ਕਰਦੇ ਵੇਖਦੇ ਹਾਂ ਤੇ ਅਸੀਂ ਬਹੁਤ ਮੁਤਾਸਿਰ ਹੁੰਦੇ ਹਾਂ ਉਹਨਾਂ ਦੀ ਅਦਾਕਾਰੀ ਦੇ। ਕਦੀ ਅਸੀਂ ਫੈਨ ਵੀ ਹੋ ਜਾਂਦੇ ਹਾਂ, دیਵਾਨੇ ਵੀ ਹੋ ਜਾਂਦੇ ਹਾਂ, ਲੇਕਿਨ ਸਾਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਇਸ ਮੁਕਾਮ ਤੇ, ਇਸ ਜਗ੍ਹਾ ਤੇ ਪਹੁੰਚਣ ਵਾਸਤੇ ਉਸ ਅਦਾਕਾਰ ਨੇ ਕਿੰਨੀ ਮਿਹਨਤ ਕੀਤੀ ਹੈ ਜਾਂ ਉਸ ਅਦਾਕਾਰਾ ਨੇ ਕਿੰਨੀ ਮਿਹਨਤ ਕੀਤੀ ਹੈ, ਕਿੰਨਾ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਇਹ ਸਿਰਫ ਸਾਨੂੰ ਉਹੀ ਇਨਸਾਨ ਦੱਸ ਸਕਦਾ ਹੈ ਕਿ ਇਸ ਮੁਕਾਮ ਤੇ ਪਹੁੰਚਣ ਵਾਸਤੇ ਉਹਨੇ ਕਿੰਨੀ ਸਟਰਗਲ ਕੀਤੀ। ਐਸੇ ਲਈ ਅੱਜ ਅਸੀਂ ਪ੍ਰੋਗਰਾਮ ਵਿੱਚ ਦਾਵਤ ਦਿੱਤੀ ਹੈ ਇੱਕ ਮਾਰੂਫ ਅਦਾਕਾਰਾ ਨੂੰ, ਜਿਨ੍ਹਾਂ ਨੇ ਵੱਡੀ ਸਕਰੀਨ ਤੇ ਵੀ ਕੰਮ ਕੀਤਾ ਬੇਸ਼ੁਮਾਰ ਤੇ ਛੋਟੀ ਸਕਰੀਨ ਤੇ ਵੀ ਬੇਸ਼ੁਮਾਰ ਕੰਮ ਕੀਤਾ ਤੇ PTV ਵੇਖਣ ਵਾਲੇ ਨਾਜ਼ਰੀਨ ਉਹਨਾਂ ਦੇ ਨਾਂ ਤੋਂ ਤੇ ਉਹਨਾਂ ਦੇ ਕੰਮ ਤੋਂ ਬੜੀ ਬਖੂਬੀ ਵਾਕਿਫ ਨੇ। ਅਸੀਂ ਪ੍ਰੋਗਰਾਮ ਵਿੱਚ ਬੁਲਾਇਆ ਹੈ ਜੀ ਬਿਨਿਸ਼ ਨੂੰ। अस्सलाम वालेकुम। वालेकुम अस्सलाम। प्रोग्राम ਵਿੱਚ ਤੁਹਾਨੂੰ ਜੀ ਆਇਆਂ ਨੂੰ। शुक्रिया। कैसा लग रहा है PTV आके ਇੰਨੇ ਅਰਸੇ ਬਾਅਦ? बहुत अच्छा लगता है ਜਦੋਂ ਵੀ PTV ਆਈਏ, ਇੰਜ ਲੱਗਦਾ ਹੈ ਕਿ ਸਾਡਾ ਇੱਕ ਬਚਪਨ ਇਹਨਾਂ ਚਾਰ ਦੀਵਾਰੀਆਂ ਗੁਜ਼ਰ ਕੇ ਤੇ ਹੁਣ ਲੱਗਦਾ ਹੈ ਇਹੀ ਘਰ ਹੈ, ਉਹ ਵਾਲਾ ਘਰ ਸਾਡਾ ਘਰ ਨਹੀਂ ਹੈ। ਅੱਛਾ, ਜ਼ਬਰਦਸਤ। ਮਤਲਬ ਇੱਕ ਇਦਾਰੇ ਨਾਲ ਇੱਕ ਐਸੀ ਐਫੀਲੀਏਸ਼ਨ ਜਿਹੜੀ ਤੁਹਾਡੀ ਹੋ ਜਾਂਦੀ ਕਿ ਉਹ ਤੁਹਾਨੂੰ ਕਾਰ ਦੀ ਤਰ੍ਹਾਂ ਮਹਿਸੂਸ ਹੋਣ ਲੱਗ ਪੈਂਦਾ। ਹਾਂ ਤੇ ਬਿਲਕੁਲ। PTV ਨਾਲ ਇਹ ਚੀਜ਼ ਖਾਸ ਕਰਕੇ, ਕਿਉਂਕਿ ਜਿਹੜੇ ਵੀ ਸਾਡੇ ਪਰੋਣੇ ਆਉਂਦੇ ਨੇ ਨਾ, ਉਹ ਇਹੋ ਕਹਿੰਦੇ ਨੇ ਕਿ ਸਾਨੂੰ PTV ਆ ਕੇ ਐਂ ਲੱਗਦਾ ਜਿਵੇਂ ਅਸੀਂ ਆਪਣੇ ਘਰ ਆ ਗਏ ਹਾਂ। ਹਾਂ,
ਇਸ ਵਾਸਤੇ ਕਿ ਇਸ ਇਦਾਰੇ ਦੇ ਵਿੱਚ ਆ ਕੇ ਕਦੀ ਨਹੀਂ ਲੱਗਿਆ ਕਿ ਕੁਝ ਅਜਨਬੀਅਤ ਹੈ ਜਾਂ ਅਸੀਂ ਕਿਸੇ ਨੂੰ ਜਾਣਦੇ ਨਹੀਂ। ਅੱਛਾ। ਇੱਕ ਦੂਜੇ ਨੂੰ ਇਹਨਾਂ 30-36 ਸਾਲਾਂ ਦੇ ਅਰਸੇ ਦੇ ਵਿੱਚ ਇੰਨਾ ਕੁ ਇੱਕ ਦੂਸਰੇ ਨਾਲ ਪਿਆਰ ਹੈ, ਇੰਨਾ ਕੁ ਦੋਸਤੀਆਂ ਨੇ ਕਿ ਆਪਣੇ ਭੈਣ ਭਰਾ ਤੇ ਆਪਣੇ ਰਿਸ਼ਤੇਦਾਰਾਂ ਨਾਲ ਸ਼ਾਇਦ ਅਸੀਂ ਉਹਨਾਂ ਮਿਲਦੇ ਨਹੀਂ ਜਿੰਨਾ ਸਾਡਾ ਆਪਸ ਦੇ ਵਿੱਚ ਮਿਲਣਾ ਹੁੰਦਾ ਹੈ। ਬੜੀ ਵਧੀਆ ਗੱਲ ਹੈ। ਔਰ ਪਾਕਪਤਨ ਦੀ ਉਹ ਕੁੜੀ ਜਿਹਨੇ ਪੀਟੀਵੀ ਤੋਂ ਸ਼ੁਰੂਆਤ ਕੀਤੀ, ਔਰ ਖੇਡ ਅਗਰ ਮੈਂ ਨਾਂ ਲੈ ਸਕਾਂ ਦਿਆਰੇ ਵਫਾ ਤੋਂ, ਅਕਸਰ ਜਿਹੜੇ ਐਕਟਰ ਨੇ ਉਹਨਾਂ ਦਾ ਇੱਕ ਬੜਾ ਟੀਪ ਦਾ ਮਿਸਰਾ ਜਿਹਨੂੰ ਅਸੀਂ ਕਹਿੰਦੇ ਆ ਕਿ ਬਚਪਨ ਤੋਂ ਸ਼ੌਕ ਸੀ, ਕੁਝ ਦਾ ਬਾਅਦ ਚ ਬਣ ਜਾਂਦਾ, ਨਾਮ ਹੀ ਹੋਵੇ ਸ਼ੌਕ। ਤੇ ਤੁਹਾਡੀ ਜਰਨੀ ਨੂੰ ਅਗਰ ਵੇਖੀਏ ਤੇ ਸ਼ੁਰੂ ਤੋਂ ਸ਼ੁਰੂਆਤ ਕਰੀਏ ਤੇ ਕਿਸ ਤਰ੍ਹਾਂ ਇਸ ਕੁੜੀ ਨੂੰ ਲੱਗਾ ਕਿ ਅਦਾਕਾਰੀ ਕਿਤੇ ਨਾ ਕਿਤੇ ਦੇ ਵਿੱਚ ਵੱਸਦੀ ਹੈ, ਔਰ ਫਿਰ ਮੌਕਾ ਮਿਲਣਾ ਪੀਟੀਵੀ ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਵੈਸੇ ਬੜੀ ਮੁਸ਼ਕਿਲ ਚੀਜ਼ ਹੁੰਦੀ ਸੀ। ਉਹ ਥੋੜੀ ਜਿਹੀ ਜਰਨੀ ਆਪਣੇ ਵੇਖਣ ਵਾਲਿਆਂ ਨਾਲ ਸਾਂਝੀ ਕਰੋ। ਹਾਂ, ਐਸਾ ਨਹੀਂ ਹੈ ਕਿ ਮੈਨੂੰ ਕੋਈ ਸ਼ੌਕ ਸੀ। ਮੈਂ ਜਦੋਂ ਆਈ ਤੇ ਆਰਟਿਸਟਾਂ ਨੂੰ ਵੇਖਣ ਦਾ ਇੱਕ ਸ਼ੌਕ ਹੁੰਦਾ ਸੀ ਕਿ ਅਸੀਂ ਦੇਖੀਏ ਸਾਡੇ ਸੀਨੀਅਰਸ ਕੀ ਕਰਦੇ ਨੇ। ਯਾਨੀ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਤੇ ਉਹ ਇਸ ਤਰੀਕੇ ਨਾਲ ਹੋਇਆ ਕਿ ਮੈਂ ਪਹਿਲੇ ਫਿਲਮ ਚ ਕੀਤਾ, ਉਹਦੇ ਬਾਅਦ ਮੈਂ ਕੁਝ ਅਰਸੇ ਬਾਅਦ ਹੀ ਥੀਏਟਰ ਨੂੰ ਜੁਆਇਨ ਕੀਤਾ, ਔਰ 87 ਦੇ ਵਿੱਚ ਮੈਂ 7 ਸਾਲ ਕੰਮ ਕਰਕੇ ਤੇ ਜਦੋਂ ਪੀਟੀਵੀ ਤੇ ਆਈ ਤੇ ਮੈਨੂੰ ਇੰਜ ਲੱਗਿਆ ਕਿ ਮੈਨੂੰ ਇਹ ਦੋਵੇਂ ਮੀਡੀਅਮ ਜਿਹੜੇ ਥੀਏਟਰ ਹੈ ਔਰ ਜਿਹੜੀ ਫਿਲਮ ਹੈ ਸ਼ਾਇਦ ਮੈਂ ਉਹਦੇ ਲਈ ਨਹੀਂ ਆ। ਅੱਛਾ। ਤੇ ਪੀਟੀਵੀ ਜਦੋਂ ਆਈ ਤੇ ਲੱਗਿਆ ਕਿ ਇੱਥੇ ਜੋ ਰਿਸਪੈਕਟ ਹੈ, ਜੋ ਆਰਟਿਸਟ ਨੂੰ ਇੱਕ ਮਾਹੌਲ ਮਿਲਦਾ ਹੈ ਜਿਹਦੇ ਵਿੱਚ ਤੁਸੀਂ, ਮੇਰਾ ਖਿਆਲ ਹੈ ਜਿਹੜਾ ਵੀ ਕੋਈ ਇੱਥੇ ਆਂਦਾ ਹੈ ਉਹ ਦੁਬਾਰਾ ਫਿਰ ਕਿਸੇ ਹੋਰ ਪਾਸੇ ਜਾਂਦਾ ਨਹੀਂ। ਤੁਹਾਡੀ ਜਰਨੀ ਥੋੜੀ ਉੱਤੋਂ ਥੱਲੇ ਨੂੰ ਜਾਂ ਕਹਿ ਲਓ ਕਿ ਕਿਸੇ ਹੋਰ ਰੁੱਖ ਨੂੰ ਗਈ ਹੈ। ਲੋਕੀ ਪਹਿਲੇ ਥੀਏਟਰ ਕਰਦੇ ਨੇ, ਫਿਰ ਉਹ ਟੈਲੀਵਿਜ਼ਨ ਕਰਦੇ ਨੇ, ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਫਿਲਮ ਦੇ ਉੱਤੇ ਅਸੀਂ ਵੇਖਦੇ ਹਾਂ। ਤੁਸੀਂ ਪਹਿਲੇ ਫਿਲਮ ਕਰ ਲਈ ਜੀ, ਫਿਰ ਥੀਏਟਰ ਕੀਤਾ। ਮੈਂ ਤੁਹਾਨੂੰ ਦੱਸਿਆ ਨਾ ਕਿ ਮੈਨੂੰ ਐਕਟਰਾਂ ਨੂੰ ਮਿਲਣ ਦਾ ਸ਼ੌਕ ਸੀ ਤੇ ਆਰਟਿਸਟਾਂ ਨੂੰ ਵੇਖਣ ਗਈ ਤੇ ਹਜ਼ੀ ਕਾਦਰੀ ਸਾਹਿਬ, ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ ਜੀ, ਉਹਨਾਂ ਨੇ ਮੈਨੂੰ ਦੇਖਿਆ। ਅੱਛਾ। ਤੇ ਉਹਨਾਂ ਨੂੰ ਆਪਣੇ ਫਿਲਮ ਦੇ ਵਿੱਚ ਇੱਕ ਭੈਣ ਦੀ ਜ਼ਰੂਰਤ ਸੀ ਜਿਹੜੀ ਕਿ ਸਿੰਪਲ ਜਿਹੀ ਛੋਟੀ ਜਿਹੀ ਉਮਰ ਦੀ ਲੜਕੀ ਹੋਵੇ। ਤੇ ਮੈਨੂੰ ਜਦੋਂ ਉਹਨਾਂ ਨੇ ਦੇਖਿਆ ਤੇ ਪੁੱਛਿਆ ਕਿ ਪੁੱਤਰ ਕੰਮ ਕਰੇਂਗੀ? ਤੇ ਮੈਨੂੰ ਨਹੀਂ ਸੀ ਪਤਾ ਕਿ ਟੀਵੀ ਕੀ ਹੈ, ਫਿਲਮ ਕੀ ਹੈ, ਕੈਮਰਾ ਕੀ ਹੈ। ਹਾਂ ਬਸ ਮੈਂ ਕਿਹਾ ਹਾਂ ਜੀ ਕਰਾਂਗੀ। ਔਰ ਇਤਫਾਕ ਦੀ ਗੱਲ ਹੈ ਵੇ ਕਿ ਮੈਂ ਜਦੋਂ ਸੀਨ ਦੇਖਿਆ ਔਰ ਪੜ੍ਹਿਆ ਤੇ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਮੈਂ ਇੰਨੀ ਕੌਨਫੀਡੈਂਟ ਕੈਮਰੇ ਦੇ ਸਾਹਮਣੇ ਵੀ ਹੋਵਾਂਗੀ। ਅੱਛਾ। ਉਹ ਇਤਫਾਕ ਨਾਲ ਬਹੁਤ ਅੱਛਾ ਹੋ ਗਿਆ। ਔਰ ਜਦੋਂ ਅੱਛਾ ਹੋਇਆ ਤੇ ਫਿਰ ਆਹਿਸਤਾ ਆਹਿਸਤਾ ਮੈਨੂੰ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ। ਅੱਛਾ। ਔਰ ਬੜਾ ਮੁਸ਼ਕਿਲ ਸੀ ਕਿ ਘਰ ਵਾਲਿਆਂ ਕੋਲੋਂ ਕਿਸ ਤਰ੍ਹਾਂ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਮੇਰਾ ਸ਼ਹਿਰ ਬੜਾ ਬੈਕਵਰਡ ਹੈ ਔਰ ਬੜਾ ਅੱਜ ਵੀ ਉੱਥੇ ਮਜ਼ਹਬੀ ਰੁਝਾਨ ਬਹੁਤ ਜ਼ਿਆਦਾ ਹੈ। ਸਹੀ। ਔਰ ਲੋਕ ਇਨੋਸੈਂਟ ਨੇ। ਇੱਥੋਂ ਤੱਕ ਆਣਾ ਇਸ ਰੋਸ਼ਨੀਆਂ ਦੀ ਦੁਨੀਆ ਦੇ ਵਿੱਚ ਮੈਂ ਕਦੀ ਸੋਚਿਆ ਵੀ ਨਹੀਂ ਸੀ। ਅੱਛਾ। ਲਿਹਾਜ਼ਾ ਮੈਨੂੰ ਕੋਈ ਜਿਹਨੂੰ ਕਿਹਾ ਜਾ ਸਕਦਾ ਹੈ ਨਾ ਕਿ ਬਗੈਰ ਮਿਹਨਤ ਦੇ ਐਕਟਰ ਬਣ ਜਾਣਾ, ਮੈਂ ਬਗੈਰ ਮਿਹਨਤ ਦੇ ਐਕਟਰ ਬਣ ਗਈ। ਅੱਛਾ। ਔਰ ਫਿਰ ਮੈਂ 7 ਸਾਲ ਮੁਖਤਲਿਫ ਫਿਲਮਾਂ ਥੀਏਟਰ ਕਰਦੀ ਰਹੀ। 87 ਦੇ ਵਿੱਚ ਮੈਂ ਪੀਟੀਵੀ ਆਈ ਤੇ ਮੈਂ ਕਦੀ ਵੀ ਨਹੀਂ ਭੁੱਲ ਸਕਦੀ ਜਨਾਬ ਕੰਬਰ ਅਲੀ ਸ਼ਾਹ ਸਾਹਿਬ ਨੂੰ। ਉਹਨਾਂ ਨੇ ਮੈਨੂੰ ਆਪਣੇ ਡਰਾਮੇ ਦਿਆਰੇ ਵਫਾ ਦੇ ਵਿੱਚ ਪਹਿਲੀ ਦਫਾ ਔਨ ਸਕਰੀਨ ਮੈਂ ਜਦੋਂ ਆਈ ਤੇ ਮੈਨੂੰ ਲੱਗਿਆ ਕਿ ਨਹੀਂ ਯਾਰ ਇਹ ਬਹੁਤ ਮੁਖਤਲਿਫ ਮਾਹੌਲ ਹੈ ਔਰ ਇੱਥੋਂ ਦੇ ਲੋਕ ਤੁਹਾਨੂੰ ਟ੍ਰੇਨਡ ਕਰਦੇ ਨੇ, ਤੁਹਾਨੂੰ ਕੰਮ ਸਿਖਾਉਂਦੇ ਨੇ ਔਰ ਇਹ ਮੇਰਾ ਘਰ ਹੈ, ਔਰ ਇਹ ਮੇਰਾ ਘਰ ਹੈ। ਔਰ ਮੈਨੂੰ ਕੰਮ ਕਰਨ ਦਾ ਸ਼ੌਕ ਸ਼ੁਰੂ ਹੋ ਗਿਆ। ਮਤਲਬ ਮੈਂ ਕੰਮ ਤੇ 7 ਸਾਲ ਕਰਕੇ ਆ ਰਹੀ ਹਾਂ। ਅੱਛਾ। ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਡਿਲੀਵਰੀ ਕੀ ਹੁੰਦੀ ਹੈ, ਰੋਲ ਕੀ ਹੁੰਦਾ ਹੈ, ਕੀ ਕਰਨਾ ਹੈ, ਕੀ ਨਹੀਂ ਕਰਨਾ। ਜਦੋਂ ਮੈਂ ਟੀਵੀ ਆਈ ਤੇ ਮੇਰੇ ਅੰਦਰ ਇਹ ਇੱਕ ਚੀਜ਼ ਪੈਦਾ ਹੋਣੀ ਸ਼ੁਰੂ ਹੋਈ ਕਿ ਨਹੀਂ ਇਹ ਇੱਥੇ ਕੰਮ ਸਿੱਖਿਆ ਜਾ ਸਕਦਾ ਹੈ ਤੇ ਬਹੁਤ ਸੋਹਣਾ ਕੰਮ ਹੈ। ਅੱਛਾ। ਤੇ ਉਦੋਂ ਦੇ ਜਿਹੜੇ ਪ੍ਰੋਡਿਊਸਰ ਸਨ ਸਾਡੇ, ਮਾਸ਼ਾਅੱਲਾ ਉਦੋਂ ਯਾਵਰ ਸਾਹਿਬ ਹੈ ਸਨ। ਅੱਛਾ। ਉਦੋਂ ਨੁਸਰਤ ਠਾਕਰ ਮੇਰੇ ਉਸਤਾਦ ਨੇ, ਉਹ ਹੈ ਸਨ। ਮਤਲਬ
ਪੂਰਾ ਜਿਹੜਾ ਇਹ ਸਾਡਾ ਮੇਨ ਐਂਟਰੈਂਸ ਜੀ। ਹੈ, ਤੇ ਯਾਵਰ ਸਾਹਿਬ ਨੇ ਇੱਥੇ, ਤਾਹਿਰ ਰਿਜ਼ਵੀ ਸਾਹਿਬ ਨੇ ਇੱਥੇ, ਅਰਸ਼ਦ ਤਬਸਮ ਸੀ ਇੱਥੇ, ਅਸਲਮ ਕੁਰੈਸ਼ੀ ਵੱਡੇ ਵੱਡੇ ਸੀ ਨਾਮ। ਇੱਥੇ, ਰਾਸ਼ਿਦ ਡਾਰ ਸਾਹਿਬ ਸਨ। ਮਤਲਬ ਉਹ ਤੁਹਾਡੇ ਅੰਦਰ ਜੋ ਹੁੰਦਾ ਸੀ ਨਾ, ਉਹਨਾਂ ਨੂੰ ਕੱਢਣ ਵਿੱਚ ਉਹ ਕਾਮਯਾਬ ਹੋ ਜਾਂਦੇ ਸਨ। ਅੱਛਾ। ਔਰ ਇਤਫਾਕ ਦੀ ਗੱਲ ਹੈ ਕਿ ਮੈਨੂੰ ਮੇਰੇ ਨਸੀਬ ਬੜੇ ਅੱਛੇ ਰਹੇ ਕਿ ਰੋਲ ਵੀ ਮੈਨੂੰ ਐਸੇ ਮਿਲੇ ਕਿ ਜਿਹੜੀ ਪਬਲਿਕ ਨੇ ਮੈਨੂੰ ਕਬੂਲ Appreciate ਕਰ ਕੀਤਾ। ਲਿੱਤਾ। ਅੱਛਾ। ਔਰ ਫਿਰ ਸਟਿਲ ਹੁਣ ਤੱਕ ਮੈਂ ਕਰ ਰਹੀ। ਜ਼ਬਰਦਸਤ। ਅੱਛਾ, ਕੋਈ ਐਸੀ ਚੀਜ਼, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਥੇ ਆਏ, ਪੀਟੀਵੀ ਆਏ, ਤੇ ਫਿਰ ਤੁਹਾਨੂੰ ਵੱਡੇ ਵੱਡੇ ਜਾਂ ਵੱਡੇ ਪ੍ਰੋਡਿਊਸਰਸ ਨੇ ਤੁਹਾਨੂੰ ਸਿਖਾਇਆ, ਤੇ ਤੁਹਾਨੂੰ ਇਹ ਜਜ਼ਬਾ ਪੈਦਾ ਹੋਇਆ ਕਿ ਮੈਂ ਕਰ ਸਕਦੀ ਹਾਂ ਤੇ ਇੱਥੇ ਮੈਂ ਬਹੁਤ ਕੁਝ ਸਿੱਖ ਸਕਦੀ ਹਾਂ। ਉਸ ਵੇਲੇ ਕੋਈ ਯਾਦਾਂ ਜਿਹੜੀਆਂ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਣ, ਉਹ ਸਾਡੇ ਨਾਲ ਵੰਡੋ। ਯਾਦਾਂ ਤੇ ਬਹੁਤ ਸਾਰੀਆਂ ਨੇ। ਮਸਲਨ ਠਾਕਰ ਸਾਹਿਬ ਦਾ ਇੱਕ ਪਲੇ ਸੀ ਅਨਾਰਕਲੀ, ਤੇ ਮੈਨੂੰ ਉਹਨਾਂ ਨੇ ਜ਼ਾਫਰਾਨ ਦਾ ਰੋਲ ਦੇ ਦਿੱਤਾ। ਅੱਛਾ। ਉਹ ਇਹ ਬੜੀ ਚੁਲਬਲੀ ਜੀ ਕਨੀਜ਼ ਹੁੰਦੀ ਹੈ। ਅੱਛਾ। ਅੱਛਾ, ਹੁਣ ਉਹਦੀ ਉਰਦੂ ਜਿਹੜੀ ਹੈ ਹਿਜਾਬ ਇਮਤਿਆਜ਼ ਅਲੀ ਦੀ ਲਿਖੀ ਹੋਈ, ਜਿਹੜੀ ਅਸੀਂ ਕਦੀ ਬੋਲੀ ਨਹੀਂ ਸੀ, ਉਹ ਮੇਰਾ ਇਹ ਹੁੰਦਾ ਸੀ ਕਿ ਬਾਕੀ ਤੇ ਮੈਂ ਸਹੀ ਬੋਲ ਜਾਂਦੀ ਸਾਂ, ਮਗਰ ਉਹ ਜਿਹੜਾ ਖਾਸ ਜੁਮਲਾ ਸੀ ਉਹ ਮੈਂ ਰੁਕ ਜਾਂਦੀ ਸਾਂ। ਉਹ ਕਿਹੜਾ ਜੁਮਲਾ ਸੀ? ਉਹੀ ਜਾਣਨਾ ਚਾਹ ਰਹੇ ਹਾਂ। ਉਹ ਇਹ ਸੀ ਕਿ ਬੀ ਕਾਫੂਰ ये गंगा जल की गोट तो टाट की चोली का मोंझे का बखिया हो गई। अच्छा। अब ये वो टंग ट्विस्टर जब बन जाता है बिल्कुल। इसका मतलब ये है कि काफूर एक ख्वाजा सरा होती है, तो ये चूंकि छेड़ती है सबको, तो उसको कहती है कि ये जो तुमने कपड़े पहने हुए हैं ना, ये तो लगता है कि जैसे बोरिया। अच्छा, नहीं पता कि ਇਹੋ ਹੀ ਅਦਾਕਾਰ ਦੀ ਜਾਂ ਅਦਾਕਾਰਾ ਦੀ ਖਾਸੀਅਤ ਹੁੰਦੀ ਕਿ ਉਸ ਕਰੈਕਟਰ ਵਿੱਚ, ਉਸ ਜ਼ੁਬਾਨ ਵਿੱਚ ਚਲਾ ਜਾਂਦਾ ਹੈ। ਤੇ ਉਹ ਮੈਂ ਰੁਕ ਜਾਂਦੀ ਸਾਂ। ਅੱਛਾ। और मैं कहना ठाकर साहब पहले आप बोल दे जी, फिर मैं बोल। ਇਹ ਕਫੂਰ ਨਹੀਂ ਹੁੰਦਾ। ठाकर साहब ने मैनू डांट दिता। ਅੱਛਾ। कि कैमरे के सामने भी जाके उत्थे कहेंगी कि पहले तुसी बोलो ते फिर मैं बोलांगी। मैं बहुत परेशान और रोंदी हुई फिर रही हाँ पूरे कॉरीडोर च, क्योंकि वो पूरी टीम साडी कोई 30-40 कैरेक्टर सन, उन्हां दे विच मैनू डांट दिता। और मैं जिथे जा रही हाँ कोई पूछ रहा है, मेकअप च जा रही हाँ तो पूछ रहा की होया, क्यों रो रही है। ठाकर साहब ने डांट दिया, मैं नहीं, बस उन्होंने मेरी इंसल्ट कर दी। सो ये छोटे छोटे वाक्य और फिर उन्होंने लोगों का प्यार नाल मनाना, तुहानू ये एहसास दिलाना कि ਤੁਹਾਡੀ ਬੈਟਰਮੈਂਟ ਲਈ ਡਾਂਟਿਆ ਗਿਆ। ਵੈਸੇ ਤੇ ਕੋਈ ਸ਼ੌਕ ਨਹੀਂ ਹੈ ਨਾ ਕਿਸੇ ਨੂੰ ਕੋਈ ਡਾਂਟ ਦੇਵੇ। ਬਿਲਕੁਲ। ਕੋਈ ਹੋਰ ਕਿਰਦਾਰ ਜਿਹੜਾ ਤੁਹਾਨੂੰ ਬੜਾ ਅੱਜ ਵੀ ਯਾਦ ਹੋਏ, ਤੇ ਉਹਦਾ ਕੋਈ ਡਾਇਲੋਗ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ? ਮੈਂ ਸ਼ਾਇਦ ਸੀਰੀਅਸ ਰੋਲ ਬਹੁਤ ਜ਼ਿਆਦਾ ਕੀਤੇ ਨੇ। ਅੱਛਾ। ਮੇਰੇ ਹਿੱਸੇ 'ਚ ਕਾਮੇਡੀ ਬਹੁਤ ਘੱਟ ਆਈ ਹੈ। ਮੈਨੂੰ ਲੋਕਾਂ ਨੇ ਰੋਂਦਿਆਂ ਹੀ ਦੇਖਿਆ, ਤੇ ਰੋਣਾ ਕੌਣ ਪਸੰਦ ਕਰਦਾ। ਹੁਣ ਮੈਂ ਤੁਹਾਨੂੰ ਰੋਣ ਵਾਲੇ ਕਿਹੜੇ ਡਾਇਲੌਗ ਦੱਸਾਂ ਜਿਹੜੇ ਤੁਹਾਨੂੰ ਵੀ ਪਸੰਦ ਆ ਜਾਣ? ਨਹੀਂ, ਕੋਈ ਵੀ ਇੱਕ ਅੱਧਾ ਸਾਡੇ ਨਾਲ ਵੰਡੋ ਤੇ ਸਹੀ ਨਾ। ਅੱਛਾ, ਮੈਂ ਔਰਤ ਆ ਖੜੀ। ਅੱਛਾ। ਤੇ ਗੱਲ ਵੀ ਕਰਨੀ ਆ ਖਰੀ। ਅੱਛਾ। ਬੜੀਆਂ ਖਰੀਆਂ ਗੱਲਾਂ ਤੁਸੀਂ ਕੀਤੀਆਂ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢਿਆ ਔਰ ਆਪਣੇ ਹੀ ਘਰ ਵਾਪਸ ਆਏ ਔਰ ਆਪਣੇ ਹੀ ਘਰ ਬਹਿ ਕੇ ਸਾਡੇ ਨਾਲ ਗੱਲਾਂ ਕੀਤੀਆਂ। ਹੁਣ ਅਸੀਂ ਵੀ ਫੈਮਿਲੀ ਦਾ ਬਹੁਤ ਕੁਝ ਇਹਨਾਂ ਕੋਲੋਂ ਸਿੱਖਣ ਨੂੰ ਮਿਲਿਆ, ਕਿਤੇ ਅਸੀਂ ਫੈਮਿਲੀ ਦਾ ਹੁਣ ਹਿੱਸਾ ਬਣ ਗਿਆ। ਤੁਹਾਡੇ ਥੀਏਟਰ ਤੇ ਗੱਲ ਕਰਨੀ ਸੀ, ਫਿਲਮ ਤੇ, ਲੇਕਿਨ ਵੇਲੇ ਦੀ ਘਾਟ ਹੈ, ਵੇਲਾ ਇੰਜ ਲੰਘ ਜਾਂਦਾ ਪਤਾ ਨਹੀਂ ਲੱਗਦਾ। ਅਸੀਂ ਸੋਚ ਰਹੇ ਹੁੰਦੇ 4 ਦਿਨ ਪਹਿਲਾਂ ਤੇ ਇੱਥੇ ਮੈਂ ਆਇਆ ਸਾਂ, ਉਦੋਂ ਮੇਰੀ ਇਹ ਉਮਰ ਸੀ, ਮੈਂ ਇੱਥੇ ਭੱਜਦਾ ਦੌੜਦਾ ਸਾਂ। ਹੁਣ ਦੁਨੀਆ ਹੀ ਬਦਲ ਗਈ ਹੈ, ਹੁਣ ਮਜੂਰ ਹੋ ਗਿਆ, ਤਾਂ ਇਸ ਤਰ੍ਹਾਂ ਹੁੰਦਾ। ਤੇ ਇਸ ਪ੍ਰੋਗਰਾਮ ਦਾ ਵੀ ਵੇਲਾ ਮੁੱਕ ਗਿਆ, ਤੇ ਕੁਝ ਗੱਲਾਂ ਕਿਤੇ ਢਿੱਡ 'ਚ ਹੀ ਰਹਿ ਗਈਆਂ ਨੇ, ਉਹ ਫਿਰ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਵਾਂਗੇ, ਫਿਰ ਢੇਰ ਸਾਰੀਆਂ ਗੱਲਾਂ ਕਰਾਂਗੇ। ਬਹੁਤ ਮਿਹਰਬਾਨੀ ਬਿਨੇਸ਼ ਸਾਹਿਬਾ, ਬਹੁਤ ਸ਼ੁਕਰੀਆ, ਤੁਸੀਂ ਆਏ, ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ, ਪੀਟੀਵੀ ਦੇ ਪੁਰਾਣੇ ਦੌਰ ਨੂੰ ਵੀ ਯਾਦ ਕੀਤਾ, ਤੇ ਸਾਡੇ ਸਾਹਮਣੇ ਵੀ ਉਹ ਤਸਵੀਰ ਇੱਕ ਵਾਰ ਜਿਹੜੀ ਨਾ ਵਾਜ਼ੇ ਹੋ ਗਈ, ਐਡੇ ਸੋਹਣੇ ਤਰੀਕੇ ਨਾਲ ਤੁਸੀਂ ਯਾਦ ਕਰਵਾਇਆ। ਔਰ ਜਿਹੜਾ ਪੋਜ਼ਿਟਿਵ ਐਸਪੈਕਟ ਅਸੀਂ ਇਹ ਵੇਖਿਆ ਕਿ ਹੁਣ ਦੁਬਾਰਾ ਪੀਟੀਵੀ ਜਿਹੜਾ ਆਪਣੀ ਪ੍ਰੋਡਕਸ਼ਨਸ ਲੈ ਕੇ, ਵਧੀਆ ਪ੍ਰੋਡਕਸ਼ਨਸ ਲੈ ਕੇ ਆ ਰਿਹਾ, ਜਿੱਥੇ ਅਸੀਂ ਤੁਹਾਨੂੰ ਵੀ ਵੇਖਾਂਗੇ ਔਰ ਬਾਕੀ ਐਕਟਰਸ ਨੂੰ ਵੇਖਾਂਗੇ। ਮੈਂ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਨੀ ਆ, ਪੀਟੀਵੀ ਦਾ ਖਸੂਸੀ ਤੌਰ ਤੇ, और अपने प्रोड्यूसर सजाद बुखारी दा और तुहाडे दो मेज़बानां दा कि तुसी अपने प्रोग्राम च मैनू इज्जत दित्ती, मैनू बुलाया और मेरी फैमिली दा हुण तुसी दोवें भी हिस्सा बहुत मिहरबानी, बहुत शुक्रिया जी। सानू मनु यानी कि अली उस्मान बाजवा नू, सोनिया शेख नू और बिनेश साहबा नू भी इजाजत दिओ। लैओ यार हवाले रब दे ते मेले 4 दिनां दे
ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ।